ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਾਡਾ ਹੁਣ ਇਹ ਕੋਰਸ ਜਿਹੜਾ ਇਹ ਅੰਤਿਮ ਪੜਾਅ ਵਿੱਚ ਹੈ। ਸ਼ਾਇਦ ਅਸੀਂ ਇਸ ਤੋਂ ਬਾਅਦ ਜਿਹੜੀ ਅਗਲੀ ਕਲਾਸ ਸਾਡੀ ਇਸ ਕੋਰਸ ਦੀ ਲਾਸਟ ਕਲਾਸ ਹੋਏਗੀ। तो ਸੈਕਿੰਡ ਲਾਸਟ ਕਲਾਸ ਅੱਜ ਦਾ ਸਾਡਾ ਜੋ ਵਿਸ਼ਾ ਹੈ ਉਹ ਹੈ ਗੁਰਮਤ ਵਿੱਚ ਸੇਵਾ ਦਾ ਤੇ ਦਸਵੰਤ ਦਾ ਸੰਕਲਪ। ਔਰ ਇਹ ਵਿਸ਼ਾ ਜਿਹੜਾ ਹੈ ਇਹ ਵਿਸ਼ਾ ਵੀ ਅਸੀਂ ਆਮ ਤੌਰ ਤੇ ਆਪਣੇ ਆਸ-ਪਾਸ ਇਹਨੂੰ ਵੇਖਦੇ ਹਾਂ, ਮਹਿਸੂਸ ਕਰਦੇ ਹਾਂ। ਔਰ ਲਗਭਗ ਗੁਰੂ ਗ੍ਰੰਥ ਸਾਹਿਬ ਨੂੰ ਮੰਨਣ ਵਾਲੇ ਅਸੀਂ ਸਾਰੇ ਹੀ ਇਸ ਸੇਵਾ ਦੇ ਵਿੱਚ ਔਰ ਦਸਵੰਤ ਦੇ ਵਿੱਚ ਅਸੀਂ ਆਪਣੇ ਆਪ ਨੂੰ ਸੰਬੰਧਿਤ ਪਾਉਂਦੇ ਹਾਂ। ਅੱਜ ਦੇ ਇਸ ਮਾਹੌਲ ਵਿੱਚ ਇਹ ਜਾਣਨਾ ਮੁਸ਼ਕਲ ਨਹੀਂ ਕਿ ਕਿਸੇ ਵੀ ਧਰਮ ਦੇ ਸਹੀ ਤੇ ਸੱਚੇ ਆਦਰਸ਼ ਹੀ ਉਸ ਧਰਮ ਦੀ ਖੂਬਸੂਰਤੀ ਬਣ ਸਕਦੀ ਹੈ। ਔਰ ਇਸ ਲਈ ਧਰਮ ਦੇ ਆਦਰਸ਼ਾਂ ਨੂੰ, ਉਹਦੇ ਬੁਨਿਆਦੀ ਪੱਖਾਂ ਨੂੰ ਰੋਸ਼ਨ ਕੀਤਾ ਜਾਣਾ ਚਾਹੀਦਾ ਹੈ। ਸਿੱਖ ਧਰਮ ਨਾਲ ਸੰਬੰਧਿਤ ਆਦਰਸ਼ਾਂ ਵਿੱਚੋਂ ਬਹੁਤ ਅਹਿਮ ਆਦਰਸ਼ ਦੋ, ਉਹ ਇੱਕ ਸੇਵਾ ਦਾ ਔਰ ਇੱਕ ਦਸਵੰਤ ਦਾ ਸੰਕਲਪ, ਜਿਸ ਨੂੰ ਗੁਰੂ ਸਾਹਿਬਾਨ ਨੇ ਮਨੁੱਖ ਨੂੰ ਚੰਗੇ ਸਮਾਜ ਦੀ ਸਿਰਜਣਾ ਲਈ ਜ਼ਰੂਰੀ ਮੰਨਿਆ ਸੀ। ਅਸੀਂ ਵਾਰ-ਵਾਰ ਇਹ ਗੱਲ ਕਹਿੰਦੇ ਹਾਂ ਕਿ ਜਿਹੜਾ ਸਿੱਖੀਜ਼ਮ ਹੈ ਇਹ ਕੋਈ ਇੰਡੀਵਿਜੂਅਲ ਧਰਮ ਨਹੀਂ ਹੈ, ਇਹ ਸੰਗਤੀ ਧਰਮ ਹੈ। ਤੋ ਸੇਵਾ ਦੇ ਮਹੱਤਵ ਨੂੰ ਪਹਿਲਾਂ ਆਪ ਗੁਰੂ ਸਾਹਿਬ ਨੇ ਅਪਣਾਇਆ। ਇਹ ਅਸੀਂ ਜੋ ਸਿੱਖ ਇਤਿਹਾਸ ਇਸ ਦਾ ਗਵਾਹ ਹੈ। ਜੇ ਅਸੀਂ ਭਾਰਤੀ ਪਰੰਪਰਾ ਵਿੱਚ ਦੇਖੀਏ ਤਾਂ ਹਿੰਦੂਇਜ਼ਮ ਵਿੱਚ ਜਾਂ ਹਿੰਦੁਸਤਾਨ ਵਿੱਚ, ਭਾਰਤ ਵਿੱਚ ਸੇਵਾ ਦਾ ਆਦਰਸ਼ ਹੈ ਹੀ ਨਹੀਂ ਹੈ। ਬਲਕਿ ਹਿੰਦੂਆਂ ਵਿੱਚ ਤਾਂ ਸੇਵਾ ਕਰਨ ਵਾਲਾ ਨੀਚ ਜਾਂ ਕਾਮਾ ਸਮਝਿਆ ਜਾਂਦਾ ਸੀ। 4 ਵਰਨ ਬਣਾ ਦਿੱਤੇ ਗਏ। ਸੇਵਾ ਦੀ ਉਚਾਈ ਹਿੰਦੂਇਜ਼ਮ ਦੇ ਵਿੱਚ ਜਾਂ ਭਾਰਤੀ ਪਰੰਪਰਾ ਵਿੱਚ ਨਹੀਂ ਸੀ, ਪੜ੍ਹਾਈ ਦੀ ਸੀ। ਵੇਦ ਸ਼ਾਸਤਰ, ਵੱਡੇ ਵੱਡੇ ਨਿਰੁਕਤ, ਇਹਨਾਂ ਦੇ ਪੜ੍ਹੇ ਹੋਏ ਪੰਡਤਾਂ ਦਾ ਸਨਮਾਨ, ਇਹ ਸਾਰਾ ਕੁਝ ਸੀ। ਜਿਹੜੇ ਸ਼ੰਕਰਾਚਾਰਿਆ ਹੋਏ ਨੇ, ਜੋ ਬੜੇ ਭਾਰੀ ਮਹਾਤਮਾ ਤੇ ਬੜੇ ਭਾਰੀ ਪੰਡਤ ਅਤੇ ਦੁਨੀਆ ਦੇ ਇੱਕ ਮਹਾਨ ਫਿਲਾਸਫਰ ਵੀ ਹੋਏ, ਉਹਨਾਂ ਨੇ ਸੰਸਾਰ ਨੂੰ ਦੀਰਘ ਰੋਗ ਕਿਹਾ ਤੇ ਇਸ ਦਾ ਇਲਾਜ ਇਹ ਕਿਹਾ ਤਿਆਗ। ਤਿਆਗਣਾ ਕੀ ਹੈ? ਸੰਸਾਰ ਤਿਆਗਣਾ ਹੈ। ਔਰ ਸ਼ੰਕਰਾਚਾਰਿਆ ਤੋਂ ਤਕਰੀਬਨ 500 ਸਾਲ ਬਾਅਦ ਗੁਰੂ ਨਾਨਕ ਸਾਹਿਬ ਨੇ ਕਿਹਾ ਕਿ ਜਿਹੜਾ ਦੀਰਘ ਰੋਗ ਹੈ ਇਹਦਾ ਇਲਾਜ ਤਿਆਗ ਨਹੀਂ ਹੈ। ਨਾਨਕ ਸਾਹਿਬ ਕਹਿੰਦੇ ਨੇ ਹੋਮੇ ਦੀਰਘ ਰੋਗ ਹੈ। ਗੁਰੂ ਗ੍ਰੰਥ ਸਾਹਿਬ ਵਿੱਚ ਕਿਹਾ ਕਿ ਖੁਦੀ ਮਿੱਟੀ ਤਬ ਸੁਖ ਪਏ, ਮਨ ਤਨ ਪਏ ਅਰੋਗ। ਤੋ ਸੇਵਾ ਇਸ ਕਰਕੇ ਦੱਸੀ ਕਿ ਹੰਕਾਰ ਦਾ ਰੋਗ ਹਟ ਜਾਏ ਤੇ ਇਨਸਾਨ ਆਪਣੀ ਸੁਖੀ ਜ਼ਿੰਦਗੀ ਬਸਰ ਕਰੇ। ਔਰ ਗੁਰੂ ਨਾਨਕ ਸਾਹਿਬ ਤੋਂ ਜਿਹੜੀ ਸਿੱਖੀ ਸ਼ੁਰੂ ਹੁੰਦੀ ਹੈ ਔਰ ਇਹ ਇੱਕ ਲਹਿਰ ਦਾ ਰੂਪ ਬਣ ਜਾਂਦੀ ਹੈ। ਜਿਵੇਂ ਜਿਵੇਂ ਸਿੱਖ ਲਹਿਰ ਵਿਕਸਿਤ ਹੁੰਦੀ ਗਈ, ਉਸੇ ਤਰ੍ਹਾਂ ਪਦਾਰਥਾਂ ਦੀ, ਧਨ ਦੀ, ਸਹੂਲਤਾਂ ਦੀ, ਸਾਧਨਾਂ ਦੀ ਜ਼ਰੂਰਤ ਸ਼ੁਰੂ ਹੋਈ। ਔਰ ਗੁਰੂ ਸਾਹਿਬ ਨੇ ਕੇਵਲ ਧਾਰਮਿਕ ਕਿਰਿਆਵਾਂ ਵਾਲੀ ਨਹੀਂ ਪ੍ਰੇਰਿਆ ਸਾਨੂੰ ਜਾਂ ਪੂਰੀ ਮਨੁੱਖਤਾ ਨੂੰ, ਬਲਕਿ ਆਪਣੇ ਸੇਵਕਾਂ ਦੀ ਦੁਨਿਆਵੀ ਬੁਨਿਆਦੀ ਲੋੜਾਂ ਵੱਲ ਵੀ ਧਿਆਨ ਦਿੱਤਾ। ਚਾਹੇ ਉਹ ਪਾਣੀ ਲਈ ਖੂਹ ਬਣਾਏ, ਸ਼ਹਿਰ ਵਸਾਏ, ਦਵਾਖਾਨੇ ਬਣਾਏ, ਲੰਗਰ ਖੁਲਵਾਏ, ਇਹ ਬੁਨਿਆਦੀ ਲੋੜਾਂ ਲਈ ਸਾਧਨਾਂ ਦੀ ਜ਼ਰੂਰਤ ਸੀ। ਗੁਰੂ ਗ੍ਰੰਥ ਸਾਹਿਬ ਜੀ ਵਿੱਚ ਸੇਵਾ ਦੇ ਮਹੱਤਵ ਨੂੰ ਵੀ ਬਾਰ-ਬਾਰ ਦਰਸਾਇਆ ਗਿਆ। ਸਿਧਾਂਤ ਇਹ ਹੈ ਕਿ ਹੱਥਾਂ ਨਾਲ ਸਾਧ ਸੰਗਤ ਦੀ ਸੇਵਾ ਕਰਨੀ ਹੈ। ਇਸ ਕਰਕੇ ਮਨੁੱਖ ਨੂੰ ਹੰਕਾਰ ਦੇ ਦੀਰਘ ਰੋਗ ਤੋਂ ਨਜਾਤ ਮਿਲੇ। ਸੇਵਾ ਤੇ ਪ੍ਰੇਮ ਇਹ ਦੋਨੋਂ ਇੱਕ ਦੂਸਰੇ ਤੇ ਨਿਰਭਰ ਕਰਦੇ ਨੇ ਔਰ ਇੱਕ ਦੂਸਰੇ ਤੋਂ ਬਿਨਾਂ ਅਧੂਰੇ ਨੇ। ਇਸ ਲਈ ਸੇਵਾ ਹੀ ਗੁਰਮਤ ਦਾ ਸਾਰ ਹੈ। ਜਿਵੇਂ ਕਹਿੰਦੇ ਨਾ ਅਸੀਂ ਰੋਜ਼ ਅਰਦਾਸ ਵਿੱਚ ਵੀ ਕਹਿੰਦੇ ਹਾਂ, ਮਨ ਨੀਵਾਂ ਮਤ ਉੱਚੀ। ਇੱਕ ਗੱਲ ਬੜੀ ਸਮਝਣ ਵਾਲੀ ਹੈ ਔਰ ਇਹ ਸਮਝ ਲਈਏ ਕਿ ਸਿੱਖੀ ਵਿੱਚ ਗੁਰੂ, ਸ਼ਬਦ ਤੇ ਸੰਗਤ, ਇਹ ਸਿੱਖੀ ਦੇ ਵਿਕਾਸ ਦੇ 3 ਅੰਤਰ ਸੰਬੰਧਤ, ਇੰਟਰਕਨੈਕਟਡ 3 ਮੁੱਖ ਥੰਬ ਨੇ, ਇੱਕ ਦੂਜੇ ਤੋਂ ਅਲੱਗ ਨਹੀਂ ਕੀਤੇ ਜਾ ਸਕਦੇ। ਗੁਰੂ, ਸ਼ਬਦ ਤੇ ਸੰਗਤ।
ਤੇ ਨਾ ਇਹ ਹੋ ਸਕਦੇ ਨੇ। ਤੋ ਇਹ ਖਾਲਸੇ ਦੇ ਵਿਦਵਾਨ ਕਹਿੰਦੇ ਨੇ ਇਹ ਤਿੰਨੋਂ ਗੁਣ ਖਾਲਸੇ ਦੇ ਸਹਿਬੰਗ ਗੁਣ ਨੇ। ਇੱਕ ਨਵਾਂ ਮਾਡਲ ਹੈ ਜੋ ਸਿੱਖੀ ਦੇ ਸਰਬੱਤ ਦੇ ਭਲੇ, ਯੂਨੀਵਰਸਲ ਵੈਲਫੇਅਰ ਤੇ ਯੂਨੀਵਰਸਲ ਕੰਸਰਨ, ਜਿਹੜਾ ਕਿਰਤ ਕਰੋ, ਨਾਮ ਜਪੋ, ਵੰਡ ਛਕੋ, ਇਹ ਜਿਹੜੇ ਤਿੰਨ ਕਨਸੈਪਟ ਗੁਰੂ ਨਾਨਕ ਸਾਹਿਬ ਨੇ ਦਿੱਤੇ, ਇਹ ਸਾਡੇ ਇੱਕ, ਮੈਂ ਇਹ ਕਹਿ ਦਵਾਂ ਕਿ ਸਾਡਾ ਮੂਲ ਹੈ, ਸਾਡੀ ਜੜ ਹੈ, ਸਾਡੇ ਸਿਧਾਂਤ ਨੇ। ਇਸ ਲਈ ਗੁਰਦੁਆਰੇ ਅਤੇ ਗੁਰਦੁਆਰੇ ਨਾਲ ਜੁੜੀ ਸੰਗਤ ਇੱਕ ਗਲੋਬਲ ਨੈਟਵਰਕ ਬਣ ਗਿਆ। ਇਹ ਗਲੋਬਲ ਨੈਟਵਰਕ ਨੂੰ ਹੀ ਕਹਿੰਦੇ ਨੇ ਕਿ ਕਰਤਾਰੀ ਸ਼ਕਤੀ ਹੈ। ਤੋ ਗੁਰੂ ਨਾਨਕ ਦੇਵ ਜੀ ਦੇ ਸਿਧਾਂਤ ਵੰਡ ਛੱਕੇ ਨੂੰ ਸਾਕਾਰ ਰੂਪ ਦਸਵੰਤ ਪ੍ਰਥਾ ਗੁਰੂ ਅਰਜਨ ਸਾਹਿਬ ਜੀ ਨੇ ਸ਼ੁਰੂ ਕੀਤਾ। ਗੁਰੂ ਸਾਹਿਬ ਨੇ ਦਸਵੰਤ ਸੰਸਥਾ ਨੂੰ ਮਜ਼ਬੂਤ ਕਰਨ ਲਈ ਸੰਗਤੀਆਂ ਨੂੰ ਅਪਗ੍ਰੇਡ ਕੀਤਾ, ਮਸੰਦਾਂ ਦਾ ਅਹੁਦਾ ਬਣਾ ਦਿੱਤਾ। ਔਰ ਇੱਕ ਗੱਲ ਤੁਹਾਡੀ ਜਾਣਕਾਰੀ ਲਈ ਮੈਂ ਦੱਸ ਦੇਵਾਂ, ਆਮ ਤੌਰ ਤੇ ਜਦੋਂ ਵੀ ਅਸੀਂ ਮਸੰਦ ਸ਼ਬਦ ਯੂਜ਼ ਕਰਦੇ ਹਾਂ, ਇਹ ਇੱਕ ਜਿਵੇਂ ਵਿਲੀਅਨ ਹੋਣ, ਅਸਲ ਵਿੱਚ ਮਸੰਦ ਜਿਹੜਾ ਹੈ ਪਰਸ਼ੀਅਨ ਸ਼ਬਦ ਹੈ, ਮੁਸਾਨਾਦ ਤੋਂ ਆਇਆ ਹੈ, ਜਿਸ ਦਾ ਮਤਲਬ ਹੁੰਦਾ ਹੈ ਨੋਬਲ, ਸ਼੍ਰੇਸ਼ਟ। ਇਹ ਤਾਂ ਜਦੋਂ ਇਹਨਾਂ ਵਿੱਚ ਕਰਪਸ਼ਨ ਆਈ ਤਾਂ 10ਵੇਂ ਪਾਤਸ਼ਾਹ ਦੇ ਟਾਈਮ, ਉਦੋਂ ਇਹਨਾਂ ਨੇ ਮਸੰਦਾਂ ਨੂੰ ਵਿੱਚੋਂ ਕੱਢ ਕੇ ਜਿਹੜਾ ਖਾਲਸਾ ਦਾ ਮਤਲਬ ਹੀ ਹੈ ਕਿ ਗੁਰੂ ਨਾਲ ਸਿੱਧ ਸੰਬੰਧ ਬਣਾ ਦਿੱਤਾ। ਵਰਨਾ ਮਸੰਦ ਦਾ ਮਤਲਬ ਜਿਹੜਾ ਹੈ ਉਹ ਬੜਾ ਹੀ ਪਵਿੱਤਰ ਹੈ, ਸ਼੍ਰੇਸ਼ਟ ਹੈ। ਤੋ ਭਾਰਤੀ ਧਰਮਾਂ ਵਿੱਚ ਦਾਨ ਦਾ ਤਾਂ ਮਹੱਤਵ ਹੈ, ਇਹ ਵੈਦਿਕ ਕਾਲ ਤੋਂ ਚਲਦੀ ਆ ਰਹੀ ਹੈ। ਦੇਵੀ ਦੇਵਤਿਆਂ ਨੂੰ ਖੁਸ਼ ਕਰਨ ਲਈ ਸਮੱਗਰੀ ਦਾ ਦਾਨ ਦੇਣਾ, ਮਨੂ ਸਮਿਰਤੀਆਂ 'ਚ ਪੁਜਾਰੀ ਲੋਕਾਂ ਤੋਂ ਜ਼ਬਰਦਸਤੀ ਦਾਨ ਵੀ ਲਵੇ ਤਾਂ ਉਸ ਨੂੰ ਨਾ ਵਿਰੋਧ ਨਾ ਕੀਤਾ ਜਾਵੇ। ਦਾਨ ਦੀ ਪ੍ਰਥਾ ਤਾਂ ਹੈ, ਦਾਨ ਦੇ ਤੇ ਆਮ ਲੋਕਾਂ ਦਾ ਸ਼ੋਸ਼ਣ ਵੀ ਹੋਇਆ, ਇੱਥੋਂ ਤੱਕ ਕਿ ਕੰਨਿਆ ਦਾਨ, ਪੁੱਤਰ ਦਾਨ, ਪਸ਼ੂ ਦਾਨ ਦਾ ਵੀ ਪ੍ਰਚਲਨ ਸ਼ੁਰੂ ਹੋਇਆ। ਪਰ ਦੁਨੀਆ ਦਾ ਹਰ ਧਰਮ ਕਿਸੇ ਨਾ ਕਿਸੇ ਬੁਨਿਆਦੀ ਸਿਧਾਂਤ ਤੇ ਫਿਲਾਸਫੀ ਨਾਲ ਸੰਬੰਧਿਤ ਹੁੰਦਾ ਹੈ। ਇਹ ਤਾਂ ਅੱਗੋਂ ਅਸੀਂ ਹੁਣ ਆਪਣੇ ਜਿਵੇਂ ਸਿੱਖੀਜ਼ਮ ਦੀ ਗੱਲ ਕਰੀਏ ਤਾਂ ਇਹ ਜਿਹੜਾ ਸਿਧਾਂਤ ਕਿਰਤ ਕਰੋ, ਨਾਮ ਜਪੋ, ਵੰਡ ਛਕੋ ਅਤੇ ਸਰਬੱਤ ਦੇ ਭਲੇ ਦਾ ਜਿਹੜਾ ਸਿਧਾਂਤ ਹੈ, ਵੰਡ ਛਕਣਾ ਜਿਹੜਾ ਹੈ, ਇਹ ਸਰਬੱਤ ਦੇ ਭਲੇ ਤੋਂ ਹੀ ਦਸਵੰਤ ਦਾ ਸਿਧਾਂਤ ਦੀ ਗੱਲ ਗੁਰੂ ਸਾਹਿਬ ਨੇ ਕੀਤੀ। ਤਾਂ ਇਸ ਲਈ ਹਰ ਕੌਮ ਨੂੰ, ਹਰ ਧਰਮ ਨੂੰ, ਹਰ ਜਥੇਬੰਦੀ ਆਪਣੇ ਉਦੇਸ਼ ਵਿੱਚ ਸਫਲ ਹੋਣ ਲਈ ਆਪਣੇ ਅਨੁਯਾਈਆਂ ਦੇ ਸਹਿਯੋਗ ਲਈ ਉੱਪਰ ਨਿਰਭਰ ਹੁੰਦੀ ਹੈ। ਜਿਸ ਤਰ੍ਹਾਂ ਇਸਲਾਮ ਦੇ ਵਾਧੇ ਲਈ ਆਪਣੀ ਆਮਦਨੀ ਦਾ ਇੱਕ ਹਿੱਸਾ ਦੇਣਾ ਲਾਜ਼ਮੀ ਹੈ, ਜਿਸ ਨੂੰ ਜ਼ਕਾਤ ਦਾ ਨਿਯਮ ਵੀ ਕਹਿੰਦੇ ਨੇ। ਇਸੇ ਤਰ੍ਹਾਂ ਸਿੱਖੀ ਵਿੱਚ ਸਰਬੱਤ ਦੇ ਭਲੇ ਲਈ, ਮਨੁੱਖਤਾ ਦੇ ਭਲੇ ਲਈ ਤਨ, ਮਨ ਤੇ ਧਨ ਦੇ ਯੋਗਦਾਨ ਦੀ ਗੱਲ ਹੈ। ਔਰ ਦਸਵੰਤ ਉਸ ਯੋਗਦਾਨ ਦਾ ਇੱਕ ਬੜਾ ਖੂਬਸੂਰਤ ਜੋ ਹੈ ਰੂਪ ਹੈ। ਤਾਂ ਇਸ ਤਰ੍ਹਾਂ ਦਸਵੰਤ ਇੱਕ ਬਹੁਤ ਨਵੇਕਲਾ ਤੇ ਨਿਆਰਾ ਸੰਕਲਪ ਹੈ। ਸਮਝਣ ਵਾਲੀ ਗੱਲ ਇਹ ਹੈ ਕਿ ਦਾਨ ਤੇ ਦਸਵੰਤ ਵਿੱਚ ਬੜਾ ਅੰਤਰ ਹੈ, ਇਸ ਨੂੰ ਬੜਾ ਜ਼ਰੂਰ ਸਮਝਣਾ। ਦਸਵੰਤ ਦੇ ਸਿਧਾਂਤ ਨੂੰ ਆਮ ਤੌਰ ਤੇ ਦਾਨ ਨਾਲ ਜੋੜ ਲਿਆ ਜਾਂਦਾ ਹੈ। ਦਾਨ ਕਿਸੇ ਨੂੰ ਮਦਦ ਦਿੱਤਾ ਜਾਂਦਾ ਹੈ ਤਾਂ ਦਾਨ ਦੇਣ ਵਾਲੇ ਦੇ ਮਨ ਵਿੱਚ ਅਭਿਮਾਨ ਤੇ ਹੰਕਾਰ ਜਿਹੜਾ ਇਹ ਆ ਸਕਦਾ ਹੈ। ਲੈ ਦਾਨ ਲੈਣ ਵਾਲੇ ਵਿੱਚ ਜਿਹੜਾ ਉਹਦੇ ਮਨ ਵਿੱਚ ਨੀਵਾਂਪਨ ਆ ਸਕਦਾ, ਜਿਹਨੂੰ ਇਨਫੀਰੀਟੀ ਕੰਪਲੈਕਸ ਕਹਿੰਦੇ ਨੇ। ਪਰ ਗੁਰਮਤ ਵਿੱਚ ਇਸ ਸਮੱਸਿਆ ਨੂੰ ਬੜੇ ਹੀ ਸੁੰਦਰ ਢੰਗ ਨਾਲ ਨਜਿੱਠਿਆ ਗਿਆ ਹੈ। ਤੇ ਹਰ ਇੱਕ ਨੂੰ ਇਹ ਉਪਦੇਸ਼ ਹੈ ਕਿ ਕਿਸੇ ਨੂੰ ਦਾਨ ਦੀ ਬਜਾਏ ਦਸਵੰਤ ਗੁਰੂ ਦੇ ਭੇਟ ਕਰੋ, ਹਮਦਰਦੀ ਨਾਲ, ਚੁੱਪਚਾਪ, ਮਨੁੱਖਤਾ ਦੀ ਭਲਾਈ ਲਈ। तो सिक्खी विच दान शब्द प्रचलित है, पर इस शब्द प्रति सत्कार नहीं है, क्योंकि दान लेना सिख दे सुभाव विच ही नहीं। इस तरह दान व्यक्तिगत संकल्प है ते दसवंत जिहड़ा इस जिहड़ा संस्थागत इंस्टीट्यूशनल सिद्धांत है। गरीब दा मुंह गुरु दी गोलक। तो मनुखते दे भले लई जिन्हां नूं पहले धर्मसाल कहा जांदा सी, बाद विच इक गुरुद्वारे दा रूप हो गया। ते गुरुद्वारे भाई कान सिंह नाभे दी जिहड़ी डेफिनेशन गुरुद्वारे दी महान कोश विच है। हाँ जी, गुरुद्वारा केवल आत्मक सौम्य का स्थान ही नहीं है, गुरुद्वारा भुखे लिए अन्नापूर है, विद्यार्थी लिए पाठशाला है, यात्री लिए यात्री निवास है, रोगी लिए दवाखाना है। यानी आत्मक लोड़ ते शरीरक लोड़तां दी पूर्ति गुरुद्वारा संस्था है। तो इसलिए साडा जिहड़ा अज दा विषय है, एक चंगा मनुख किवें बने, सिक्ख्या एक चंगा सिख किवें बने। चंगा मनुख वही हो सकता है जो संसारी है, गृहस्थी है, किरती है, दानी है, समाज की अगवाई ते सेवा करने में तत्पर है। तो गुरु साहब ने इस तब्दीली नाल
ਭਾਰਤੀ ਸਮਾਜ ਵਿੱਚ ਇੱਕ ਬੜੀ ਨਵੀਂ ਕ੍ਰਾਂਤੀ ਪੈਦਾ ਕੀਤੀ। ਔਰ ਕਿਆ ਕਮਾਲ ਦਾ ਪਹਿਲੇ ਪਾਤਸ਼ਾਹ ਦਾ ਫਰਮਾਨ ਹੈ, ਗਾਲ ਖਾਏ ਕਿ ਛੱਥੋਂ ਦੇ, ਨਾਨਕ ਰਾਹ ਪਛਾਣੇ ਸੇ। ਤੋ ਮਤਲਬ ਇਹ ਹੈ ਕਿ ਇਹ ਜਿਹੜਾ ਕਿਛ ਹੱਥੋਂ ਦੇ ਹੈ, ਇਹ ਸਰਬੱਤ ਦੇ ਭਲਾ ਲਈ ਹੈ। ਤੋ ਗੁਰਦੁਆਰੇ ਜਿਹੜੇ ਨੇ ਸਾਡੇ ਸਿੱਖੀ ਜੀਵਨ ਜਾਂਚ ਦੇ ਸੋਮੇ ਨੇ, ਤੇ ਇਹ ਜਿਹੜਾ ਦਸਵੰਤ ਹੈ ਜਾਂ ਸੇਵਾ ਹੈ, ਇਹ ਗੁਰਦੁਆਰੇ ਦੇ ਥਰੂ ਜਿਹੜੀ ਹੈ ਇਹ ਪੂਰੀ ਸੰਸਾਰ ਦੇ ਵਿੱਚ, ਪੂਰੀ ਮਨੁੱਖਤਾ ਦੇ ਵਿੱਚ ਕੀਤੀ ਜਾਂਦੀ ਹੈ। ਇਹ ਧਰਮਾਂ ਦੇ ਸਥਾਨਾਂ ਵਾਂਗ ਕੇਵਲ ਪੂਜਾ ਪਾਠ ਦਾ ਸਥਾਨ ਨਹੀਂ ਹੈ, ਬਲਕਿ ਇਹ ਧਾਰਮਿਕ, ਸਮਾਜਿਕ, ਵਿਦਿਅਕ ਤੇ ਸਭਾਚਾਰਕ ਕੇਂਦਰ ਵੀ ਹੈ। ਜਿਵੇਂ ਮੈਂ ਭਾਈ ਕਾਹਨ ਸਿੰਘ ਨਾਭਾ ਦੀ ਜਿਹੜੀ ਹੈ ਉਹ ਇੱਕ ਡੈਫੀਨੇਸ਼ਨ ਗੁਰਦੁਆਰੇ ਦੀ ਜਿਹੜੀ ਹੈ ਉਹ ਕਹੀ ਹੈ। ਤੋ ਆਤਮ ਪਦ ਦੀ ਪ੍ਰਾਪਤੀ ਵਾਸਤੇ ਜਿਹੜੇ 3 ਪ੍ਰਕਾਰ ਦੀਆਂ ਸੇਵਾਵਾਂ ਵੀ ਗੁਰਮਤਿ ਦੇ ਵਿੱਚ ਜਿਹੜੀਆਂ ਨੇ ਉਹ ਪ੍ਰਵਾਨਿਤ ਨੇ। ਇੱਕ ਹੈ ਤਨ ਦੀ ਸੇਵਾ, ਇੱਕ ਹੈ ਮਨ ਦੀ ਸੇਵਾ, ਇੱਕ ਹੈ ਧਨ ਦੀ ਸੇਵਾ। ਇਹ ਤਿੰਨਾਂ ਸੇਵਾ ਜਿਹੜੀਆਂ ਨੇ ਇਹ, ਪਰ ਹੁਣ ਸਿਰਫ ਗੱਲ ਸਮਝਣ ਵਾਲੀ ਇਹ ਹੈ ਕਿ ਜਿਹੜੀ ਅੱਜ ਜਿਹੜੀ ਸੇਵਾ ਅਸੀਂ ਦੇਖ ਰਹੇ ਹਾਂ ਉਹ ਸਿਰਫ ਗੁਰਦੁਆਰਿਆਂ ਦੀ 4 ਦੀਵਾਰੀ ਤੱਕ ਸੀਮਤ ਹੈ। ਤਾਂ ਇਸ ਲਈ ਇਸ ਵਿਸ਼ੇ ਨੂੰ ਜਿਹੜਾ ਹੈ, ਕਿਉਂਕਿ ਜਿਹੜੀ ਸੇਵਾ ਹੈ ਇਹ ਗੁਰਦੁਆਰਾ ਦੇ ਪ੍ਰਬੰਧ ਦਾ ਇੱਕ ਹਿੱਸਾ ਬਣ ਗਿਆ ਹੈ। ਸਵਾਲ ਹੈ ਕਿ ਆਮ ਸਿੱਖ ਨੂੰ ਸੇਵਾ ਦਾ ਅੱਜ ਦੇ ਯੁੱਗ ਅਨੁਸਾਰ ਕਨਸੈਪਟ ਸਮਝਣਾ ਪਵੇਗਾ। ਇਹ ਸਾਡੀ ਸਿੱਖ ਕੌਮ ਦੀ ਜਿਹੜੀ ਹੈ, ਨਿੱਕੀ ਜੀ ਕੌਮ ਦੀ ਪ੍ਰਤਿਸ਼ਠਾ ਦਾ ਸਵਾਲ ਹੈ। ਜੇ ਅਸੀਂ ਆਪਣੇ ਧਰਮ ਨੂੰ, ਆਪਣੇ ਸੱਭਿਆਚਾਰ ਨੂੰ ਬਚਾਉਣਾ ਚਾਹੁੰਦੇ ਹਾਂ ਤਾਂ ਆਪਣੀ ਕੌਮ ਦੇ ਆਉਣ ਵਾਲੀ ਪਨੀਰੀ ਲਈ ਇਹ ਸੇਧ ਦੇਣੀ ਪਵੇਗੀ ਕਿ ਇਹ ਜਿਹੜਾ 2 ਕਨਸੈਪਟ ਨੇ ਸਾਡੇ, ਇਹ ਇੱਕ ਸੇਵਾ ਦਾ ਔਰ ਇੱਕ ਦਸਵੰਤ ਦਾ, ਇਹਨੂੰ ਅਸੀਂ ਅੱਜ ਦੇ 21ਵੀਂ ਸੈਂਚੁਰੀ ਦੇ ਵਿੱਚ ਇਸ ਨੂੰ ਕਿਸ ਤਰ੍ਹਾਂ ਜਿਹੜੀ ਹੈ ਉਹ ਇਸ ਨੂੰ ਕਿਸ ਤਰ੍ਹਾਂ ਆਪਣੇ ਇਸ ਨੂੰ ਪ੍ਰੈਕਟੀਕਲ ਰੂਪ ਦਿੱਤਾ ਜਾਵੇ। ਦੇਖੋ, ਜਿਸ ਸੇਵਾ ਦੇ ਆਦਰਸ਼ ਰਾਹੀਂ ਕ੍ਰਿਸਚੀਅਨਿਟੀ ਪੂਰੇ ਸੰਸਾਰ ਵਿੱਚ ਫੈਲ ਗਈ, ਉਹ ਸੇਵਾ ਅਸੀਂ ਸਿਰਫ ਗੁਰਦੁਆਰਿਆਂ ਦੀ 4 ਦੀਵਾਰੀ ਤੱਕ ਸੀਮਤ ਕਰ ਦਿੱਤੀ ਹੈ। ਤਾਂ ਇਸ ਗੱਲ ਨੂੰ ਅਸੀਂ ਜ਼ਰੂਰ ਸਮਝਣਾ ਹੈ। ਤਾਂ ਇਸੇ ਲਈ ਅੱਜ ਦਾ ਜਿਹੜਾ ਸਾਡਾ ਇਹ ਵਿਸ਼ਾ, ਇਹ ਵਿਸ਼ਾ ਹੈ ਕਿ ਹੁਣ ਅੱਜ ਦਾ ਸਵਾਲ ਵੀ ਇਹੀ ਹੈ ਕਿ ਇੱਕ ਆਦਰਸ਼ ਸੇਵਾ ਕੀ ਹੈ, ਸੇਵਾ ਲਈ ਸੰਤੋਖ ਨੂੰ, ਪ੍ਰੇਮ ਨੂੰ ਆਪਣੇ ਜੀਵਨ ਦਾ ਅਹਿਮ ਹਿੱਸਾ ਕਿਸ ਤਰ੍ਹਾਂ ਬਣਾਉਣਾ ਹੈ। ਇਸ ਲਈ ਸਾਨੂੰ ਸੇਵਾ ਦੇ ਕਨਸੈਪਟ ਨੂੰ ਸਮਝਣਾ ਪਏਗਾ। ਤਾਂ ਮੈਂ ਇਹ ਵਿਸ਼ਾ ਅੱਜ ਦਾ ਸਾਡੇ ਵਿੱਚ ਮੇਰੇ ਬੜੇ ਸਤਿਕਾਰਯੋਗ ਰਿਸਪੈਕਟਡ ਸਰ ਪ੍ਰਿੰਸੀਪਲ ਨਰਿੰਦਰਪਾਲ ਸਿੰਘ ਜੀ ਨੇ ਉਹ ਇਸ ਵਿਸ਼ੇ ਨੂੰ ਸੇਵਾ ਤੇ ਦਸਵੰਤ, ਕਿਉਂਕਿ ਇਹ ਦੋਨੋਂ ਇੰਟਰਕਨੈਕਟਡ ਵੀ ਨੇ, ਇਸ ਵਿਸ਼ੇ ਨੂੰ ਉਹ ਸਰ ਗੁਰੂ ਗ੍ਰੰਥ ਸਾਹਿਬ ਦੀ ਰੋਸ਼ਨੀ ਵਿੱਚ ਜਾਂ ਗੁਰਮਤਿ ਦੇ ਸਿਧਾਂਤਾਂ ਅਨੁਸਾਰ ਅੱਜ ਦੇ ਇਸ ਸਮੇਂ ਵਿੱਚ ਇਹਨਾਂ 2 ਕਨਸੈਪਟਾਂ ਨੂੰ, ਇਹਨਾਂ 2 ਸਿਧਾਂਤਾਂ ਨੂੰ ਸਾਨੂੰ ਕਿਸ ਤਰ੍ਹਾਂ ਆਪਣੇ ਬੱਚਿਆਂ ਤੱਕ ਜਾਂ ਆਪਣੀ ਅਗਲੀ ਆਉਣ ਵਾਲੀ ਪਨੀਰੀ ਦੇ ਵਿੱਚ ਇਸ ਨੂੰ, ਇਸ ਦਾ ਰੂਪ ਕੀ ਹੋਣਾ ਚਾਹੀਦਾ ਹੈ, ਉਸ ਬਾਰੇ ਆਪਣੇ ਵਿਚਾਰ ਪੇਸ਼ ਕਰਨਗੇ ਸਰ ਪ੍ਰਿੰਸੀਪਲ ਨਰਿੰਦਰਪਾਲ ਸਿੰਘ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਮਸ਼ਹੂਰ ਹਾਂ ਚੇਅਰਮੈਨ ਸਾਹਿਬ ਦਾ, ਜਿਨ੍ਹਾਂ ਨੇ ਬੜੇ ਵਿਸਤਾਰ ਦੇ ਅੰਦਰ ਸੇਵਾ ਔਰ ਦਸਵੰਤ ਦੀ ਜਿਹੜੀ ਭੂਮਿਕਾ ਹੈ ਉਹਦੀ ਇੰਟਰੋਡਕਸ਼ਨ ਇਹ ਕਾਫੀ ਵਿਸਤਾਰ ਦੇ ਵਿੱਚ ਦੇ ਦਿੱਤੀ ਹੈ, ਤੇ ਇੱਕ ਕਿਸਮ ਦੀ ਇੱਕ ਆਊਟਲਾਈਨ ਹੀ ਬਣ ਗਈ ਹੈ ਕਿ ਹੁਣ ਸਿਰਫ ਇਹਦੇ ਫਿਲਮ ਦੀ ਬਲੈਂਕਸ ਹੀ ਕਰਨ ਦੀ ਲੋੜ ਹੈ। ਦੇਖਿਆ ਜਾਵੇ, ਸੇਵਾ ਕਰਤ ਹੋਏ ਮਹਿਕਾਮੇ ਕਿਸ ਕੋ ਹੋਤ ਪ੍ਰਾਪਤ। ਮਨੁੱਖ ਦੀਆਂ ਕਾਮਨਾਵਾਂ ਖਤਮ ਹੋ ਜਾਂਦੀਆਂ ਨੇ ਜੇ ਮਨੁੱਖ ਸੇਵਾ ਦੇ ਵਿੱਚ ਲੱਗ ਜਾਏ। ਸੇਵਾ ਉਹ ਆਦਰਸ਼ ਹੈ, ਜਿਵੇਂ ਆਪ ਜੀ ਦੱਸਦੇ ਸਨ ਕਿ ਭਾਰਤੀ ਪਰੰਪਰਾ ਦੇ ਅੰਦਰ ਸੇਵਾ ਦੀ ਗੱਲ ਨਹੀਂ ਹੈ, ਬਿਲਕੁਲ ਠੀਕ ਹੈ। ਹੁਣ ਜਿਹੜਾ ਅਸੀਂ ਕਦਰਾਂ ਕੀਮਤਾਂ ਦੀ ਗੱਲ ਕਰੀਏ, ਵੈਲਿਊ ਸਿਸਟਮ ਦੀ ਗੱਲ ਕਰੀਏ, ਤਾਂ ਇੰਡੀਅਨ ਵੈਲਿਊ ਸਿਸਟਮ ਦੇ ਅੰਦਰ ਧਰਮ, ਅਰਥ, ਕਾਮ ਤੇ ਮੋਕਸ਼ ਇਹਦੀ ਸੇਵਾ ਨਹੀਂ ਹੁੰਦੀ। ਪਰ ਗੁਰਬਾਣੀ ਦੇ ਅੰਦਰ ਇਸੇ ਗੱਲ ਦਾ ਖੁਲਾਸਾ ਕਰ ਦਿੱਤਾ, 4 ਪਦਾਰਥ ਜੇ ਕੋ ਮੰਗੇ 7 ਜਣਾ ਕੀ ਸੇਵਾ ਲਾ। 4 ਪਦਾਰਥ ਕਾਮ, ਧਰਮ, ਅਰਥ, ਕਾਮ, ਮੋਕਸ਼ ਦੀ ਗੱਲ ਆਖੀ ਵੀ ਜਿਹੜਾ ਇਹਨਾਂ ਨੂੰ ਮੰਗਦਾ ਹੈ, ਜਿਹੜਾ ਇਹਨਾਂ ਆਦਰਸ਼ਾਂ ਦੇ ਤੋਂ ਰਹਿ ਜਾਂਦਾ ਹੈ,
सब तो सर्वोत्तम गल है कि वो सेवा च लग जाए। सेवा करेगा तो चारों पदार्थ पीछे अपने आप तुर पैणगे। हुण सेवा जिवें ढिल्लन साहब दस रहे सन कि सेवा जिहड़ी है ਉਹ ਤਨ ਦੀ, ਮਨ ਦੀ, ਧਨ ਦੀ ਤਿੰਨੋਂ ਤਰ੍ਹਾਂ ਨਾਲ ਕੀਤੀ ਦੇਖਿਆ ਜਾਵੇ ਤਾਂ ਸਾਡੇ ਪੂਰੇ ਸੰਸਾਰ ਦੇ ਅੰਦਰ ਸਾਡੇ ਜੀਵਨ ਦਾ ਆਧਾਰ ਹੀ ਸੇਵਾ ਹੈ। ਜਿਵੇਂ ਪ੍ਰਿੰਸੀਪਲ ਗੰਗਾ ਸਿੰਘ ਜੀ ਨੇ ਗੱਲ ਇਹ ਬੜੇ ਵਿਸਥਾਰ ਦੇ ਨਾਲ ਸਮਝਾਉਣ ਦੀ ਕੋਸ਼ਿਸ਼ ਕੀਤੀ ਕਿ ਸੇਵਾ ਸਾਡੇ ਸਾਰੇ ਸਮਾਜਿਕ ਜੀਵਨ ਦਾ ਆਧਾਰ ਹੈ। ਦੇਖ ਲਓ ਕਿਸੇ ਵੀ ਕੰਮ ਨੂੰ ਲੈ ਲਓ, ਕਿਸਾਨ ਹੈ ਫਸਲ ਬੀਜਦਾ ਪਰ ਵੇਖੋ ਕਿ ਫਸਲ ਬੀਜਣ ਤੋਂ ਪਹਿਲਾਂ ਉਹ ਵੀ ਤਾਂ ਸਨ ਖਾਨਾ ਬਦੋਸ਼, ਉਹ ਵੀ ਤਾਂ ਸਨ ਅਰਲੀ ਮਨੁੱਖ, ਜਿਹੜਾ ਆਦ ਮਨੁੱਖ ਕਿਹਾ ਜਾਂਦਾ ਹੈ, ਜਿਹੜਾ ਕਿ ਜੰਗਲਾਂ ਵਿੱਚ ਘੁੰਮਦਾ ਫਿਰਦਾ ਸੀ ਤੇ ਕਿਵੇਂ ਉਸ ਨੂੰ ਇਹ ਕਣਕ ਲੱਭੀ ਜਾਂ ਅਨਾਜ ਲੱਭਿਆ ਤੇ ਉਹਨੇ ਖੇਤੀ ਕਰਨੀ ਸ਼ੁਰੂ ਕੀਤੀ, ਐਗਰੀਕਲਚਰ ਸ਼ੁਰੂ ਕੀਤੀ ਤੇ ਕਲਚਰ ਸ਼ੁਰੂ ਹੋ ਗਈ, ਸੱਭਿਆਚਾਰ ਸ਼ੁਰੂ ਹੋ ਗਿਆ। ਤੇ ਜਿਸਨੇ ਵੀ ਇਹ ਬੀਜ ਲੱਭਾ ਉਹਨੇ ਵੀ ਤਾਂ ਸੇਵਾ ਹੀ ਕੀਤੀ ਹੈ ਨਾ। ਤੇ ਜਿਸਨੇ ਇਹ ਸੇਵਾ ਪ੍ਰਾਰੰਭ ਕੀਤੀ, ਅੱਜ ਵੇਖੋ ਪੂਰੇ ਸੰਸਾਰ ਦੇ ਅੰਦਰ ਇਹ ਜਿਹੜੀ ਸੇਵਾ ਚੱਲ ਰਹੀ ਹੈ। ਹੁਣ ਅਸੀਂ ਕੇਵਲ ਇੱਕ ਜੋ ਪੂਰਨੇ ਪਾ ਦਿੱਤੇ ਗਏ ਨੇ ਉਹਨਾਂ ਉੱਤੇ ਤੁਰਨ ਦੀ ਹੀ ਲੋੜ ਹੈ। ਹੁਣ ਮਾਂ ਬੱਚੇ ਨੂੰ ਜਨਮ ਦਿੰਦੀ ਹੈ, ਜੇਕਰ ਮਾਂ ਦੇ ਅੰਦਰ ਉਹ ਸੇਵਾ ਭਾਵਨਾ ਨਾ ਹੋਏ ਤੇ ਬੱਚਾ ਪੱਲੇ ਕਿੱਥੋਂ? ਕਿਉਂਕਿ ਮਨੁੱਖ ਦਾ ਬੱਚਾ ਹੀ ਹੈ ਜਿਸ ਦਾ ਡਿਪੈਂਡੈਂਸੀ ਪੀਰੀਅਡ ਇੰਨਾ ਲੰਮਾ ਹੈ। ਪਹਿਲਾਂ ਤਾਂ 9 ਮਹੀਨੇ ਗਰਭ ਦੇ ਵਿੱਚ ਤੇ ਉਸ ਤੋਂ ਬਾਅਦ ਜਦ ਤੱਕ ਉੱਠਣ ਬੈਠਣ ਯੋਗ ਨਹੀਂ ਹੁੰਦਾ, ਅਸਹਾਏ ਹੈ, ਡਿਪੈਂਡੈਂਟ ਹੈ। ਮਾਂ ਉਹਨੂੰ ਜੇਕਰ ਉਹਦੀ ਦੇਖਭਾਲ ਨਾ ਕਰੇ ਤੇ ਉਹ ਕਿਵੇਂ ਆਪਣੇ ਪੈਰਾਂ ਤੇ ਖਲੋਵੇ। ਸੋ ਸੇਵਾ ਆਧਾਰ ਹੈ ਸਾਡੇ ਸਮਾਜਿਕ ਜੀਵਨ ਦਾ। ਸੇਵਾ ਤੋਂ ਭਾਵ ਵੀ ਇਹ ਹੈ ਕਿ ਮੈਂ ਆਪਣੇ ਵਾਸਤੇ ਨਹੀਂ, ਕਿਸੇ ਦੂਜੇ ਦੀ ਖਿਦਮਤ ਕਰ ਰਿਹਾ। ਤੇ ਇਹ ਜਿਹੜੀ ਸੇਵਾ ਹੁੰਦੀ ਹੈ, ਦੇਖਿਆ ਜਾਵੇ ਅੱਜ ਸਮਾਜ ਦੇ ਅੰਦਰ ਹਰ ਕੋਈ ਕਹਿ ਰਿਹਾ ਮੈਂ ਜੀ, ਜਿਵੇਂ ਕਹਿ ਦਿੱਤਾ ਜਾਂਦਾ ਹੈ ਐਮਪਲੋਇਮੈਂਟ ਸੈਕਟਰ ਹੈ, ਕੋਈ ਸਰਵਿਸ ਸੈਕਟਰ ਹੈ, ਕੋਈ ਪ੍ਰੋਡਕਸ਼ਨ ਸੈਕਟਰ ਹੈ, ਕੋਈ ਐਗਰੀਕਲਚਰ ਸੈਕਟਰ ਹੈ। ਤੇ ਸਰਵਿਸ ਸੈਕਟਰ ਹੈ ਜੀ ਜਿਹੜੇ ਸੇਵਾ ਕਰ ਰਹੇ ਨੇ, ਜਿਹੜੇ ਕਿ ਕਿਸੇ ਦਫ਼ਤਰ ਵਿੱਚ ਲੱਗੇ ਹੋਏ ਨੇ, ਕਿਸੇ ਕੰਪਨੀ ਵਿੱਚ ਲੱਗੇ ਨੇ ਤੇ ਉਹ ਆਪਣੇ ਆਪ ਨੂੰ ਕਹਿੰਦੇ ਅਸੀਂ ਸਰਵਿਸ ਕਰ ਰਹੇ ਹਾਂ। ਹੁਣ ਇਸ ਤਰ੍ਹਾਂ ਦੇਖੀਏ ਤਾਂ ਸੇਵਾ ਉਹ ਵੀ ਹੈ ਪਰ ਉਹ ਸਾਕਾਮ ਹੈ, ਕਿਸੇ ਕਾਮਨਾ ਰਹਿਤ ਹੈ। ਤੁਹਾਨੂੰ ਉਹਦੇ ਇਸ ਦੇ ਅੰਦਰ ਉਹਦੇ ਬਦਲੇ ਦੇ ਵਿੱਚ ਕੁਝ ਮਿਲ ਰਿਹਾ, ਤੁਸੀਂ ਤਨਖਾਹ ਲੈ ਰਹੇ ਹੋ। ਹੁਣ ਇੱਥੇ ਇੱਕ ਫਰਕ ਕਰਨ ਦੇ ਲਈ ਭਾਈ ਮੰਝ ਦੀ ਸਾਖੀ ਆਉਂਦੀ ਹੈ। ਗੁਰੂ ਅਰਜਨ ਪਾਤਸ਼ਾਹ ਦੇ ਵੇਲੇ ਭਾਈ ਮੰਝ ਪਿੰਡ ਦਾ ਚੌਧਰੀ ਹੈ, ਸਾਖੀ ਸਰਵਰ ਹੈ। ਤੇ ਜਦੋਂ ਉਹ ਗੁਰੂ ਘਰ ਦੇ ਵਿੱਚ ਆਇਆ ਤੇ ਉਹਨੇ ਸਾਰੇ ਤੋਂ ਪਹਿਲਾਂ ਦਾਤ ਮੰਗੀ। ਪਰ ਸਿੱਖੀ ਦੇ ਅੰਦਰ ਗੁਰੂ ਸਾਹਿਬ ਨੇ ਜਿਹੜੇ 2 ਪੈਰ ਨੇ ਨਾ ਸਿੱਖੀ ਦੇ, ਸੇਵਾ ਤੇ ਸਿਮਰਨ, ਭਾਵ ਵਾਹਿਗੁਰੂ ਨੂੰ ਯਾਦ ਕਰਨਾ, ਬਾਣੀ ਪੜ੍ਹਨਾ, ਬਾਣੀ ਮਨ ਵਿੱਚ ਵਸਾਉਣਾ, ਉਸਦਾ ਜੀਵਨ ਬਤੀਤ ਕਰਨਾ, ਤੇ ਸੇਵਾ ਖਿਦਮਤ, ਸੰਗਤ ਦੀ ਸੇਵਾ, ਗੁਰੂ ਜਿਹੜੀ ਸੇਵਾ ਲਾਉਂਦਾ ਹੈ ਉਹ ਕਰਨਾ। सतगुरु की सेवा सफल है जे को करे चित लाए। ये सेवा वो है जिहड़ी गुरु नूं प्रवान हो जाए। सेवक सिख पूजन सब आवे, सब गावे हर हर उत्तम बाणी, गाविया सुनिया तिनका हर थाए पाए, जिन सतगुरु की आज्ञा सत सत करवानी। सो गुरु कोलों ये सेवा मंगी जाती है, सेवा की ये दात मिलती है ते जिहड़े इस सेवा दे विच लग जांदे ने उन्हां दा पार उतारा हो जांदा है। वो भाई मंझ दी सेवा लग गई कि लंगर वास्ते लकड़ां लैके आनियां ने। हुण पहला कोई गैस वाली गल या फ्यूल वाली जिहड़ी गल है, सारे तो वड्डा स्रोत ही हुंदा सी जंगल दे विचों लकड़ां लियाओ ते वो लकड़ां बालियां जाण ਤੇ ਜਿਹੜਾ ਲੰਗਰ ਪੱਕੇਗਾ ਜਾਂ ਜਿਹੜਾ ਸਾਡਾ ਈਰਧਨ ਦਾ ਕੰਮ ਹੈ, ਜਿਹੜਾ ਫਿਊਲ ਦਾ ਕੰਮ ਹੈ, ਉਹ ਪੂਰਾ ਹੋ ਜਾਂਦਾ, ਬਾਲਣ ਦਾ ਕੰਮ ਜਿਹੜਾ ਪੂਰਾ। ਭਾਈ ਮਾਨ ਜੀ ਇਹ ਕੁਝ ਕਰਦੇ ਨੇ। ਹੁਣ ਗੁਰੂ ਪਾਤਸ਼ਾਹ ਵਾਚਦੇ ਨੇ,
ਪੁੱਛਦੇ ਨੇ, ਪਤਾ ਕਰਦੇ ਨੇ, ਭਾਈ ਮਨ ਕੋਲੋਂ ਪੁੱਛ ਲੈਂਦੇ ਨੇ, ਭਾਈ ਤੂੰ ਲੱਕੜਾਂ ਲਿਆਉਣਾ ਹੈ? ਜੀ ਹਾਂ ਲਿਆਉਣਾ। ਲੰਗਰ ਕਿੱਥੋਂ ਛਕਦੇ ਹੈ? ਜੀ ਲੰਗਰ ਵਿੱਚੋਂ ਛਕ ਲੈਂਦੇ। ਤਾਂ ਫਿਰ ਸੇਵਾ ਥੋੜਾ ਹੋਈ ਬਈ ਤੂੰ ਲੱਕੜਾਂ ਲਿਆਂਦੀਆਂ, ਲੰਗਰ ਵਿੱਚ ਪਾਈਆਂ, ਲੰਗਰ ਵਿੱਚੋਂ ਪ੍ਰਸ਼ਾਦਾ ਛਕ ਲਿਆ ਤੇ ਗੱਲ ਖਤਮ ਹੋ ਗਈ। ਹਾਂ, ਇਹ ਤਾਂ ਖਤਮ ਹੋ ਗਿਆ ਨਾ ਕਿ ਮੈਂ ਲੰਗਰ ਦੇ ਵਿੱਚੋਂ ਪ੍ਰਸ਼ਾਦਾ ਲਿਆ, ਲੰਗਰ ਵਾਸਤੇ ਸੇਵਾ ਪਾ ਦਿੱਤੀ ਤੇ ਹਿਸਾਬ ਬਰਾਬਰ ਹੋ ਗਿਆ। ਇਹ ਨਿਸ਼ਕਾਮਤਾ ਨਾ ਹੋਈ। ਹੁਣ ਉਹਨਾਂ ਨੇ ਅਗਲੇ ਦਿਨ ਤੋਂ ਸ਼ੁਰੂ ਕਰ ਦਿੱਤਾ, 2 ਬੰਡਲ ਲੱਕੜਾਂ ਦੇ ਲਿਆਣੇ, ਇੱਕ ਲੰਗਰ ਵਿੱਚ ਪਾਣਾ ਤੇ ਇੱਕ ਆਪਣੇ ਪ੍ਰਸ਼ਾਦੇ ਵਾਸਤੇ ਉਹ ਬਾਲਣ ਜਿਹੜਾ ਹੈ ਉਹਨੂੰ ਵੇਚਣਾ ਜਾਂ ਉਹਦੇ ਵਿੱਚੋਂ ਆਪਣਾ ਖਾਣਾ ਤਿਆਰ ਕਰਨਾ, ਆਪਣਾ ਲੰਗਰ ਤਿਆਰ ਕਰਨਾ। ਹੁਣ ਇਹ ਜਿਹੜੀ ਇੰਪੋਰਟੈਂਟ ਗੱਲ ਹੈ ਕਿ ਸੇਵਾ 2 ਤਰ੍ਹਾਂ ਦੀ ਹੈ, ਇੱਕ ਸਾਕਾਮ ਹੈ, ਇੱਕ ਨਿਸ਼ਕਾਮ ਹੈ। ਨਿਸ਼ਕਾਮ ਤੋਂ ਭਾਵ ਹੈ ਕਿਸੇ ਕਾਮਨਾ ਦੇ ਰਹਿਤ ਜਿਹਦੇ ਇਵਜ਼ ਵਿੱਚ ਕੁਝ ਪ੍ਰਾਪਤ ਨਾ ਕੀਤਾ ਜਾਏ, ਹਾਂ ਮੈਨੂੰ ਗੁਰੂ ਦੀ ਖੁਸ਼ੀ ਮਿਲ ਜਾਏ। ਗੁਰੂ ਨਾਨਕ ਪਾਤਸ਼ਾਹ ਦੇ ਜੀਵਨ ਵਿੱਚ ਦੇਖੀਏ ਤੇ ਆਪਣੇ ਜੀਵਨ ਦੇ ਅਖੀਰਲੇ 18 ਸਾਲ ਜਿਹੜੇ ਕਰਤਾਰਪੁਰ ਗੁਰੂ ਪਾਤਸ਼ਾਹ ਨੇ ਬਤੀਤ ਕੀਤੇ ਨੇ, ਜਿਹੜੇ ਕਿ ਉਹਨਾਂ ਨੇ ਇੱਕ ਸਿੱਖੀ ਦਾ ਮਾਡਲ ਜਿਹੜਾ ਉਹ ਤਿਆਰ ਕੀਤਾ ਤੇ ਸਿੱਖੀ ਦੇ ਮਾਡਲ ਨੂੰ ਜਿਹੜਾ ਉਹਨਾਂ ਨੇ ਸਿੱਖਾਂ ਦੇ ਵਿੱਚ ਪਰਪੱਕ ਕੀਤਾ ਕਿ ਆਪ ਆਪਣੇ ਹੱਥੀ ਉਹ ਜਿਹੜੀ ਅਨਾਜ ਉਪਜਾਇਆ, ਮੱਝਾਂ ਪਾਲੀਆਂ ਨੇ, ਦੁੱਧ ਲਿਆ, ਤੇ ਇਹ ਜਿਹੜਾ ਕਾਰਜ ਹੈ ਕਰਤਾਰਪੁਰ ਅੱਜ ਵੀ ਗੁਰੂ ਪਾਤਸ਼ਾਹ ਦੇ ਉਹ ਖੇਤ ਹਨ ਤੇ ਜਿੱਥੋਂ ਗੁਰੂ ਪਾਤਸ਼ਾਹ ਨੇ ਆਪ ਹਲ ਵਾਹਿਆ ਤੇ ਉਹਦਾ ਜਿਹੜਾ ਅਨਾਜ ਹੈ ਉਹਨੂੰ ਲੰਗਰ ਵਿੱਚ ਪਾਇਆ। ਹੁਣ ਵੇਖਿਆ ਜਾਵੇ ਤਾਂ ਗੁਰੂ ਨਾਨਕ ਪਾਤਸ਼ਾਹ ਨੇ ਪੂਰਨੇ ਪਾਏ ਕਿ ਆਪ ਆਪਣੇ ਹੱਥੀ ਜਿਹੜੀ ਮੈਂ ਗੱਲ ਕੀਤੀ ਗਈ, ਕਾਲ ਖਾਏ ਕਿਛ ਹੱਥੋਂ ਦੇ ਨਾਨਕ ਰਾਹ ਪਛਾਣੇ ਸੇ। ਹੁਣ ਇਹ ਗੱਲ ਨਹੀਂ ਹੈ ਕਿ ਮੁਖੱਟੂ ਹੋ ਕੇ ਕੰਨ ਪੜਾਏ ਕਿ ਮਨੁੱਖ ਨੂੰ ਹੋਰ ਕੰਮ ਨਹੀਂ ਲੱਭਾ ਤੇ ਜੋਗੀ ਬਣ ਗਿਆ, ਆਪਣੇ ਕੰਨ ਪੜਾ ਕੇ ਮੁਦਰਾ ਪਾ ਲਈਆਂ ਤੇ ਬਈ ਮੰਗਣ ਤੁਰ ਪਿਆ। ਬਾਈ ਮੁਖੱਟੂ ਨਹੀਂ ਬਣਨਾ, ਤੂੰ ਤਾਂ ਆਪ ਮਿਹਨਤ ਕਰਨੀ ਹੈ। ਪਹਿਲਾਂ ਆਪ ਹੱਡ ਭੰਨ ਕੇ ਮਿਹਨਤ ਕਰ, 10 ਨਵਾਂ ਦੀ ਕਿਰਤ ਕਰ, ਉਹਦੇ ਵਿੱਚੋਂ ਜੋ ਤੈਨੂੰ ਪ੍ਰਾਪਤ ਹੁੰਦਾ ਉਹ ਲੋੜਵੰਦਾਂ ਵਾਸਤੇ, ਗੁਰੂ ਘਰ ਵਾਸਤੇ ਉਹਨੂੰ ਅਰਪਣ ਕਰਨਾ। ਇਹ ਹੈ ਨਿਸ਼ਕਾਮ ਸੇਵਾ ਕਿ ਉਹਦੇ ਵਿੱਚੋਂ ਆਪਣੇ ਕਿਰਤ ਕਮਾਈ ਦੇ ਵਿੱਚੋਂ ਕੁਝ ਹਿੱਸਾ ਜਿਹੜਾ ਅਲੱਗ ਕਰਨਾ, ਗੁਰੂ ਘਰ ਵਾਸਤੇ, ਗੁਰੂ ਪੰਥ ਵਾਸਤੇ, ਸੰਗਤ ਵਾਸਤੇ, ਲੋੜਵੰਦਾਂ ਵਾਸਤੇ ਇਹ ਜਿਹੜਾ ਹਿੱਸਾ ਦੇਣਾ ਹੈ, ਜਿਹਦੇ ਵਿੱਚੋਂ ਫਿਰ ਇਵਜ਼ ਦੇ ਵਿੱਚ ਨਹੀਂ ਕੁਝ ਮੰਗਣਾ, ਉਹ ਜਿਹੜਾ ਦੇਣ ਵਾਲੀ ਗੱਲ ਹੈ। ਇਹ ਹੈ ਕਾਲ ਖਾਏ ਕੁਛ ਆਉਂਦੇ ਨਾਨਕ ਰਾਹ ਪਛਾਣੇ ਸੇ। ਪ੍ਰਭੂ ਦੇ ਦਰ ਦਾ ਮਾਰਗ ਤਾਂ ਹੀ ਪਛਾਣਿਆ ਜਾਂਦਾ ਹੈ ਜਦੋਂ ਮਨੁੱਖ ਆਪਣੀ ਕਿਰਤ ਕਮਾਈ ਦੇ ਵਿੱਚੋਂ ਕੁਝ ਦਿੰਦਾ ਹੈ। ਹੁਣ ਗੁਰੂ ਅੰਗਦ ਪਾਤਸ਼ਾਹ, ਗੁਰੂ ਨਾਨਕ ਪਾਤਸ਼ਾਹ ਨੇ ਜੇਕਰ ਗੁਰੂ ਅੰਗਦ ਭਾਈ ਲਹਿਣਾ ਜੀ ਨੂੰ ਗੁਰਿਆਈ ਸੌਂਪੀ ਹੈ ਤਾਂ 12 ਇਮਤਿਹਾਨ ਲਏ ਨੇ, 12 ਤਰ੍ਹਾਂ ਦੀ ਵੱਖ-ਵੱਖ ਸੇਵਾ ਕਰਵਾ ਕੇ ਤੇ ਉਹਨਾਂ ਦੇ ਆਚਰਣ ਨੂੰ ਪਰਖਿਆ ਹੈ। ਕਿਉਂਕਿ ਜਦ ਤੱਕ ਮਨੁੱਖ ਸੇਵਾ ਨਹੀਂ ਕਰਦਾ ਉਹਦੇ ਆਚਰਣ ਦੀ ਘਾਟ ਨਹੀਂ ਹੋ ਸਕਦੀ, ਉਹਦੇ ਅੰਦਰ ਨਿਮਰਤਾ ਨਹੀਂ ਆ ਸਕਦੀ। ਤੇ ਇਸ ਨਿਮਰਤਾ ਦਾ ਗੁਣ ਪੱਕਾ ਕਰਨ ਵਾਸਤੇ ਹੁਣ ਉਸ ਵੇਲੇ ਦੇ ਸਮਾਜ ਦੇ ਅੰਦਰ ਜਿਵੇਂ ਗੱਲ ਕੀਤੀ ਗਈ, ਚੇਅਰਮੈਨ ਸਾਹਿਬ ਨੇ ਬੜੇ ਅੱਛੇ ਤਰੀਕੇ ਨਾਲ ਜਿਹੜੀ ਗੱਲ ਕੀਤੀ ਹੈ ਕਿ ਸਮਾਜ ਦੇ ਅੰਦਰ ਸੇਵਾ ਦੇ ਅਧਿਕਾਰੀ ਸੇਵਰ ਸ਼ੂਦਰ ਸਨ, ਵੀ ਉਹਨਾਂ ਨੇ ਉੱਪਰ ਦੇ 3 ਵਰਨਾ ਉੱਚ ਵਰਨਾ ਦਾ ਹਰ ਵੇਲੇ ਖਿਦਮਤ ਕਰਨੀ ਹੈ। ਪਰ ਗੁਰੂ ਪਾਤਸ਼ਾਹ ਨੇ ਤਾਂ ਸਿੱਖ ਦਾ ਜ਼ਰੂਰੀ ਇੱਕ ਜਿਹੜਾ ਅੰਗ ਬਣਾ ਦਿੱਤਾ, ਬਈ ਤੂੰ ਸੇਵਾ ਕਰਨੀ ਹੀ ਕਰਨੀ ਹੈ। ਹੁਣ ਚਿੱਕੜ ਦੇ ਵਿੱਚੋਂ ਕਟੋਰਾ ਕੱਢ ਕੇ ਲਿਆਣਾ, ਹੁਣ ਇਹ ਕੰਮ ਚਿੱਕੜ ਦੇ ਵਿੱਚ ਵੜਨਾ, ਉਸ ਆਪਣੇ ਤੁਹਾਡੇ ਕੱਪੜੇ ਵੀ ਖਰਾਬ ਹੋਣੇ ਨੇ, ਉਹਨੂੰ ਮਾਂਜ ਲਿਸ਼ਕਾ ਕੇ ਲਿਆਣਾ,
ਗੁਰੂ ਘਰ ਗੁਰੂ ਪਾਤਸ਼ਾਹ ਦੇ ਅੱਗੇ ਧਰਮਸਾਲ ਦੇ ਵਿੱਚ ਮੋਈ ਚੂਹੀ ਹੈ, ਉਹਨੂੰ ਚੁੱਕ ਕੇ ਸੁੱਟਣਾ ਹੈ ਚੰਡਾਲਾਂ ਦਾ ਕੰਮ। ਪਰ ਗੁਰੂ ਅੰਗਦ ਭਾਈ ਲਹਿਣਾ ਜੀ ਨੇ ਤਾਂ ਇਸ ਨੂੰ ਖਿੜੇ ਮੱਥੇ ਪ੍ਰਵਾਨ ਕੀਤਾ ਵੀ ਹੁਣ ਇਹ ਘਾੜਤ ਪੂਰੀ ਹੋ ਗਈ ਹੈ, ਹੁਣ ਮੁਰਦੇ ਨੂੰ ਖਾਣਾ ਜਿਹੜੀ ਅਖੀਰਲੀ ਸਾਰਿਆਂ ਤੋਂ ਵੱਡੀ ਜਿਹੜੀ ਪਰਖ ਕੀਤੀ ਗੁਰੂ ਨਾਨਕ ਪਾਤਸ਼ਾਹ ਨੇ। ਹੁਣ ਇਹ ਸੇਵਾ ਨੂੰ ਦ੍ਰਿੜ ਕਰਾਇਆ ਸੀ ਤੇ ਇਸ ਸੇਵਾ ਦੀ ਬਦੌਲਤ ਪੁੱਤਰੀ ਕੋਲ ਨਾ ਪਾਲੀ, ਪੁੱਤਰਾਂ ਨੇ ਤੇ ਕੋਲ ਨਹੀਂ ਪਾਲਿਆ ਗੁਰੂ ਨਾਨਕ ਪਾਤਸ਼ਾਹ ਨੇ ਵੀ ਇੰਨੇ ਸੇਵਕ ਬੈਠੇ ਨਸੀਬ ਕਰਕੇ, ਪਰ ਜੇ ਭਾਈ ਲਹਿਣਾ ਜੀ ਨੇ ਪਾਇਆ ਤਾਂ ਉਹਨਾਂ ਦੇ ਸਿਰ ਦੇ ਉੱਤੇ ਛਤਰ ਝੂਲਿਆ ਹੈ ਕਿ ਇਹ ਜਿਹੜੀ ਗੁਰਿਆਈ ਜਿਹੜੀ ਹੈ ਗੁਰੂ ਨਾਨਕ ਪਾਤਸ਼ਾਹ ਨੇ ਭਾਈ ਲਹਿਣਾ ਜੀ ਨੂੰ ਦੇਖ ਕਰਕੇ ਇੱਕ ਵੱਡਾ ਇਨਕਲਾਬ ਲਿਆਂਦਾ ਕਿ ਸੇਵਾ ਕਿੰਨਾ ਉੱਚਾ ਰੁਤਬਾ ਸਿੱਖੀ ਦੇ ਵਿੱਚ ਰੱਖਦੀ ਹੈ। ਤੇ ਇਸੇ ਕਰਕੇ ਗੁਰੂ ਨਾਨਕ ਪਾਤਸ਼ਾਹ ਜੀ ਨੇ ਸੇਵਾ ਨੂੰ ਸਾਰਿਆਂ ਤੋਂ ਉੱਚੀ ਕਦਰ ਕੀਮਤ ਸਿੱਖੀ ਦੇ ਵਿੱਚ ਸਥਾਪਿਤ ਕੀਤਾ ਹੈ। ਗੁਰੂ ਅਮਰਦਾਸ ਜੀ 62 ਸਾਲ ਦੀ ਉਮਰ ਦੇ ਗੁਰੂ ਅੰਗਦ ਪਾਤਸ਼ਾਹ ਦੇ ਦਰਬਾਰ ਦੇ ਵਿੱਚ ਸੇਵਾ ਵਿੱਚ ਲੱਗਦੇ ਨੇ, ਰੋਜ਼ ਗਾਗਰ ਭਰ ਕੇ ਲਿਆਣੀ ਤੇ 12 ਸਾਲ ਇਹ ਸੇਵਾ ਕਰਦੇ ਰਹੇ ਨੇ। ਗੁਰੂ ਅਮਰਦਾਸ ਜੀ ਨੇ ਜੇਕਰ ਗੁਰੂ ਰਾਮਦਾਸ ਜੀ ਨੂੰ ਯੋਗ ਜਾਣਿਆ ਹੈ ਤਾਂ ਥੜੇ ਬਣਵਾਏ ਨੇ, ਹੁਣ ਥੜੇ ਦੋਨੋਂ ਜਵਾਈਆਂ ਨੇ ਬਣਾ ਕੇ ਦਿੱਤੇ ਨੇ, ਪਰ ਹਰ ਵਾਰੀ ਔਖੇ ਹੋ ਗਏ। ਪਰ ਭਾਈ ਜੇਠਾ ਜੀ ਗੁਰੂ ਅਮਰਦਾਸ ਜੀ ਦੇ ਅੱਗੇ ਹੱਥ ਜੋੜ ਕੇ ਕਹਿੰਦੇ ਕਿ ਮੈਨੂੰ ਆਪ ਜੀ ਦੇ ਹੁਕਮ ਦੀ ਸਮਝ ਨਹੀਂ ਆਈ, ਮੈਂ ਹੀ ਗਲਤ ਹਾਂ, ਮੈਂ ਨਹੀਂ ਸਮਝ ਸਕਿਆ। ਉਧਰੋਂ ਰਾਮਾ ਜੀ ਨੇ ਇਹ ਗੱਲ ਕਹਿਤੀ ਵੀ ਤੁਸੀਂ ਬਜ਼ੁਰਗ ਹੋ, ਤੁਸੀਂ ਆਪ ਕਹਿ ਕੇ ਭੁੱਲ ਜਾਂਦੇ ਹੋ। ਨਿਮਰਤਾ ਦੱਸਣੀ ਸੀ, ਹੁਕਮ ਮੰਨਣ ਦੀ ਗੱਲ ਕਰਨੀ ਕਰਵਾਣੀ ਸੀ। ਭਾਈ ਜੇਠਾ ਜੀ ਪੂਰੇ ਉਤਰੇ ਕਿ ਬੁਰਾਈ ਦਾ ਛਤਰ ਉਹਨਾਂ ਦੇ ਸਿਰ ਵਿੱਚ ਗਿਆ। ਇਹ ਜਿਹੜੀ ਪੱਕਾ ਗੱਲ ਕੀਤੀ ਹੈ ਸੇਵਾ ਦੀ ਗੁਰੂ ਘਰ ਦੇ ਅੰਦਰ, ਉਹ ਭਾਈ ਬਹਿਲੋ ਹੈ, ਪਿੰਡ ਦਾ ਚੌਧਰੀ ਹੈ ਤੇ ਉਸ ਨੂੰ ਸੇਵਾ ਸੌਂਪੀ ਗਈ। ਹੁਣ ਪਿੰਡ ਦਾ ਚੌਧਰੀ ਹੋਵੇ, ਉਹਦੇ ਲਈ ਕਿਹੜੀ ਸੇਵਾ ਆ ਗਈ? ਬਈ ਹਰਮੰਦਰ ਸਾਹਿਬ ਬਣਨਾ, ਪੱਕੀਆਂ ਇੱਟਾਂ ਚਾਹੀਦੀਆਂ ਨੇ, ਆਵਾ ਲਗਾਣਾ ਤੇ ਆਵੇ ਦੇ ਵਾਸਤੇ ਇੱਟਾਂ ਪੱਕੀਆਂ ਕਰਨ ਵਾਸਤੇ ਜਿਹੜਾ ਮਨੁੱਖੀ ਵਿਸਟਾ ਹੈ, ਹਿਊਮਨ ਐਕਸਕ੍ਰੀਟਾ ਹੈ, ਉਹ ਚਾਹੀਦਾ। ਤੇ ਸਾਰੇ ਸ਼ਹਿਰ ਦਾ ਹਿਊਮਨ ਐਕਸਕ੍ਰੀਟਾ ਇਕੱਠਾ ਕਰਨ ਵਾਸਤੇ ਭਾਈ ਬਹਿਲੋ ਜੀ ਜਾਂਦੇ ਨੇ, ਸਾਰਾ ਇਕੱਠਾ ਕਰਦੇ ਨੇ, ਆਵੇ ਦੇ ਪਾਉਂਦੇ ਨੇ, ਇੱਟਾਂ ਪੱਕੀਆਂ ਹੁੰਦੀਆਂ ਨੇ। ਹੁਣ ਇਸ ਲਈ ਵਰ ਮਿਲਦਾ ਹੈ, ਜਿੱਥੇ ਭਾਈ ਮੰਝ ਨੂੰ ਵਰ ਮਿਲਦਾ ਹੈ ਕਿ ਜਦੋਂ ਆਪਣੀ ਸੇਵਾ ਵਿੱਚ ਪੂਰੇ ਹੁੰਦੇ ਨੇ, ਮੰਝ ਪਿਆਰਾ ਮੋਹਿ ਕੋ ਗੁਰੂ ਮੰਝ ਪਿਆਰਾ ਤੇ ਜਗ ਲੰਘਣ ਹਾਰਾ। ਹੁਣ ਭਾਈ ਬਹਿਲੋ ਆਇਆ ਤੇ ਭਾਈ ਬਹਿਲੋ ਸਭ ਤੋਂ ਪਹਿਲੋਂ, ਭਾਵ ਸਾਰਿਆਂ ਤੋਂ ਪਹਿਲਾਂ ਸ੍ਰੇਸ਼ਟ ਕਾਰਜ ਉਹਨੇ ਕੀਤਾ ਹੈ। ਸੇਵਾ ਉਹਨੇ ਬਿਨਾਂ ਕੁਝ ਝਿਜਕ ਦੇ ਇਹੋ ਜਿਹੀ ਸੇਵਾ ਦੀ ਖਿੜੇ ਮੱਥੇ ਪ੍ਰਵਾਨ ਕੀਤੀ ਗਈ ਹੈ। ਹੁਣ ਪ੍ਰਿੰਸੀਪਲ ਗੰਗਾ ਸਿੰਘ ਸੇਵਾ ਦੀ ਜਿਹੜੀ ਗੱਲ ਕਰਦੇ ਨੇ, ਕਹਿੰਦੇ ਨੇ ਸੇਵਾ ਕੇਵਲ ਹੱਥਾਂ ਨਾਲ ਹੀ ਨਹੀਂ, ਸੇਵਾ ਕੇਵਲ ਮਾਤਰ ਇਹ ਨਹੀਂ ਹੈ ਕਿ ਪਾਠਸ਼ਾਲਾ ਦੇ ਵਿੱਚ ਕਾਨੀ ਦੇ ਨਾਲ ਕਲਮ ਦੇ ਨਾਲ ਕੀਤੀ ਜਾਵੇ। ਸੇਵਾ ਤਾਂ ਤਲਵਾਰ ਨਾਲ ਵੀ, ਜੇਕਰ ਸ਼ਹਿਰ ਦੇ ਅੰਦਰ ਮੱਛਰ ਹੋਣ ਤਾਂ ਮੱਛਰਾਂ ਨੂੰ ਮਾਰਨ ਦੀ ਗੱਲ ਨਹੀਂ ਆਉਂਦੀ, ਤੇ ਜਿਹੜਾ ਮੱਛਰਾਂ ਨੂੰ ਮਾਰੇਗਾ ਤੇ ਮਨੁੱਖਾਂ ਨੂੰ ਸੁਖੀ ਵਸਾਏਗਾ। ਤੇ ਜੇਕਰ ਸਮਾਜ ਦੇ ਵਿੱਚ ਜ਼ਾਲਮ ਹੋਣ, ਐਕਸਪਲੋਇਟ ਕਰਨ ਵਾਲੇ ਲੋਕ ਹੋਣ ਤੇ ਉਹਨਾਂ ਨੂੰ ਜਿਹੜੀ ਸੋਧਣ ਦੀ ਗੱਲ ਆਵੇ ਤਾਂ ਤਲਵਾਰ ਚੁੱਕਣੀ ਵੀ ਤਾਂ ਜਾਇਜ਼ ਹੈ, ਨਿਆਂ ਦਿਵਾਣਾ ਵੀ ਤਾਂ ਜਾਇਜ਼ ਹੈ, ਤੇ ਨਿਆਂ ਦਿਵਾਨ ਵਾਸਤੇ ਤਲਵਾਰ ਚੁੱਕਣੀ ਜਿਹੜੀ ਹੈ, ਧਰਮ ਵਾਸਤੇ ਤਲਵਾਰ ਚੁੱਕਣੀ, ਇਹ ਵੀ ਤਾਂ ਇੱਕ ਸਮਾਜ ਦੀ ਬੁੱਧਮੁੱਲੀ ਸੇਵਾ ਹੈ। ਜਿਵੇਂ ਇੱਕ ਸਰਜਨ, ਹੁਣ there is difference between surgeon's knife and the knife of a convict। ਹੁਣ ਇੱਕ ਜ਼ਾਲਮ ਵੀ ਚਾਕੂ ਚੁੱਕਦਾ ਹੈ ਤੇ ਇੱਕ ਜਿਹੜਾ ਡਾਕਟਰ ਹੈ ਉਹ ਵੀ ਚਾਕੂ ਚੁੱਕਦਾ ਹੈ। ਹੁਣ ਜਿਹੜਾ ਸਰਜਨ's knife ਹੈ
ਉਹ ਸਾਡੇ ਸਰੀਰ ਦੇ ਵਿੱਚੋਂ ਜਿਹੜਾ ਦੁੱਖ ਦੇਣ ਵਾਲਾ ਫੋੜਾ ਹੈ, ਦੁੱਖ ਦੇਣ ਵਾਲਾ ਜਿਹੜਾ ਵੀ ਅੰਗ ਹੈ, ਦੁੱਖ ਦੇਣ ਵਾਲੀ ਜਿਹੜੀ ਵੀ ਚੀਜ਼ ਹੈ, ਉਹਨੂੰ ਕੱਢ ਕੇ ਸੀ ਪਰੋ ਕੇ ਤੇ ਸਾਨੂੰ ਨਿਰੋਗ ਕਰਦਾ ਹੈ। ਤੇ ਇਸੇ ਤਰ੍ਹਾਂ ਜਦੋਂ ਸਮਾਜ ਦੇ ਵਿੱਚ ਜਿਹੜੇ ਜ਼ਾਲਮ ਆ ਜਾਂਦੇ, ਜਿਹੜੇ ਮਨੁੱਖਤਾ ਨੂੰ ਦੁਖੀ ਕਰਦੇ ਨੇ, ਉਹਨਾਂ ਨੂੰ ਸੋਧ ਕੇ ਸਮਾਜ ਨੂੰ ਇੱਕ ਫ੍ਰੀ ਕਰਨਾ, ਨਿਆਂ ਸਥਾਪਿਤ ਕਰਨਾ, ਇਹ ਵੀ ਤਾਂ ਵੱਡੀ ਸੇਵਾ ਹੈ। ਤੇ ਗੁਰੂ ਪਾਤਸ਼ਾਹ ਨੇ ਇਸੇ ਕਰਕੇ ਜਿਹੜਾ ਸਿੱਖ ਨੂੰ ਗੁਰੂ ਗੋਬਿੰਦ ਸਿੰਘ ਜੀ ਨੇ ਜਦੋਂ ਕਿਰਪਾਨ ਬਖਸ਼ੀ ਹੈ, ਤਾਂ ਇਹ ਕਿਰਪਾ ਤੇ ਆਨ ਹੈ। ਇਹ ਗਰੀਬ ਦੇ ਉੱਤੇ, ਨਿਤਾਣਿਆਂ ਦੇ ਉੱਤੇ, ਨਿਆਸਰਿਆਂ ਦੇ ਉੱਤੇ ਉਹਨਾਂ ਨੂੰ ਨਿਆਂ ਦਿਵਾਉਣ ਵਾਸਤੇ ਹੈ ਤੇ ਆਪਣੀ ਅਣਖ ਦੀ ਰਾਖੀ ਵਾਸਤੇ ਹੈ। ਸੋ ਇਹ ਰਣ ਤਖਤੇ ਦੇ ਵਿੱਚ ਤਲਵਾਰ ਨਾਲ ਵੀ ਹੋ ਸਕਦੀ ਹੈ, ਸਮਾਜ ਦੇ ਵਿੱਚ ਕਾਨੀ ਦੇ ਨਾਲ ਵੀ ਹੋ ਸਕਦੀ ਹੈ। ਇਸੇ ਲਈ ਤੇ ਆਪਣਾ ਜੋ ਅਸੀਂ ਕਮਾਉਂਦੇ ਹਾਂ ਉਹਦੇ ਵਿੱਚੋਂ ਕੁਝ ਹਿੱਸਾ ਗੁਰੂ ਘਰ ਵਾਸਤੇ ਅਰਪਣ ਕਰਨਾ। ਗੁਰੂ ਪਾਤਸ਼ਾਹ ਨੇ ਦਸਵੰਧ ਦੀ ਜਿਹੜੀ ਰੀਤ ਚਲਾਈ, ਭਾਵ ਆਪਣੀ ਕਮਾਈ ਦਾ 10ਵਾਂ ਹਿੱਸਾ, ਹੁਣ ਦੇਖਿਆ ਜਾਵੇ ਕਮਾਈ ਦਾ 10ਵਾਂ ਹਿੱਸਾ ਦੇਣਾ, ਇਹ ਇੱਕ ਫਿਕਸ ਕਰ ਦਿੱਤਾ ਹੈ। ਜੇਕਰ ਅਸੀਂ ਇਸਲਾਮ ਦੇ ਜ਼ਕਾਤ ਦੀ ਗੱਲ ਕਰੀਏ, ਜ਼ਕਾਤ ਦੇ ਅਖਰੀ ਅਰਥ ਨੇ ਪਵਿੱਤਰ ਕਰਨਾ, ਸ਼ੁੱਧ ਕਰਨਾ, ਭਾਵ ਤੁਹਾਡੀ ਕਮਾਈ ਸ਼ੁੱਧ ਹੋ ਜਾਂਦੀ ਹੈ, ਤੁਹਾਡੇ ਕੋਲ ਆਪਣੀ ਧਨ ਦੌਲਤ ਸ਼ੁੱਧ ਹੋ ਜਾਂਦੀ ਹੈ, ਪਵਿੱਤਰ ਹੋ ਜਾਂਦੀ ਹੈ ਜਦੋਂ ਤੁਸੀਂ ਜ਼ਕਾਤ ਕੱਢਦੇ ਹੋ। ਤੇ ਜ਼ਕਾਤ ਕਿਹੜੀ ਕਰਨੀ ਹੈ? ਪਰ ਜੇਕਰ ਤੁਹਾਡੇ ਕੋਲ 4 ਊਂਠ ਨੇ ਤੇ ਜ਼ਕਾਤ ਦੇਣ ਦੀ ਲੋੜ ਨਹੀਂ, 4 ਤੋਂ ਵੱਧ ਨੇ ਤੇ ਤੁਹਾਨੂੰ ਇੱਕ ਭੇਟ ਦੇਣੀ ਹੈ, ਤੇ ਜੇਕਰ 10 ਨੇ ਤੇ 2 ਦੇਣੀਆਂ ਨੇ, 40 ਨੇ ਤੇ 4 ਦੇਣੀਆਂ ਨੇ। ਘੋੜੇ ਨੇ, ਘੋੜੇ ਦੀ ਕੀਮਤ ਪਾ ਕੇ ਉਹਦੇ ਹਿਸਾਬ ਨਾਲ ਜ਼ਕਾਤ ਦੇਣੀ ਹੈ। ਤੁਹਾਡੇ ਕੋਲ 200 ਦਰਾਮ ਹੈ ਤੇ ਤੁਹਾਨੂੰ ਜ਼ਕਾਤ ਦੇਣ ਦੀ ਲੋੜ ਨਹੀਂ। ਫਿਰ ਜ਼ਕਾਤ ਦੇ ਅਧਿਕਾਰੀ ਕੌਣ ਹੈ? ਸਾਰੇ ਤੋਂ ਪਹਿਲਾਂ ਵੇਖੋ ਤੁਸੀਂ ਤੁਹਾਡੇ ਰਿਸ਼ਤੇਦਾਰਾਂ ਦੇ ਵਿੱਚ ਕਿਹਨੂੰ ਸਾਰਿਆਂ ਤੋਂ ਪਹਿਲਾਂ ਲੋੜ ਹੈ, ਉਸ ਲੋੜਵੰਦ ਦੀ ਲੋੜ ਪੂਰੀ ਕਰੋ। ਤੇ ਫਿਰ ਜ਼ਕਾਤ ਦਾ ਅਧਿਕਾਰੀ ਕੌਣ? ਫਕੀਰ ਹੋਵੇ, ਯਤੀਮ ਹੋਵੇ, ਵਿਆਹ ਹੋਵੇ, ਭਾਵ ਕੋਈ ਵਿਧਵਾ ਹੋਵੇ, ਇਹਨਾਂ ਦੇ ਲਈ ਜ਼ਕਾਤ ਜਿਹੜੀ ਹੈ ਉਹ ਦਿੱਤੀ ਜਾ ਸਕਦੀ। ਪਰ ਜ਼ਕਾਤ ਕਿਧਰੇ 2.5% ਹੈ, ਕਿਧਰੇ 4% ਹੈ, ਵੱਖਰੀ ਵੱਖਰੀ ਜ਼ਕਾਤ ਤੁਹਾਡੇ ਕਮਾਈ ਦੇ ਅਨੁਸਾਰ। ਪਰ ਸਿੱਖੀ ਦੇ ਵਿੱਚ ਤਾਂ ਇੱਕ ਸਿੱਧਾ ਪ੍ਰਿੰਸੀਪਲ ਹੈ, 10ਵਾਂ ਹਿੱਸਾ ਤੁਸੀਂ ਦਸਵੰਧ ਦਾ ਦੇਣਾ ਹੈ। ਹੁਣ ਜਦੋਂ ਦਾਨ ਦੀ ਗੱਲ ਕਰਦੇ ਹਾਂ ਤੇ ਇਹਦੇ ਵੀ ਜਿਹੜੀ ਭਾਰਤੀ ਪਰੰਪਰਾ ਤੁਸੀਂ ਵੇਖਿਆ ਹੋਣਾ, ਆਮ ਤੌਰ ਤੇ ਕੋਈ ਦਾਨ ਦਿੰਦਾ, ਕੋਈ 11 ਕਰੇਗਾ, 21 ਕਰੇਗਾ, 31 ਕਰੇਗਾ, 51 ਕਰੇਗਾ, 101 ਕਰੇਗਾ, 1100 ਕਰੇਗਾ, 5100 ਕਰੇਗਾ। ਭਾਵ 5 ਕਿਉਂ ਨਹੀਂ, 5100 ਕਿਉਂ, 10,000 ਕਿਉਂ ਨਹੀਂ, 11,000 ਕਿਉਂ? ਤੇ ਸਗਨ ਵੀ ਪਾਣਾ ਤੇ ਉਹਦੇ ਨਾਲ ਜੀ ਇੱਕ ਵਧਾ ਕੇ ਦਿਓ ਜੀ। ਲਿਫਾਫੇ ਵੀ ਮਿਲਦੇ ਨੇ, 1 ਰੁਪਇਆ ਨਾਲ ਚਿਪਕਾਇਆ ਹੁੰਦਾ। ਤੇ ਪਤਾ ਜੀ ਇਹਦਾ ਆਧਾਰ ਕੀ ਹੈ, ਇਹਦਾ ਪਿੱਛੇ ਸੋਚ ਕੀ ਹੈ ਜਾਂ ਵਿਚਾਰਧਾਰਾ ਕੀ ਹੈ? ਉਹ ਕਹਿੰਦੇ ਨੇ ਸਤੀਆਂ ਮਨ ਸੰਤੋਖ ਉਪਜੇ। ਮਨ ਦੇ ਵਿੱਚ ਸਤੀ ਤਾਂ ਉਹਨੇ ਜਿਨ੍ਹਾਂ ਦੇ ਮਨ ਵਿੱਚ ਸੰਤੋਖ ਹੈ। ਬਿਨਾਂ ਸੰਤੋਖ ਦੇ ਤੇ ਸੇਵਾ ਹੋ ਹੀ ਨਹੀਂ ਸਕਦੀ। ਸੇਵ ਕੀਤੀ ਸੰਤੋਖੀ ਜਿਨੀ ਸੱਚੋ ਸੱਚ ਤੇ ਆਇਆ, ਉਹਨੀ ਮੰਦੇ ਪੈਰ ਨਾ ਰੱਖੇ, ਉਹਨ ਕਰ ਸੁਪਰੀਤ ਧਰਮ ਕਮਾਇਆ, ਉਹਨੀ ਦੁਨੀਆ ਤੋੜੇ ਬੰਦਨਾ, ਪਾਣੀ ਥੋੜਾ ਖਾਇਆ ਤੂੰ। ਆਪਣੇ ਆਪ ਦੇ ਵਿੱਚ ਲਿਮਿਟ ਨਹੀਂ ਕਰਦੇ, ਤੁਸੀਂ ਸੇਵਾ ਨਹੀਂ ਕਰ ਸਕਦੇ। ਤੇ ਦਸਵੰਧ ਦੇ ਅੰਦਰ ਗੱਲ ਇਹ ਹੈ ਵੀ ਇਹ ਸਮਝ ਲੈ ਕਿ 10ਵਾਂ ਹਿੱਸਾ ਤਾਂ ਗੁਰੂ ਘਰ ਵਾਸਤੇ ਦੇਣਾ ਹੀ ਦੇਣਾ ਹੈ, ਤੇ ਸਮਝ ਕਿ ਮੇਰੇ ਕੋਲ ਇੰਨਾ ਹੀ ਹੈ। ਤੇ ਜਦੋਂ ਦਾਨ ਦੀ ਗੱਲ ਕਰਦੇ ਹਾਂ ਤਾਂ ਮਨੁੱਖ ਵੀ ਕਹਿੰਦਾ ਕਿ ਤੂੰ ਦੇਗਾ ਨਾ ਤੇ 10 ਗੁਣਾ ਤੈਨੂੰ ਵਾਪਸ ਮਿਲੇਗਾ ਸਵਰਗਾਂ ਦੇ ਵਿੱਚ। ਤੇ ਇਸ ਕਰਕੇ 10 ਨਾ ਦੇ ਕੇ 11 ਕਰਦੇ ਆ ਕਿ ਉਹ 20 ਦੀ ਗਿਣਤੀ ਵਿੱਚ ਚਲਾ ਜਾਏਗਾ। ਹੁਣ 20 ਤੋਂ ਤੁਸੀਂ 10 ਕਰੋਗੇ, ਦਿੱਤੇ ਤੁਸੀਂ 11, ਪਰ ਗਿਣਤੀ ਤੁਹਾਡੀ 20 ਦੀ ਹੋ ਗਈ, ਕਿਉਂਕਿ 20ਵੇਂ ਦਾ ਦਹਾਕਾ ਸ਼ੁਰੂ ਹੋ ਗਿਆ। ਤੇ ਇਸ ਕਰਕੇ ਇੱਕ ਦੇ ਕੇ ਤੇ ਉਹਨੂੰ ਉੱਥੋਂ ਤੱਕ ਲੈ ਕੇ ਜਾਣਾ।
ਹੁਣ ਤੁਸੀਂ ਇੱਕ ਹਜ਼ਾਰ ਨਾ ਦੇ ਕੇ 1100 ਦੇ ਰਹੇ ਹੋ, ਭਾਵ 100 ਉੱਤੇ ਕਰਤਾ। ਹੁਣ ਉਹ 1100 1000 ਨੂੰ ਟੱਪ ਗਿਆ ਤੇ ਤੁਹਾਡੇ 2000 ਤੱਕ ਤੁਹਾਨੂੰ ਉਹਦਾ ਫਾਇਦਾ ਮਿਲਣਾ ਤੇ ਉਸ ਦਾ ਵੀ 10 ਗੁਣਾ ਮਿਲਣਾ ਕਿਉਂਕਿ ਤੁਸੀਂ ਦਾਨ ਦਿੱਤਾ। ਤੇ ਦਾਨ ਦੇ ਵਿੱਚ ਜਿਹੜੀ ਸਾਰਿਆਂ ਤੋਂ ਵੱਡੀ ਗੱਲ ਹੰਕਾਰ ਦੀ ਆ ਗਈ। ਤੁਸੀਂ ਕਿਸੇ ਨੂੰ ਸਗਨ ਪਾਣਾ ਤੇ ਸਗਨ ਵੀ ਤੁਸੀਂ ਇਉਂ ਹੀ ਪਾਉਂਦੇ ਹੋ। ਪਰ ਗੁਰੂ ਪਾਤਸ਼ਾਹ ਨੇ ਇਹਨਾਂ ਚਲਾਕੀਆਂ ਦੇ ਵਿੱਚੋਂ ਮਨੁੱਖ ਨੂੰ ਬਚਾਇਆ। ਉਹ ਭਾਈ ਸਿੱਧਾ ਰਹਿ ਭਾਈ, ਤੂੰ ਇਹ ਸਮਝ ਤੈਨੂੰ ਸਮਰੱਥ ਕੀਤਾ ਗੁਰੂ ਨੇ ਤੇ ਤੈਨੂੰ ਇਸ ਯੋਗ ਬਣਾਇਆ ਕਿ ਤੇਰੀ ਸੇਵਾ ਥਾਂ ਪਵੇ। ਅਰਦਾਸ ਸਿੱਖ ਦੀ ਇਹ ਨਹੀਂ ਹੁੰਦੀ ਕਿ ਮੈਨੂੰ ਇਹ ਮਿਲੇ ਜਾਂ ਉਹ ਮਿਲੇ। ਅਸੀਂ ਬਹੁਤੇ ਤਾਂ ਇਹੀ ਆ ਨਾ ਕਿ ਇਸ ਸੰਸਾਰ ਦੇ ਅੰਦਰ ਜਿਹੜੇ ਸੇਵਕ ਨੇ ਨਾ ਉਹ ਬੜੇ ਘੱਟ। ਕਿਹਾ ਜਾਂਦਾ ਹੈ ਕਿ ਹੈਨ ਵਿਰਲੇ ਨੇ ਸੇਵਕ। ਹੋਰ ਇਸ ਜਗ ਦੇ ਵਿੱਚ ਸੇਵਕ ਵਿਰਲੇ ਨੇ, ਪਰ ਜਿਹੜੇ ਵਿਵਹਾਰ ਕਰਨ ਵਾਲੇ ਨੇ ਉਹ ਬਥੇਰੇ ਨੇ। ਅਸੀਂ ਆਮ ਤੌਰ ਤੇ ਵਿਵਹਾਰ ਹੀ ਕਰਦੇ ਹਾਂ। ਦਾਤਾ ਇਹਲਾ ਕੰਮ ਕਰਦੇ, ਅਖੰਡ ਪਾਠ ਕਰਾਵਾਂਗੇ। ਦਾਤਾ ਇਹਲਾ ਕੰਮ ਕਰਾ ਦੇ, ਸਾਡਾ ਅਸੀਂ ਲੰਗਰ ਲਵਾਵਾਂਗੇ। ਦਾਤਾ ਇਹਲਾ ਕੰਮ ਕਰਾ ਦੇ, ਅਰਦਾਸਾਂ ਕਰਾਉਂਦੇ ਆ। ਸਾਡੀਆਂ ਸਾਰੀਆਂ ਅਰਦਾਸਾਂ ਆਮ ਤੌਰ ਤੇ ਸਾਕਾਮ ਹੁੰਦੀਆਂ ਨੇ, ਨਿਸ਼ਕਾਮ ਨਹੀਂ ਹੁੰਦੀਆਂ। ਤੇ ਗੁਰੂ ਪਾਤਸ਼ਾਹ ਨੇ ਤਾਂ ਸਾਨੂੰ ਇਹੀ ਗੱਲ ਕੀਤੀ ਹੈ ਭਾਈ, ਕਰਨਾ ਹੀ ਤਾਂ ਨਿਸ਼ਕਾਮ ਕਰ। ਇਸੇ ਸਿਲਸਿਲੇ ਦੇ ਵਿੱਚ ਜਿਹੜੀ ਮੈਨੂੰ ਗੱਲ ਯਾਦ ਆਉਂਦੀ ਹੈ ਕਿ ਮਾਰਕੋ ਸਾਹਿਬ ਵੀ ਗੱਲ ਕਿਹਾ ਕਰਦੇ ਸਨ। ਕਹਿੰਦਾ ਮੈਂ ਜਿੰਨਾ ਕਮਾਨਾ ਨਾ, ਮੈਂ ਕਰਦਾ ਕਿ 20% ਤੇ ਮੈਂ ਵਿਆਜ ਤੇ ਚੜਾ ਦੇਣਾ ਤੇ 20% ਮੈਂ ਆਪਣਾ ਕਰਜ਼ਾ ਉਤਾਰਨਾ ਤੇ 10% ਮੈਂ ਆਪਣੇ ਸਮਾਜ ਵਾਸਤੇ ਰੱਖਣਾ ਤੇ 50% ਮੈਂ ਆਪਣੇ ਤੇ ਖਰਚ ਕਰਨਾ, ਭਾਵ ਜਿੰਨਾ ਵੀ ਮੈਂ ਕਮਾਂ। ਹੁਣ ਉਹ ਕਹਿੰਦੇ ਵੀ ਪੁੱਛ ਲਿਆ ਵੀ ਉਹਨਾਂ ਨੇ 100 ਸਿਆਣਿਆਂ ਇੱਕੋ ਮੱਤ ਦੀ ਪੁਸਤਕ ਦੇ ਵਿੱਚ ਇਹ ਗੱਲ ਲਿਖੀ ਤੇ ਉਹਦੇ ਵਿੱਚ ਉਹਨਾਂ ਨੇ ਗੱਲ ਸਪਸ਼ਟ ਕੀਤੀ। ਕਹਿੰਦਾ 20% ਮੈਂ ਕਰਜ਼ਾ ਦੇਣਾ, ਕਹਿੰਦਾ ਮੈਂ ਆਪਣੇ ਜਿਹੜੀ ਸੰਤਾਨ ਹੈ ਉਹਦੇ ਵਾਸਤੇ ਆਪਣੀ ਕਮਾਈ ਦਾ 20% ਖਰਚ ਕਰਦਾ। ਮੈਂ ਬਹੁਤਾ ਵੀ ਨਹੀਂ ਖਰਚ ਕਰਦਾ, 20% ਲਿਮਿਟ ਲਗਾਈ ਹੈ ਤੇ 20% ਮੈਂ ਜਿਹੜਾ ਕਰਜ਼ ਉਤਾਰਨਾ ਉਹਦੇ ਨਾਲ ਤੇ 20% ਵਿਆਜ ਤੇ ਦੇਣਾ, ਭਾਵ ਜਿਹੜਾ ਮੈਂ ਆਪਣੇ ਬੱਚਿਆਂ ਦੇ ਉੱਤੇ ਲਗਾ ਰਿਹਾ 20% ਉਹ ਵਿਆਜ ਹੈ ਤੇ ਵਿਆਜ ਵਾਸਤੇ ਲਗਾਤਾ ਹੈ ਤੇ 20% ਕਰਜ਼ਾ ਜਿਹੜੇ ਮੇਰੇ ਮਾਪਿਆਂ ਨੇ ਮੇਰੇ ਉਹਨਾਂ ਦੀ ਸੇਵਾ ਵਾਸਤੇ ਖਰਚ ਕਰਤਾ ਤੇ 10% ਸਮਾਜ ਵਾਸਤੇ ਜਿੰਨਾ ਕੁਝ ਮੈਨੂੰ ਸਮਾਜ ਤੋਂ ਮਿਲੇ ਮੈਂ ਉਹਨੂੰ ਤੇ ਰਿਟਰਨ ਕਰਾਂ ਤੇ ਸਿਰਫ 50% ਮੈਂ ਆਪਣੇ ਆਪ ਤੇ ਖਰਚ ਕਰਨਾ। ਹੁਣ ਤੁਹਾਨੂੰ ਆਪਣੇ ਆਪ ਹੀ ਪਤਾ ਲੱਗ ਜਾਏ ਕਿ ਜਿੰਨਾ ਮੈਂ ਕਮਾਨਾ ਮੈਂ ਕਿੰਨਾ ਕੁ ਕਮਾਵਾਂਗੇ, ਉਹਦੇ ਵਿੱਚ ਮੈਂ ਆਪਣੇ ਆਪ ਉੱਤੇ ਅੱਧਾ ਹੀ ਖਰਚ ਕਰਨਾ ਹੈ। 20% ਬੱਚਿਆਂ ਤੇ 20% ਆਪਣੇ ਮਾਪਿਆਂ ਤੇ 10% ਸਮਾਜ ਵਾਸਤੇ। ਤੇ ਇਹ ਜਿਹੜੀ ਗੱਲ ਕੀਤੀ ਗਈ, ਅੱਜ ਜਦੋਂ ਅਸੀਂ ਆਪਣੇ ਸਮਾਜ ਵੱਲ ਦੇਖੀਏ ਤਾਂ ਸਾਨੂੰ ਇਹ ਗੱਲ ਬੜੇ ਧਿਆਨ ਨਾਲ ਦੇਖਣੀ ਪੈਂਦੀ ਹੈ। ਕਈ ਵਾਰੀ ਮੌਕਾ ਲੱਗਾ ਇੰਟਰਵਿਊ ਵਿੱਚ ਬੈਠਣ ਦਾ ਤੇ ਖਾਲਸਾ ਸਕੂਲ ਦੇ ਅੰਦਰ ਜਾਂ ਕਿਸੇ ਜਗ੍ਹਾ ਦੇ ਉੱਤੇ ਦੇਖਿਆ ਤੇ ਉੱਥੇ ਗੁਰਦੁਆਰੇ ਦੇ ਮੈਂਬਰ ਵੀ ਬਹਿੰਦੇ ਨੇ ਤੇ ਕਿਹਾ ਭਾਈ ਇਮਾਨਦਾਰੀ ਨਾਲ ਕਰੋ, ਇਹ ਫਲਾਣਾ ਬੰਦਾ ਜ਼ਿਆਦਾ ਯੋਗ ਹੈ, ਇਹਨੂੰ ਰੱਖ ਲਓ, ਦੂਜੇ ਨੂੰ ਛੱਡ ਦਿਓ। ਕਹਿੰਦੇ ਪਤਾ ਲੱਗ ਗਿਆ ਵੀ ਕਿਸੇ ਨੇ ਹੁਣ ਚੜਾ ਦਿੱਤਾ ਚੜਾਵਾ ਤੇ ਉਸੇ ਨੂੰ ਰੱਖਣਾ। ਇੱਕ ਨੇ ਗੱਲ ਕਰ ਵੀ ਦਿੱਤੀ, ਬਈ ਇਸ ਤਰ੍ਹਾਂ ਕਿਉਂ ਕਰਦੇ ਹੋ, ਕਿਉਂ ਗੁਰਦੁਆਰੇ ਦੇ ਪੈਸੇ ਨੂੰ ਇਸ ਤਰ੍ਹਾਂ ਖੁਰਦ ਕਰਦੇ ਹੋ। ਕਹਿੰਦਾ ਸਾਡੇ ਕਿਹੜੇ ਹਾਲ ਜਾਂ ਫੈਕਟਰੀਆਂ ਚਲਦੀਆਂ, ਅਸੀਂ ਵੀ ਇੱਥੇ ਹੀ ਕਮਾਉਣਾ। ਉਹਨੇ ਸਾਡੇ ਲਈ ਬੜੀ ਸ਼ਰਮ ਦੀ ਗੱਲ। ਜਦੋਂ ਗੁਰਦੁਆਰਾ ਸੁਧਾਰ ਲਹਿਰ ਸ਼ੁਰੂ ਹੋਈ ਤਾਂ ਉਦੋਂ ਲੀਡਰਸ ਜਿਹੜੇ ਨੇ ਇਹ ਆਖਿਆ ਕਰਦੇ ਸਨ ਕਿ ਗੁਰਦੁਆਰਿਆਂ ਕੋਲ ਇੰਨੀਆਂ ਜਾਇਦਾਦਾਂ ਨੇ, ਜੇ ਸਾਨੂੰ ਇਹ ਸਾਰੀਆਂ ਜਾਇਦਾਦਾਂ ਮਿਲ ਜਾਣ, ਗੁਰਦੁਆਰਾ ਪ੍ਰਬੰਧ ਸਾਡਾ ਏਡਾ ਚੰਗਾ ਹੋ ਜਾਏ ਤਾਂ ਅਸੀਂ ਕਿਸੇ ਸਿੱਖ ਨੂੰ ਬੇਰੁਜ਼ਗਾਰ ਨਹੀਂ ਰਹਿਣ ਦਿਆਂਗੇ। ਅਸੀਂ ਇੰਨੀ ਐਜੂਕੇਸ਼ਨ ਕਰਾਂਗੇ, ਕੋਈ ਅਨਪੜ੍ਹ ਨਹੀਂ ਹੋਏਗਾ, ਕਿਸੇ ਬੱਚੇ ਨੂੰ ਹਿੰਦੁਸਤਾਨ ਤੋਂ ਬਾਹਰ ਨਹੀਂ ਜਾਣਾ ਪਏਗਾ ਰੁਜ਼ਗਾਰ ਦੀ ਭਾਲ ਵਿੱਚ, ਅਸੀਂ ਇੱਥੇ ਮੌਕੇ ਪੈਦਾ ਕਰ ਦਿਆਂਗੇ। ਹੁਣ ਕਿੰਨੀ ਦੇਰ ਹੋ ਗਈ, 100 ਸਾਲ ਤੇ ਹੋ ਹੀ ਗਏ ਨਾ। 1920 ਦੇ ਵਿੱਚ
ਇਹ ਗੁਰਦੁਆਰਾ ਸਵਾਰ ਲੈ ਚੱਲਦੀ ਸੀ ਔਰ ਦਿਨ ਬ ਦਿਨ ਤੁਸੀਂ ਹਾਲਤ ਦੇਖਦੇ ਹੋ। ਤੇ ਅੱਜ ਜਿਵੇਂ ਕਿਹਾ ਜਾਂਦਾ, ਗੁਰੂ ਅਰਜਨ ਪਾਤਸ਼ਾਹ ਨੇ ਤਰਨ ਤਾਰਨ ਦੇ ਵਿੱਚ ਲੈਪਰੋਜ਼ੀ ਭਾਵ ਜਿਹੜੇ ਹੈ ਰੋਗ ਨੇ ਉਹਨਾਂ ਦੇ ਇਲਾਜ ਵਾਸਤੇ, ਲੈਪਰੋਜ਼ੀ ਦੇ ਇਲਾਜ ਵਾਸਤੇ ਵੱਡਾ ਹਸਪਤਾਲ ਉਸ ਵੇਲੇ ਬਣਾਇਆ, ਪਰ ਅਸੀਂ ਨਹੀਂ ਸੰਭਾਲ ਸਕੇ। ਕ੍ਰਿਸਚੀਅਨਸ ਕੋਲ ਨੇ ਉਹ ਸਾਰੇ। ਕ੍ਰਿਸਚੀਅਨਿਟੀ ਕਿੰਨੀ ਪੰਜਾਬ ਦੇ ਵਿੱਚ ਫੈਲ ਗਈ, ਕਿਸ ਕਰਕੇ ਕਿ ਜਿਹੜੇ ਇੰਨੀ ਸੇਵਾ ਭਾਵ ਦੇ ਨਾਲ ਲੋਕਾਂ ਦੀ ਸੇਵਾ ਕਰ ਰਹੇ ਨੇ। ਕਈ ਵਾਰੀ ਹਸਪਤਾਲਾਂ ਵਿੱਚ ਜਾਓ ਤੇ ਕਹਿੰਦੇ ਨੇ ਤੁਸੀਂ ਨਾਰਥ ਇੰਡੀਆ ਦੀਆਂ ਨਰਸਾਂ ਦੇਖੀਆਂ ਨਾ, ਦੇਖੋ ਸਾਊਥ ਦੀਆਂ ਕੇਰਲਾ ਵਾਲੀਆਂ ਨਰਸਾਂ ਕਿੰਨੀ ਦਿਆਨਤਦਾਰੀ ਦੇ ਨਾਲ ਕੰਮ ਕਰਦੀਆਂ ਨੇ, ਤੇ ਨਾਰਥ ਇੰਡੀਅਨ, ਹੁਣ ਸਾਰਿਆਂ ਉੱਤੇ ਨਹੀਂ ਗੱਲ ਟੁੱਟਦੀ, ਪਰ ਮੈਜੋਰਿਟੀ ਦੀ ਗੱਲ ਜਿਹੜੀ ਕੀਤੀ ਜਾਵੇ ਤਾਂ ਕੇਰਲਾਈਟਸ ਜਿਹੜੀਆਂ ਨੇ ਜ਼ਿਆਦਾਤਰ ਕ੍ਰਿਸਚੀਅਨ ਨੇ, ਨਰਸਾਂ ਨੇ, ਔਰ ਜਿੰਨੀ ਦਿਆਨਤਦਾਰੀ ਨਾਲ ਕੰਮ ਕਰ ਰਹੀਆਂ ਨੇ ਉਨੀ ਦਿਆਨਤਦਾਰੀ ਨਹੀਂ ਕਰ ਰਹੀ। ਤੇ ਇਹ ਦੇਖਿਆ ਜਾਵੇ ਤੇ ਜਿੰਨੇ ਹੁਣ ਕਨਵੈਂਟ ਸਕੂਲ ਨੇ, ਹੁਣ ਕਨਵੈਂਟ ਸਕੂਲਾਂ ਦੀ ਗੱਲ ਸੁਣ ਲਓ। ਮੈਨੂੰ ਮੌਕਾ ਲੱਗਾ ਕਨਵੈਂਟ ਸਕੂਲ ਦੇ ਵਿੱਚ ਜਾਣ ਦਾ, ਅਸੀਂ ਰੈਲਵੇਸ਼ਨ ਦੇ ਵਿੱਚ ਗਏ, ਸਕੂਲ ਦੇ ਅੰਦਰ ਕਨਵੈਂਟ ਸਕੂਲ ਸੀਗਾ, ਤੇ ਮਨਚਲੇ ਟੀਚਰ ਵੀ ਹੁੰਦੇ ਨੇ ਨਹੀਂ ਕਈ ਨਾਲ। ਉਹਨਾਂ ਨੇ ਕਿਹਾ ਤਾਂ ਮੈਡਮ ਜੀ ਤੇ ਸਾਨੂੰ ਖਾਣਾ ਖਿਲਾਓ, ਤੇ ਉਹਨੇ ਕਿਹਾ ਦਿਸ ਇਜ਼ ਐਨ ਕਨਵੈਂਟ ਸਕੂਲ, ਇਟ ਰਨਸ ਔਨ ਕਨਵੈਂਟਰੀ, ਭਾਵ ਇਹ ਦਾਨ ਦੇ ਪੈਸੇ ਨਾਲ ਚੱਲਦਾ ਹੈ। ਮੈਂ ਦਾਨ ਦੇ ਪੈਸੇ ਨੂੰ ਐਵੇਂ ਖੁਦ ਨਹੀਂ ਕਰ ਸਕਦੀ। ਹਾਂ ਤੁਸੀਂ ਖਾਣਾ ਖਾਣਾ ਹੈ ਤੇ ਮੈਂ ਆਪਣੇ ਵੱਲੋਂ ਤੁਹਾਨੂੰ ਖਾਣਾ ਖਿਲਾ ਸਕਦੀ ਹਾਂ, ਆਪਣੇ ਘਰੋਂ ਬਣਵਾ ਕੇ ਖਵਾ ਸਕਦੀ ਹਾਂ, ਪਰ ਮੈਂ ਸਕੂਲ ਦੇ ਪੈਸੇ ਨਾਲ ਤੁਹਾਨੂੰ ਖਾਣਾ ਨਹੀਂ ਖਵਾ ਸਕਦੀ। ਉਸਨੇ ਇਉਂ ਹੀ ਕੀਤਾ, ਘਰੋਂ ਖਾਣਾ ਆਇਆ, ਬਣਾਇਆ, ਤੇ ਖਾਣ ਤੋਂ ਪਹਿਲਾਂ ਉਹਨੇ ਅਰਦਾਸ ਕੀਤੀ, ਪ੍ਰੇਅਰ ਕੀਤੀ, God bless the food, God bless us. You have sent so many good teachers to my school, and bless the food so that I can serve to all of these people. ਹੁਣ ਕਨਵੈਂਟਰੀ ਦੀ ਗੱਲ ਕਿੰਨਾ ਉਸ ਪ੍ਰਿੰਸੀਪਲ ਨੇ ਉਸ ਦਾਨ ਦੇ ਪੈਸੇ ਦੇ ਉੱਤੇ ਕਿ ਮੈਨੂੰ ਖੁਦ ਨਹੀਂ ਕਰ, ਕਿੰਨਾ ਉਸਦੇ ਮਨ ਦੇ ਅੰਦਰ ਦਰਦ ਹੈ ਇਹ ਦਾਨ ਦਾ ਪੈਸਾ ਕਿਧਰੇ ਐਵੇਂ ਨਾ ਖਰਚ ਹੋ ਜਾਏ, ਐਵੇਂ ਕਿਧਰੇ ਲੱਗ। ਮੈਨੂੰ ਮੌਕਾ ਲੱਗਾ, ਹੁਣ ਮੈਂ ਜਿਹੜੇ ਕਾਲਜ ਵਿੱਚੋਂ ਪੜ੍ਹਿਆ, ਹੰਸਰਾਜ ਕਾਲਜ ਦੇ ਵਿੱਚੋਂ, ਉੱਥੋਂ ਦੇ ਜਿਹੜੇ ਫਾਊਂਡਰ ਨੇ ਜਿਨ੍ਹਾਂ ਦੇ ਨਾਂ ਦੇ ਉੱਤੇ ਕਾਲਜ ਹੈ, ਮਹਾਤਮਾ ਹੰਸਰਾਜ ਜੀ ਕਹਿੰਦੇ ਨੇ ਕਿ ਲਾਹੌਰ ਦੇ ਵਿੱਚ DAV ਕਾਲਜ ਦੇ ਅੰਦਰ ਉਹਨਾਂ ਨੂੰ ਅਪਾਇੰਟਮੈਂਟ ਮਿਲਣੀ ਸੀ। 20 ਰੁਪਏ ਉਸ ਵੇਲੇ ਪ੍ਰਿੰਸੀਪਲ ਦੀ ਤਨਖਾਹ ਹੁੰਦੀ ਸੀ, ਤੇ ਮੈਨੇਜਮੈਂਟ ਨੇ ਕਿਹਾ ਕਿ ਅਸੀਂ 20 ਤੇ ਨਹੀਂ ਦੇ ਸਕਦੇ, 11 ਦੇ ਸਕਦੇ ਹਾਂ, ਤੇ ਸਾਡੇ ਕੋਲ ਹੋਰ ਇੰਨੇ ਪੈਸੇ ਨਹੀਂ ਹਨ। ਤੇ ਕਹਿੰਦੇ ਨਾ ਹੰਸਰਾਜ ਨੇ ਗੱਲ ਕੀਤੀ ਜੀ ਮੈਨੂੰ ਇੱਕ ਦਿਨ ਦਾ ਮੌਕਾ ਦਿਓ, ਮੈਂ ਘਰ ਜਾ ਕੇ ਸਲਾਹ ਕਰ। ਉਹ ਆਪਣੇ ਵੱਡੇ ਭਰਾ ਕੋਲ ਕੇ ਕਹਿਣ ਲੱਗੇ ਵੀ ਮੈਨੇਜਮੈਂਟ 11 ਰੁਪਏ ਦੇਣਾ ਚਾਹੁੰਦੀ ਹੈ, ਪਰ ਮੈਂ ਤੇਰੇ ਕੋਲ ਪੁੱਛਣਾ ਚਾਹਨਾ, ਤੂੰ ਮੇਰੇ ਘਰ ਦਾ ਖਰਚਾ ਤੇ ਮੇਰਾ ਖਰਚਾ ਚੁੱਕ ਲੇਗਾ, ਮੈਂ ਚਾਹਨਾ ਕਿ 11 ਰੁਪਏ ਵੀ ਨਾ। ਇਸ ਤਰ੍ਹਾਂ ਹੀ ਕੀਤਾ। ਉਹਦੇ ਭਰਾ ਨੇ ਹਾਂ ਵੀ ਭਰੀ ਤੇ ਉਹਨੇ 11 ਰੁਪਏ ਲੈਣੋਂ ਨਾ ਕਰ ਦਿੱਤੀ ਕਿ ਆ ਮੈਂ ਇੰਝ ਹੀ ਸੇਵਾ ਕਰਨੀ ਹੈ। ਅੱਜ ਉਹਦੇ ਨਾਂ ਤੇ ਹੰਸਰਾਜ ਮਾਡਲ ਸਕੂਲਸ ਨੇ, ਹੰਸਰਾਜ ਕਾਲਜ ਨੇ। ਮੇਰੇ ਨਾਲ ਇੱਕ ਵਾਰੀ ਇੰਟਰਫੇਥ ਕਾਨਫਰੰਸ ਦੇ ਵਿੱਚ DAV ਸੁਸਾਇਟੀ ਦਾ ਇੱਕ ਪ੍ਰੋਫੈਸਰ ਨਾਲ ਗੱਲਬਾਤ ਇੱਕ ਪਤਾ ਲੱਗਾ, ਸਰਦੀਆਂ ਦੇ ਦਿਨ ਸਨ, ਤੇ ਉਹਨੇ ਵੇਖ ਕੇ ਕਿਹਾ ਮੇਰਾ ਇਹ ਕੋਟ ਹੈ ਨਾ, ਮੇਰੇ ਕੋਲ ਬਸ ਇੱਕੋ ਹੀ ਕੋਟ ਹੈ, ਮੈਂ ਹੋਰ ਕੋਟ ਨਹੀਂ ਲਿਆ, ਮੇਰੇ ਕੋਲ ਇਸ ਤਰ੍ਹਾਂ 2 ਹੀ ਡਰੈਸਾਂ ਨੇ, ਜਿੰਨੀ ਤਨਖਾਹ ਹੈ ਮੈਂ ਗਰੀਬ ਬੱਚਿਆਂ ਵਾਸਤੇ ਉਹਨਾਂ ਦੀ ਐਜੂਕੇਸ਼ਨ ਵਾਸਤੇ ਦੇਣਾ। ਇਹ ਹੈ ਅਸੀਂ ਗੁਰਦੁਆਰੇ ਇੱਟ ਲਗਾਉਣ ਵਾਸਤੇ, ਸੋਨਾ ਚੜਾਉਣ ਵਾਸਤੇ ਦੇ ਪੈਸੇ ਦੇ ਪੈਸੇ ਨਹੀਂ ਜਾਂਦੇ हैं। जरा भाई गुरदास जी की गल सुनिए, जैसे 7 मंदिर कंचन के उसार दीने तैसा फल एक गुरसिख को शब्द सिखाएगा। गुरु बादशाह भाई गुरदास जी क्योंकि गुरमत के सिद्धांतां नूं ही तो उन्होंने अगे किया। उन्होंने जिहड़ी गल कही कि तुसीं 7 मंदिर कंचन दे सोने दे उसार दिओ
ਇੰਨਾ ਫਲ ਨਹੀਂ ਮਿਲਣਾ ਜਿੰਨਾ ਕਿ ਗੁਰਸਿੱਖ ਨੂੰ ਸ਼ਬਦ ਸਿਖਾਉਣ ਦਾ ਮਿਲ ਜਾਣਾ। ਤੇ ਅੱਜ ਐਜੂਕੇਸ਼ਨ ਦੇ ਪੱਖੋਂ ਪੂਰੇ ਪੰਜਾਬ ਵੱਲ ਧਰਮਾ ਕੀ ਅਸੀਂ ਸਫਲ ਹਾਂ ਆਪਣੇ ਬੱਚਿਆਂ ਨੂੰ ਵਧੀਆ ਤੋਂ ਵਧੀਆ ਐਜੂਕੇਸ਼ਨ ਦੇਣ ਦੇ ਲਈ। ਮੇਰੇ ਨਾਲ ਇੱਕ ਡਾਕਟਰ ਸਨ MBBS ਡਾਕਟਰ, ਬੜੀ ਚੰਗੀ ਪ੍ਰੈਕਟਿਸ ਉਹਨਾਂ ਦੀ ਪੰਜਾਬ ਦੇ ਅੰਦਰ। ਤੇ ਕਹਿਣ ਲੱਗੇ ਕਿ ਮੈਂ ਜਦੋਂ ਕਾਲਜ ਵਿੱਚ ਪੜ੍ਹਦਾ ਸਾਂ ਮੇਰੇ ਕੋਲ ਫੀਸ ਨਹੀਂ ਸੀ। ਮੈਂ ਗਿਆ ਕ੍ਰਿਸਚੀਅਨ ਫਾਦਰ ਦੇ ਕੋਲ, ਕ੍ਰਿਸਚੀਅਨ ਫਾਦਰ ਨੇ ਮੈਨੂੰ ਮੇਰੀ ਫੀਸ ਮੈਨੂੰ ਬੜੀ ਸਹਾਇਤਾ ਕੀਤੀ ਤੇ ਉਹਨੇ ਇੱਕ ਗੱਲ ਕਹਿਤੀ ਵੀ ਜਦੋਂ ਤੇਰੇ ਕੋਲ ਹੋਏਗਾ ਤੂੰ ਵਾਪਸ ਕਰ ਦੇ ਤਾਂ ਕਿ ਅਸੀਂ ਹੋਰ ਗਰੀਬ ਬੱਚਿਆਂ ਨੂੰ ਇਹ ਦੇ ਸਕੀਏ। ਹੁਣ ਅਸੀਂ ਰੂਹ ਅਫਜ਼ਾ ਪੀਂਦੇ ਹਾਂ ਗਰਮੀਆਂ ਦੇ ਬੜੀ ਛਬੀਲਾ ਲਗਾਉਂਦੇ ਹਾਂ। ਇਹ ਵਕਫ ਦਾ ਪੈਸਾ ਹੈ, ਮੁਸਲਮਾਨਾਂ ਦਾ ਵਕਫ ਬੋਰਡ ਹੈ। ਵਕਫ ਕੀ ਹੈ? ਜਿਹੜੀ ਵਕਫ ਦੀ ਜ਼ਮੀਨ ਹੈ, ਜਿਹੜੀ ਦਾਨ ਪੁੰਨ ਦਿੱਤੀ ਗਈ ਹੈ ਤੇ ਉਹਦੇ ਉੱਤੋਂ ਇਹ ਵਕਫ ਤੋਂ ਹਮਦਰਦ ਬਣਿਆ ਹੈ। ਤੇ ਹਮਦਰਦ ਯੂਨੀਵਰਸਿਟੀ ਹੈ, ਕਿੰਨਾ ਵੱਡਾ ਦਵਾਖਾਨਾ ਹੈ, ਕਿੰਨੀ ਵੱਡੀ ਯੂਨੀਵਰਸਿਟੀ ਹੈ ਤੇ ਉਹ ਇਸ ਕੰਮ ਤੋਂ ਚੱਲਦੀ ਹੈ। ਗੱਲ ਹੈ ਕਿ ਆਪਣੀ ਕੌਮ ਨੂੰ ਬਚਾਉਣ ਵਾਸਤੇ ਇਹ ਇਸ ਨੂੰ ਪੱਕੇ ਪੈਰੀ ਲਗਾਉਣ ਵਾਸਤੇ ਉਹ ਆਚਰਣ ਵੀ ਤਾਂ ਚਾਹੀਦਾ ਹੈ, ਸੇਵਕ ਦਾ ਆਚਰਣ ਵੀ ਤਾਂ ਚਾਹੀਦਾ ਹੈ। ਜਦ ਤੱਕ ਸਾਡੇ ਅੰਦਰ ਸੰਤੋਖ ਨਹੀਂ ਹੈ, ਜਦ ਤੱਕ ਅਸੀਂ ਆਪਣੀਆਂ ਲੋੜਾਂ ਨੂੰ ਸਮੇਟਿਆ ਨਹੀਂ, ਇਹਨੂੰ ਅਬ ਕੰਟੇਨ ਨਹੀਂ ਕੀਤਾ, ਇਹਨੂੰ ਲਿਮਿਟ ਵਿੱਚ ਨਹੀਂ ਰੱਖਿਆ, ਤਦ ਤੱਕ ਗੱਲ ਬਣਦੀ ਨਹੀਂ। ਜਦੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਬਣੀ ਤਾਂ ਉਹਨਾਂ ਨੇ ਜਿੰਨੇ ਵੀ ਸਾਡੇ ਸਿੱਖ ਅਦਾਰੇ ਸਨ ਉਹਨਾਂ ਸਾਰਿਆਂ ਦਾ ਮੁਤਾਲਿਆ ਕਰਕੇ ਉਹਨਾਂ ਨੂੰ ਕਮੇਟੀ ਦੇ ਪ੍ਰਬੰਧ ਵਿੱਚ ਲਿਆਉਣ ਦੀ ਕੋਸ਼ਿਸ਼ ਕੀਤੀ। ਪਰ ਕੁਝ ਅਜਿਹੇ ਸਨ ਜਿਨ੍ਹਾਂ ਨੇ ਕਿਹਾ ਕਿ ਨਹੀਂ, ਸਾਡੀ ਇੰਡੀਪੈਂਡੈਂਸ ਰਵੇ, ਅਸੀਂ ਤੁਹਾਡੇ ਨਾਲ ਸਮਝੌਤਾ ਕਰਾਂਗੇ। ਇਸੇ ਤਰ੍ਹਾਂ ਸੇਵਾ ਪੰਥ ਕਿਉਂਕਿ ਭਾਈ ਕਨ੍ਹਈਆ ਜੀ ਗੁਰੂ ਗੋਬਿੰਦ ਸਿੰਘ ਜੀ ਦੇ ਸਮੇਂ ਜੰਗਾਂ ਯੁੱਧਾਂ ਦੇ ਵਿੱਚ ਪਾਣੀ ਪਿਲਾਉਣ ਦੀ ਸੇਵਾ ਕਰਦੇ ਨੇ, ਜਿਹੜਾ ਉਸ ਸਮੇਂ ਤੋਂ ਅਸੀਂ ਕਹਿ ਜਾਂਦੇ ਹਾਂ ਕਿ ਹਿੰਦੂ ਸਾਡੇ ਸਿੱਖਾਂ ਦੇ ਵਿੱਚ ਜਿਹੜਾ ਅੱਜ ਰੈੱਡ ਕਰਾਸ ਕੰਮ ਕਰ ਰਿਹਾ ਹੈ ਉਹ ਭਾਈ ਕਨ੍ਹਈਆ ਜੀ ਨੇ ਗੁਰੂ ਪਾਤਸ਼ਾਹ ਨੇ ਮੱਲਮ ਦੀ ਡੱਬੀ ਵੀ ਦਿੱਤੀ। ਹੁਣ ਭਾਈ ਕਨ੍ਹਈਆ ਜੀ ਤੋਂ ਅੱਗੇ ਦੋ ਪ੍ਰਮੁੱਖ ਸ਼ਾਖਾਵਾਂ ਨਿਕਲਦੀਆਂ ਨੇ, ਇੱਕ ਸੇਵਾ ਪੰਥੀ ਤੇ ਇੱਕ ਅੱਡਣ ਛਾਈ। ਹੁਣ ਸੇਵਾ ਪੰਥੀ ਜਿਹੜੀ ਸ਼ਾਖ ਨਿਕਲੀ ਉਹਨਾਂ ਦਾ SGPC ਨਾਲ, ਗੁਰਦੁਆਰਾ ਪ੍ਰਬੰਧਕ ਕਮੇਟੀ ਨਾਲ, ਸ਼੍ਰੋਮਣੀ ਕਮੇਟੀ ਦੇ ਨਾਲ ਪੈਕਟ ਹੋਇਆ ਕਿ ਉਹ ਆਪਣੇ ਜਿਹੜੇ ਅਦਾਰੇ ਨੇ ਉਹਨਾਂ ਦਾ ਪ੍ਰਬੰਧ ਕਿਵੇਂ ਚਲਾਉਣਗੇ। ਤੇ ਇਹ ਸਾਡੇ ਕੋਲ ਰਿਟਨ ਡਾਕੂਮੈਂਟ ਹੈ ਤੇ ਉਹਦੇ ਵਿੱਚ ਉਹਨਾਂ ਨੇ ਗੱਲ ਕੀਤੀ ਹੈ ਕਿ ਜਿਹੜਾ ਸੇਵਾ ਪੰਥੀ ਦਾ ਡੇਰਾ ਹੈਗਾ ਉਹਦੇ ਅੰਦਰ ਜਦੋਂ ਇੱਕ ਮਹੰਤ ਸੇਵਾ ਪੰਥੀ ਦੇ ਦੂਸਰੇ ਸੇਵਾ ਪੰਥੀ ਨੂੰ ਉਸ ਡੇਰੇ ਦਾ ਚਾਰਜ ਸੌਂਪਣਗੇ ਤਾਂ ਇੱਕ ਝਾੜੂ ਤੇ ਇੱਕ ਟੋਕਰੀ, ਇਹ ਵਿਰਾਸਤ ਹੈ ਸੇਵਾ ਪੰਥੀ। ਇੱਕ ਝਾੜੂ ਤੇ ਟੋਕਰੀ ਅਗਲੇ ਮਹੰਤ ਨੂੰ ਦਿੱਤੀ ਜਾਏ ਤੇ ਉਹਦੀ ਵੱਧ ਤੋਂ ਵੱਧ ਪੋਜੈਸ਼ਨ ਕੀ ਹੈ ਕਿ ਉਹਦੇ ਅੰਦਰ, ਡੇਰੇ ਦੇ ਅੰਦਰ ਜਿੰਨੇ ਵੀ ਸਾਧੂ ਸੰਤ ਮਹਾਤਮਾ ਜਾਂ ਜਿਹੜੇ ਉਹਨਾਂ ਦੇ ਸੇਵਾਦਾਰ ਜਾਂ ਜਿਨ੍ਹਾਂ ਨੇ ਅੱਗੋਂ ਮਹੰਤ ਬਣਨਾ, 4-5 ਜਿਹੜੇ ਵੀ ਹੋਣਗੇ, ਉਹਨਾਂ ਕੋਲ ਸਾਰਿਆਂ ਕੋਲ ਰਲ ਕਰਕੇ ਇੱਕੋ ਹੀ ਚਾਦਰ ਹੋਏਗੀ। ਡੇਰੇ ਤੋਂ ਬਾਹਰ ਜਾਣਗੇ ਉਹ ਚਾਦਰ ਲੈ ਲੈਣਗੇ, ਵਾਪਸ ਆ ਕੇ ਉਹ ਚਾਦਰ ਉੱਥੇ ਰੱਖ ਦੇਣਗੇ। ਜਦੋਂ ਦੂਜਾ ਜਾਏਗਾ ਤਾਂ ਉਸੇ ਚਾਦਰ ਨੂੰ ਲੈ ਕੇ ਜਾਏਗਾ, ਦੂਜੀ ਚਾਦਰ ਵੀ ਨਹੀਂ ਹੋਵੇਗੀ। ਇਹ ਸੀ ਉਹਨਾਂ ਨੇ ਆਪਣੀਆਂ ਲੋੜਾਂ ਨੂੰ ਸੰਕੋਚ ਕੇ ਰੱਖਿਆ ਹੋਇਆ ਤੇ ਇਹ ਜਿਹੜਾ ਪੈਕਟ ਉਹਨਾਂ ਨੇ ਸ਼੍ਰੋਮਣੀ ਕਮੇਟੀ ਨਾਲ ਕੀਤਾ ਇਹ ਅਜਿਹਾ ਸੀ। ਤੇ ਅੱਡਣ ਸ਼ਾਹੀ, ਭਾਈ ਅੱਡਣ ਸ਼ਾਹ, ਉਹਨਾਂ ਬਾਰੇ ਕਿਹਾ ਜਾਂਦਾ ਉਪਦੇਸ਼ ਕਰਦੇ ਸਨ ਤਾਂ ਨਾਲ ਨਾਲ ਮੁੰਝ ਵੱਟਦੇ ਸਨ ਹੱਥੀ, ਆਪਣਾ ਹੱਥ ਕਾਰ ਵੱਲ ਤੇ ਦਿਲ ਯਾਰ ਵੱਲ। ਮੁੰਝ ਅੱਜ ਬੱਚਿਆਂ ਨੂੰ ਸ਼ਾਇਦ ਨਹੀਂ ਪਤਾ ਹੋਵੇਗਾ ਮੁੰਝ ਕੀ ਹੁੰਦੀ ਹੈ। ਬੜਾ ਹਾਰਡ ਪਲਾਂਟ ਫਾਈਬਰ ਹੈ ਤੇ ਹੱਥ ਜਿਹੜੇ ਨੇ ਲਹੂ ਲੁਹਾਨ ਹੋ ਜਾਂਦੇ ਨੇ ਜਦੋਂ ਅਸੀਂ ਮੁੰਝ ਨੂੰ ਵੱਟਦੇ ਹਾਂ। ਤੇ ਪਹਿਲਾਂ ਮੰਜੀਆਂ ਬੰਦੀਆਂ ਸਨ ਤੇ ਵਾਣ ਬੰਦਾ ਸੀਗਾ ਤੇ ਮੁੰਝ ਤੋਂ ਬਣਦਾ ਸੀ ਤੇ ਉਸ ਮੁੰਝ ਨੂੰ ਗਿੱਲਾ ਕਰਕੇ ਉਸ ਨੂੰ ਵੱਟਣਾ ਪੈਂਦਾ ਸੀ ਤਾਂ ਕਿ ਉਹਦੀ ਰੱਸੀ ਬਣ ਜਾਏ। ਤੇ ਇਹ ਮੁੰਝ ਵੱਟਣੀ ਜਿਹੜੀ ਸੀ, ਇਸ ਗੱਲ ਦੀ ਸੇਵਾ ਜਿਹੜੀ ਹੈ ਅੱਡਣ ਸ਼ਾਹ
ਕਰਿਆ ਕਰਦੇ ਸਨ। ਤੇ ਉੱਪਰੋਂ ਉੱਪਰੋਂ ਜਿਵੇਂ ਕਿਹਾ ਜਾਂਦਾ ਹੈ ਕਿ ਨਾ ਉਪਦੇਸ਼ ਕਰਨਾ, ਪਰ ਹੱਥੀ ਜਿਹੜਾ ਮੁੰਝ ਵੱਟਦੇ ਰਹਿਣਾ। ਇਹ ਸੀ ਉਸ ਵੇਲੇ ਦਾ ਆਚਰਣ ਸਾਡੇ ਮਹਾਤਮਾ ਦਾ। ਸਾਡੇ ਕਹੇ ਜਾਂਦੇ ਜਿੰਨੇ ਵੱਡੇ ਮਹਾਪੁਰਸ਼ ਹੋਏ, ਸੰਤ ਮਹਾਪੁਰਸ਼ ਕਹਿ ਲਈਏ ਜਾਂ ਇਹਨਾਂ ਨੂੰ ਗੁਰਮੁਖ ਜਨ ਕਹਿ ਲਈਏ, ਕਿ ਇਹ ਉਹਨਾਂ ਦਾ ਆਚਰਣ ਹੋਇਆ ਕਰਦਾ ਸੀ। ਤੇ ਤੁਸੀਂ ਦੇਖੋਗੇ ਕਿ ਵਰਲਡ ਦੇ ਅੰਦਰ ਮਾਓ ਤਸੇ ਤੁੰਗ ਦਾ ਨਾਮ ਹੀ ਆਉਂਦਾ ਹੈ। ਉਹ ਵੀ ਕਿਹਾ ਜਾਂਦਾ ਹੈ ਕਿ ਜਦੋਂ ਕਮਿਊਨਿਜ਼ਮ ਦਾ ਪ੍ਰਚਾਰ ਕਰਦਾ ਸੀ, ਕੈਡਰ ਤਿਆਰ ਕਰਦਾ ਸੀ, ਤੇ ਨਾਲ ਨਾਲ ਮੁੰਝ ਵੀ ਵਰਤਦਾ ਸੀ। ਭਾਵ ਆਪਣੇ ਹੱਥੀ ਸੇਵਾ ਕਰਨ ਦੀ ਜਿਹੜੀ ਗੱਲ ਹੈ, ਮੈਂ ਇਹ ਨਹੀਂ ਕਹਿੰਦਾ ਕਿ ਸਿੱਖਾਂ ਦੇ ਵਿੱਚ ਇਹ ਗੱਲ ਨਹੀਂ ਰਹੀ। ਦੇਖਿਆ ਹੈ ਬਹੁਤ ਸਾਰੇ ਲੀਡਰ ਜੋੜਿਆਂ ਦੀ ਆਖਿਰ ਸੇਵਾ ਕਰਦੇ। ਹੁਣ ਭਗਤ ਪੂਰਨ ਸਿੰਘ ਦਾ ਜੀਵਨ ਦੇਖ, ਜਿਨ੍ਹਾਂ ਨੇ ਸਾਰੀ ਉਮਰ ਜਿਹੜੀ ਹੈ ਸਾਰੀ ਉਮਰ ਉਹਨਾਂ ਨੇ ਦੀਨ ਦੁਖੀਆਂ ਦੀ ਸੇਵਾ ਕੀਤੀ ਹੈ। ਤੇ ਆਪ ਆਪਣਾ ਪਰਿਵਾਰ ਕਹਿੰਦੇ ਨੇ ਇਹ ਮੇਰਾ ਤੇ ਵਿਆਹ ਨਹੀਂ ਕਰਾਇਆ। ਪਰ ਇੰਨੀ ਵੱਡੀ ਜਿਹੜੀ ਸੰਸਥਾ ਅੱਜ ਜਿਹਦਾ ਇੱਕ ਦਿਨ ਦਾ 3 ਲੱਖ ਰੁਪਇਆ ਕੇਵਲ ਤੇ ਕੇਵਲ ਲੰਗਰ ਦੇ ਖਰਚੇ ਉੱਤੇ ਹੈ, ਜਿਹੜੇ ਕਿ 1500 ਤੇ ਸਿਰਫ ਮਾਨਾ ਵਾਲੇ ਦੇ ਵਿੱਚ ਹੀ ਅਲੱਗ-ਅਲੱਗ ਵਾਰਡ ਦੇ ਵਿੱਚ ਬੱਚਿਆਂ ਦਾ ਵਾਰਡ, ਯਤੀਮਾਂ ਦਾ ਵਾਰਡ, ਜਿਹੜੀਆਂ ਵਿਧਵਾਵਾਂ ਨੇ ਉਹਨਾਂ ਦਾ, ਬਜ਼ੁਰਗਾਂ ਦਾ, ਇੰਨੇ ਵਾਰਡ ਨੇ। ਔਰ ਜਿਹੜੀ ਉੱਥੇ ਸੇਵਾ ਹੋ ਰਹੀ ਹੈ, ਇੱਕ DSP ਉੱਥੇ ਕੈਂਪ ਵਿੱਚ ਗਏ ਤੇ ਸਾਡਾ ਇੱਕ ਦਿਨ ਸੀ ਕਿ ਅਸੀਂ ਸਾਰੇ ਵਾਰਡਾਂ ਦੇ ਵਿੱਚ ਜਾ ਕਰਕੇ ਉੱਥੇ ਚੱਲ ਰਹੀ ਹੈ ਉਹਦੇ ਵਿੱਚ ਅੱਗੇ ਜਦੋਂ ਬਾਹਰ ਨਿਕਲੇ ਤੇ ਸਾਨੂੰ DSP ਪੁੱਛਦੇ ਨੇ ਕਿ ਹੋ ਆਏ ਹੋ, ਦੇਖਿਆ ਕਿ ਅੰਦਰ? ਜੀ, ਸਾਨੂੰ ਰੱਬ ਨਜ਼ਰ ਆਇਆ। ਸੱਚੀ ਮੁੱਚੀ ਸਾਡੇ ਨਾਲ ਟੀਚਰ ਸਨ, ਅੱਖਾਂ ਵਿੱਚ ਅਥਰੂ ਸਨ ਉਹਨਾਂ ਦੇ। ਉਹ ਜਿੰਨੀ ਸੇਵਾ ਉੱਥੇ ਚੱਲ ਰਹੀ ਹੈ, ਪਰ ਕਿਸੇ ਕੋਲੋਂ ਕੋਈ ਚਾਰਜ ਨਹੀਂ ਲਿਆ ਜਾਂਦਾ, ਕੋਈ ਪੈਸਾ ਨਹੀਂ ਲਿਆ ਜਾਂਦਾ। ਸਾਰੀ ਦੀ ਸਾਰੀ ਸੇਵਾ ਫ੍ਰੀ ਹੈ। ਅੱਜ ਡਾਕਟਰ ਇੰਦਰਜੀਤ ਕੌਰ MBBS ਦਾ, ਔਰ ਕਿੰਨੀ ਸਾਦਗੀ ਦੇ ਵਿੱਚ ਆਪ ਰਹਿ ਰਹੇ ਨੇ, ਜਿਨ੍ਹਾਂ ਨੇ ਭਗਤ ਪੂਰਨ ਸਿੰਘ ਜੀ ਤੋਂ ਬਾਅਦ ਉਹ ਸਾਰਾ ਪਿੰਗਲਵਾੜੇ ਦੀ ਸੇਵਾ ਸੰਭਾਲ ਕੀਤੀ ਹੋਈ ਹੈ। ਤੇ ਪੂਰੇ ਇੰਟਰਨੈਸ਼ਨਲੀ ਜਿੱਥੇ ਜਿੱਥੇ ਸਿੱਖ ਸੰਗਤਾਂ ਬੈਠੀਆਂ ਨੇ, ਉਹ ਪਿੰਗਲਵਾੜੇ ਆਪਣਾ ਯੋਗਦਾਨ ਪਾਉਣ ਵਾਸਤੇ, ਕੋਈ ਅਖੰਡ ਪਾਠ ਕਰ ਰਿਹਾ ਹੈ, ਉੱਥੇ ਰੋਲ ਲਗਾ ਰਿਹਾ ਹੈ, ਪਰ ਉਹਦੇ ਵਿੱਚੋਂ ਜਿੰਨਾ ਪੈਸਾ ਆਉਂਦਾ ਪਿੰਗਲਵਾੜੇ ਭੇਜਦੇ ਹੈ। ਆਪਣੀ ਕਿਰਤ ਕਮਾਈ ਦੇ ਵਿੱਚੋਂ ਬਜ਼ੁਰਗ ਹੈ, ਹੁਣ ਨਹੀਂ ਕਰ ਸਕਦਾ ਤੇ ਕਹਿੰਦਾ ਪਾਠ ਕਰ ਸਕਦਾ, ਚਲੋ ਜਿੰਨੀ ਮਾਇਆ ਲੱਗਦੀ ਹੈ ਭੇਜੋ ਪਿੰਗਲਵਾੜੇ। ਉਹ ਐਸੇ ਹੁਣ ਤੁਸੀਂ ਦੇਖਿਆ ਭਗਵੰਤ ਸਿੰਘ ਜਨਾਵਰੀ, ਜਿਨ੍ਹਾਂ ਨੂੰ ਅਵਾਰਡ ਵੀ ਦਿੱਤਾ ਗਿਆ, ਉਹਨਾਂ ਨੇ ਉਹ ਪੈਸਾ ਇੰਡੀਅਨ ਫੋਰਨ ਸਰਵਿਸ ਨੂੰ ਕੱਢਿਆ ਵਿੱਚ, ਔਰ ਇੱਕ ਲੈਪਰੋਸੀ ਸੈਂਟਰ ਸਾਊਥ ਦਾ ਉੱਥੇ ਜਾ ਕੇ ਸੇਵਾ, ਸਵੇਰੇ 4 ਵਜੇ ਉੱਠ ਕੇ ਮਰੀਜ਼ਾਂ ਦੀ ਸੇਵਾ ਕਰਨੀ। ਤੇ ਪੁੱਛਿਆ ਇੱਕ ਸਿੱਖ ਖੁੱਲੇ ਦਾਣੇ ਵਾਲਾ, ਤੇ ਰੋਜ਼ ਸਵੇਰੇ ਸਵੇਰੇ ਉੱਠ ਕਰਕੇ ਔਰ ਸਾਰੇ ਮਰੀਜ਼ਾਂ ਦੀ ਸੇਵਾ, ਕਿਸੇ ਦਾ ਬਿਸਤਰ ਸਾਫ਼ ਕਰ ਰਿਹਾ, ਕਿਸੇ ਨੂੰ ਧਵਾ ਰਿਹਾ, ਕਿਸੇ ਨੂੰ ਸਪੰਜ ਕਰ ਰਿਹਾ, ਕਿਸੇ ਨੂੰ ਖਾਣਾ ਖਿਲਾ। ਤੇ ਪੁੱਛਿਆ ਵੀ ਤੂੰ ਸਵੇਰੇ ਸਵੇਰੇ ਕੀ ਕਾਰਜ ਕਰਦਾ ਹੈ? ਉਹ ਫਿਰ ਕ੍ਰਿਸਚੀਅਨ ਸੈਂਟਰ ਦੇ ਵਿੱਚ ਆ ਕਰਕੇ ਇਹ ਕਰਦਾ ਹੈ। ਕਹਿਣ ਲੱਗਾ ਕਿ ਮੈਂ ਤਾਂ ਆਪਣੇ ਰੱਬ ਦੀ ਖਿਦਮਤ ਕਰ, ਹਰ ਇੱਕ ਦੇ ਵਿੱਚ ਰੱਬ ਵਸਦਾ ਹੈ। ਤੇ ਇਹ ਕੀ ਗੱਲ ਹੋਈ ਕਿ ਉਹ ਕਿਹੜਾ ਸੈਂਟਰ ਹੈ ਕ੍ਰਿਸਚੀਅਨ ਦੁਆਰਾ ਚਲਾਇਆ, ਮੁਸਲਮਾਨਾਂ ਵੱਲੋਂ ਚਲਾਇਆ, ਹਿੰਦੂਆਂ ਵੱਲੋਂ ਚਲਾਇਆ, ਸਿੱਖਾਂ ਵੱਲੋਂ ਚਲਾਇਆ, ਚੱਲ ਰਿਹਾ ਨਾ, ਮੈਨੂੰ ਤੇ ਸੇਵਾ ਦਾ ਮੌਕਾ ਮਿਲੇ, ਮੈਂ ਤੇ ਸੇਵਾ ਦਾ। ਤੇ ਉਹਨਾਂ ਨੂੰ ਕਦੀ ਵੇਖੋ ਨਾ ਤੇ ਬੰਗਲਾ ਸਾਹਿਬ ਪਹੁੰਚਦੇ ਨੇ ਤੇ ਜੋੜਿਆਂ ਦੀ ਸੇਵਾ ਵੀ ਕਰ ਰਹੇ ਨੇ। ਕਿੱਥੇ IFS ਇੰਡੀਅਨ ਫੋਰਨ ਸਰਵਿਸ ਦੇ ਆਫਿਸਰ ਹੋਏ, ਤੇ ਕਿੱਥੇ ਉਹ ਸੇਵਾ ਕਰਕੇ
कि मैं अपनी सिੱਖੀ कमा लिया। सिੱਖੀ कमाउण ਦਾ ਜਿਹੜਾ ਢੰਗ ਹੈ ਉਹ ਹੈ ਹੀ ਸੇਵਾ ਤੇ ਸੇਵਾ ਤੇ ਸਿਮਰਨ ਜਿਹੜਾ ਕਰਦਾ ਹੈ ਉਹ ਸਿੱਖੀ ਦੇ ਵਿੱਚ ਹੀ ਪਰਪੱਕ ਹੋ ਸਕਦਾ ਹੈ। ਤੇ ਸਾਨੂੰ ਵੀ ਇਹ ਜਾਂਚ ਆ ਜਾਏ। ਐਵੇਂ ਨਹੀਂ ਆਖਿਆ ਕਿ ਵਿਨ ਸੇਵਾ ਤ੍ਰਿਗ ਹੱਥ ਪੈ। ਗੁਰੂ ਗੋਬਿੰਦ ਸਿੰਘ ਜੀ ਦੇ ਪਾਸ ਗੁਰੂ ਪਾਤਸ਼ਾਹ ਨੇ ਇੱਕ ਵਾਰੀ ਆਖਿਆ ਨਾ, ਸਾਖੀ ਆਉਂਦੀ ਹੈ ਕਿ ਮੈਨੂੰ ਕੋਈ ਪਾਣੀ ਪਿਲਾਏ। ਤਾਂ ਇੱਕ ਨੌਜਵਾਨ ਮੁੰਡਾ ਕੋਲ ਬੈਠਾ ਝੱਟ ਆਇਆ, ਪਾਣੀ ਦਾ ਗਲਾਸ ਲੈ ਕੇ ਗੁਰੂ ਪਾਤਸ਼ਾਹ ਦੇ ਅੱਗੇ ਅਰਪਣ ਕੀਤਾ। ਗੁਰੂ ਪਾਤਸ਼ਾਹ ਉਹਦੇ ਹੱਥ 'ਚ ਗਲਾਸ ਫੜਨ ਲੱਗੇ ਤੇ ਕਹਿਣ ਲੱਗੇ ਵੀ ਤੇਰੇ ਹੱਥ ਬੜੇ ਕੋਮਲ ਨੇ, ਕੀ ਗੱਲ ਹੈ? ਕਹਿੰਦਾ ਜੀ ਮੈਂ ਤਾਂ ਪਹਿਲੀ ਵਾਰੀ ਖਿਦਮਤ ਕਰਨ ਲੱਗਾ, ਮੈਂ ਤਾਂ ਸ਼ਹਿਜ਼ਾਦਿਆਂ ਦਾ ਬੇਟਾ ਹਾਂ, ਕਦੀ ਮੌਕਾ ਹੀ ਨਹੀਂ ਲੱਗਾ। ਤੇ ਗੁਰੂ ਪਾਤਸ਼ਾਹ ਨੇ ਪਾਣੀ ਪੀਣੋਂ ਨਾ ਕਰ ਦਿੱਤੀ। ਨਹੀਂ ਭਾਈ, ਤੇਰੇ ਹੱਥੋਂ ਨਹੀਂ ਪੀਣਾ। ਜਿਸਨੇ ਕਦੀ ਖਲਕਤ ਦੀ ਸੇਵਾ ਨਹੀਂ ਕੀਤੀ ਉਹ ਮੇਰਾ ਸਿੱਖ ਵੀ ਨਹੀਂ ਹੋ ਸਕਦਾ। ਪਹਿਲਾਂ ਖਲਕਤ ਦੀ ਸੇਵਾ ਕਰ ਤੇ ਫਿਰ ਸੇਵਾ ਕਰਨ ਵਾਸਤੇ ਜਾਂ ਪਾਣੀ ਦਾ ਗਲਾਸ ਦੇਣ ਵਾਸਤੇ। ਤੇ ਗੁਰੂ ਪਾਤਸ਼ਾਹ ਨੇ ਇਹ ਜਿਹੜੀ ਗੱਲ ਹੈ ਕਿ ਸੇਵਾ ਕਰੀਏ ਤੇ ਨਾਲ ਨਿਮਰਤਾ ਵੀ ਰੱਖੀਏ। ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਜਿਹੜੇ ਸੇਵਾ ਵਾਸਤੇ ਜਦੋਂ ਅਕਾਲ ਪਿਆ ਤੇ ਆਖ ਦਿੱਤਾ ਅਨੰਦਪੁਰ ਦੇ ਅੰਦਰ ਕਿ ਸਾਰੇ ਹੀ ਜਿਹੜਾ ਆਪਣਾ ਆਪਣਾ ਲੰਗਰ ਲਗਾਓ। ਤੇ ਲੰਗਰ ਲਗਾਉਣ ਵਾਸਤੇ ਸਾਰੇ ਚੱਲ ਪਏ, ਸ਼ੁਰੂ ਕਰਤਾ ਉਹਨਾਂ ਨੇ ਲੰਗਰ ਲਗਾਉਣਾ। ਤੇ ਗੁਰੂ ਪਾਤਸ਼ਾਹ ਭੇਸ ਬਦਲ ਕੇ ਤੇ ਹਰ ਇੱਕ ਦੀ ਢੋਹ ਲੈਣ ਗਏ ਵੀ ਸੇਵਾ ਠੀਕ ਚੱਲ ਰਹੀ ਹੈ। ਜਦੋਂ ਅੱਧੀ ਰਾਤ ਸੀ ਤਾਂ ਦੇਖਿਆ ਕੋਈ ਤਾਂ ਭਾਂਡੇ ਉੱਠੇ ਆਪਣਾ ਖਾਲੀ ਕਰਕੇ ਬੈਠਾ। ਤੇ ਕਿਸੇ ਕੋਲੋਂ ਪੁੱਛਿਆ ਕਿ ਹਾਲੇ ਲੰਗਰ ਤਿਆਰ ਨਹੀਂ ਹੈ, ਸਮਾਪਨ ਹੋ ਗਿਆ ਜੀ। ਕਿਸੇ ਆਖਿਆ ਜੀ ਹੁਣ ਥੋੜੇ ਜਿਹੇ ਅੱਧ ਕਚਰੇ ਦੇ ਕੁਝ ਅੱਧੇ ਸੜੇ ਹੋਏ ਪ੍ਰਸ਼ਾਦੇ ਨੇ, ਜਾਂ ਇਹ ਰਹਿ ਗਈ ਦਾਲ, ਜਾਂ ਇਹ ਕੁਛ ਰਹਿ ਗਈ ਹੈ। ਇਸ ਤਰ੍ਹਾਂ ਕਰਕੇ ਜੋ ਕੁਛ ਅਲੱਗ-ਅਲੱਗ ਡੇਰਿਆਂ ਤੋਂ ਮਿਲਦਾ ਰਿਹਾ ਗੁਰੂ ਪਾਤਸ਼ਾਹ ਆਪਣੇ ਪਾਸ ਬੰਨ ਕੇ ਰੱਖਦੇ ਰਹੇ। ਤੇ ਜਦੋਂ ਭਾਈ ਨੰਦ ਲਾਲ ਜੀ ਕੋਲ ਗਏ ਤਾਂ ਉਹਨਾਂ ਨੇ ਕਿਹਾ ਵੀ ਗੁਰੂ ਪਾਤਸ਼ਾਹ ਨੇ ਹੁਣ ਭੇਸ ਬਦਲਿਆ। ਅਸੀਂ ਆਖਿਆ ਵੀ ਮੈਂ ਲੰਗਰ ਛਕਣਾ। ਉਹਨਾਂ ਨੇ ਬੜੇ ਪਿਆਰ ਨਾਲ ਬਤਾਇਆ, ਬਸ ਜੀ ਮੈਨੂੰ 2 ਮਿੰਟ ਦਿਓ। ਉਸੇ ਵੇਲੇ ਉਹਨਾਂ ਨੇ ਲੰਗਰ ਤਿਆਰ ਕਰਨਾ ਸ਼ੁਰੂ ਕਰ ਦਿੱਤਾ। ਗੁਰੂ ਪਾਤਸ਼ਾਹ ਨੂੰ ਤਾਜ਼ਾ ਲੰਗਰ ਤਿਆਰ ਕਰਕੇ ਗੁਰੂ ਪਾਤਸ਼ਾਹ ਦੇ ਅੱਗੇ ਅਰਪਣ ਕੀਤਾ। ਤੇ ਜਦੋਂ ਇਹ ਗੱਲ ਹੋਈ ਤਾਂ ਗੁਰੂ ਪਾਤਸ਼ਾਹ ਅਗਲੇ ਦਿਨ ਦੀਵਾਨ ਦੇ ਵਿੱਚ ਬੈਠੇ ਹੋਏ ਤੇ ਕਹਿਣ ਲੱਗੇ, ਦੇਖੋ ਭਾਈ, ਰਾਤ ਵੇਲੇ ਮੈਂ ਦੇਖਿਆ ਵੀ ਤੁਸੀਂ ਸੇਵਾ ਵੀ ਕਰਦੇ ਹੋ, ਪਰ ਜਦ ਤੱਕ ਸੇਵਾ ਦੇ ਵਿੱਚ ਨਿਮਰਤਾ ਨਹੀਂ ਆਉਂਦੀ ਗੱਲ। ਇਹ ਸਮਝੋ ਕਿ ਜੇ ਇਹ ਗੁਰੂ ਦਾ ਲੰਗਰ ਹੈ, ਇੱਥੇ ਸੇਵਾ ਕਰਨ ਵਾਲਾ ਜੋ ਵੀ ਕਰ ਰਿਹਾ ਹੈ ਉਹ ਗੁਰੂ ਨੇ। ਜਿਹੜਾ ਐਸੋ ਪ੍ਰਸ਼ਾਦ ਪ੍ਰਾਪਤ ਕਰ ਰਿਹਾ ਹੈ ਨਾ, ਉਹ ਕਿਸੇ ਦਾ ਨਹੀਂ, ਉਹ ਵੀ ਗੁਰੂ ਦਾ। ਸੋ ਦੋਵੇਂ ਥਾਵਾਂ ਕਿ ਭਾਵੇਂ ਕਿਸੇ ਨੇ ਲੰਗਰ ਵਿੱਚ ਸੇਵਾ ਕੀਤੀ ਹੈ ਜਾਂ ਲੰਗਰ ਦੀ ਸੇਵਾ ਉਹਨੇ ਆਪਣੀ ਝੋਲੀ ਪਾਈ ਹੈ, ਤੇ ਇਹ ਦੋਵੇਂ ਹੀ ਗੁਰੂ ਦਾ ਪ੍ਰਸ਼ਾਦ ਸਮਝ ਕੇ ਕਰਨਾ ਹੈ। ਇਹ ਮਤ ਸਮਝੋ ਕਿ ਮੈਂ ਕਰ ਰਿਹਾ ਜਾਂ ਇਹ ਤਾਂ ਵੱਡੇ ਭਾਗ ਨੇ, ਮੈਥੋਂ ਇਹ ਸੇਵਾ ਗੁਰੂ ਨੇ ਲੈ ਲਈ ਹੈ। ਤੇ ਅਸੀਂ ਜਿਹੜੀ ਕਿ ਸੇਵਾ ਖਾਏ ਪਵੇ ਕਿ ਸਾਡੇ ਹਿਰਦੇ ਦੇ ਵਿੱਚ ਨਿਮਰਤਾ ਆ ਜਾਏ, ਸਾਡੇ ਹਿਰਦੇ ਦੇ ਵਿੱਚ ਰੱਬ ਦਾ ਅਹਿਸਾਸ ਆ ਜਾਏ, ਸਾਨੂੰ ਰੱਬ ਨਜ਼ਰ ਆ ਜਾਏ। ਹਰ ਇੱਕ ਦੇ ਹਿਰਦੇ ਦੇ ਵਿੱਚ ਜਿੱਦੀ ਅਸੀਂ ਖਿਦਮਤ ਕਰ ਰਹੇ ਹਾਂ ਉਹਦੇ ਅੰਦਰ ਰੱਬ ਦਾ ਨੂਰ ਨਜ਼ਰ ਆ ਜਾਏ ਤਾਂ ਸਾਡੀ ਸੇਵਾ ਪ੍ਰਵਾਨ ਹੋ ਜਾਏ। ਤਾਂ ਗੁਰੂ ਪਾਤਸ਼ਾਹ ਨੇ ਅਗਲੇ ਦਿਨ ਜਦੋਂ ਸਾਰਿਆਂ ਨੂੰ ਇਹ ਗੱਲ ਕੀਤੀ ਵੀ ਦੇਖੋ, ਇਹ ਕਿਸੇ ਨੇ ਸੁੱਕੇ ਹੋਏ ਪ੍ਰਸ਼ਾਦੇ ਦਿੱਤੇ ਨੇ, ਕਿਸੇ ਨੇ ਸੜੇ ਹੋਏ ਦਿੱਤੇ ਨੇ, ਕਿਸੇ ਨੇ ਅੱਧ ਕਚਰੇ ਦਿੱਤੇ ਨੇ, ਕਿਸੇ ਨੇ ਬਾਸੀ ਦਾਲ ਦਿੱਤੀ ਹੈ, ਪਰ ਕਿਸੇ ਨੇ ਕਿਹਾ ਕਿ ਆਦਰ ਨਾਲ ਬਿਠਾਇਆ ਤੇ ਇੰਝ ਪੂਰੇ ਤਰੀਕੇ ਦੇ ਨਾਲ ਸਾਨੂੰ ਲੰਗਰ ਛਕਾਇਆ। ਉਹ ਮੈਨੂੰ ਯਾਦ ਆਉਂਦਾ ਹੈ ਕਿ ਅਸੀਂ ਸ਼ਾਹਬਾਦ ਮਰਕੰਡੇ ਗਏ, ਅੱਧੀ ਰਾਤ ਹੋ ਗਈ ਸੀ ਤੇ ਸਾਰੇ ਦਿਨ ਜੀਪ ਦੇ ਵਿੱਚ ਬੈਠੇ ਹੋਏ 8-10 ਬੰਦੇ ਸਾਂ। ਤੇ ਜਦੋਂ ਮਾਰਕੰਡੇ ਪਹੁੰਚੇ ਤਾਂ ਸਾਰੇ ਸੌਣ ਦੀਆਂ ਤਿਆਰੀਆਂ ਕਰ ਰਹੇ ਸਨ।
ਤਾਂ ਉਸੇ ਵੇਲੇ ਸ਼ਾਹਬਾਦ ਮਕੰਡੇ ਵਾਲੇ ਆਪ ਉੱਠੇ, ਸਾਨੂੰ ਪਿਆਰ ਨਾਲ ਬਿਠਾਇਆ, ਲੰਗਰ ਛਕਾਇਆ। ਆਪ ਉਹਨਾਂ ਦੇ ਆਰਾਮ ਦਾ ਟਾਈਮ ਸੀ ਨਹੀਂ, ਉਹਨਾਂ ਨੇ ਆਏ ਨੇ ਦੂਰੋਂ ਚੱਲ ਕੇ ਤੇ ਪੂਰੇ ਤਰੀਕੇ ਦੇ ਨਾਲ ਖਿਦਮਤ। ਸੋ ਸਾਡੇ ਜੀਵਨ ਦਾ ਜਿਹੜਾ ਵੱਡਾ ਅੰਗ ਕਿ ਸਾਨੂੰ ਤਾਂ ਸੇਵਾ ਮਿਲੀ ਹੈ ਤੇ ਅਸੀਂ ਇਸ ਸੇਵਾ ਨੂੰ ਪਾਏ ਪਾਈ। ਇਹ ਗੁਰੂ ਦੀ ਦਾਤ ਹੈ, ਸਾਡੇ ਤੋਂ ਕੋਈ ਸੇਵਾ ਲੈ ਰਿਹਾ ਹੈ, ਅਸੀਂ ਕਿਸੇ ਲਈ ਸੇਵਾ ਕਰ ਰਹੇ ਹਾਂ, ਐਸੇ ਨਹੀਂ ਕਰ ਰਹੇ। ਪ੍ਰੋਫੈਸਰ ਪੂਰਨ ਸਿੰਘ ਇੱਕ ਬੜੀ ਸੋਹਣੀ ਗੱਲ ਲਿਖਦੇ ਨੇ, ਚੁਪਪ੍ਰੀਤ ਦਾ ਸ਼ਹਿਨਸ਼ਾਹ ਬੋਪਾਰੀ, ਉਹਨਾਂ ਨੇ ਇਸ ਦੇ ਵਿੱਚ ਇੱਕ ਗੱਲ ਲਿਖੀ ਹੈ। ਉਹਨਾਂ ਨੇ ਲਿਖਿਆ ਕਿ ਹਾਂ, ਸੇਵਾ ਵਾਸਤੇ ਤੁਸੀਂ ਦੇਖੋ ਘਰ ਦੇ ਅੰਦਰ ਤੁਹਾਡੀ ਮਾਈ ਆਉਂਦੀ ਹੈ, ਸੇਵਾ ਕਰਦੀ ਹੈ, ਤੇ ਹੁਣ ਇਹ ਗੱਲ 1910-12 ਦੀ ਹੈ, ਕਹਿੰਦਾ ਤੁਸੀਂ ਆਨਾ ਚਵਾਨੀ ਜਿਹੜੀ ਉਹਨੂੰ ਉਹਦੀ ਖਿਦਮਤ ਜਿਹੜੀ ਉਹ ਤੁਹਾਡੇ ਘਰ ਦੇ ਭਾਂਡੇ ਮਾਂਜਦੀ ਹੈ, ਸਫਾਈ ਕਰਦੀ ਹੈ, ਉਹਨੂੰ ਆਨਾ ਦਵਾਨੀ ਦੇ ਕਰਕੇ ਅੱਜ ਅਸੀਂ ਸੁਰਖਰੂ ਹੋਏ ਉਹਨੂੰ, ਜਿਹੜੀ ਉਹਨੇ ਸਾਡੀ ਸੇਵਾ ਕੀਤੀ, ਅਸੀਂ ਉਹਦੇ ਬਰਾਬਰ ਜਿਹੜਾ ਉਹਨੂੰ ਉਹਦੀ ਤਨਖਾਹ ਦੇ ਦਿੱਤੀ ਤੇ ਨਿਵਰਤ ਹੋ ਜਾਂਦੇ ਹਾਂ। ਕਹਿੰਦਾ ਨਿਵਰਤ ਹੋਣ ਵਾਲੀ ਗੱਲ ਨਹੀਂ ਹੈ। ਕਹਿੰਦਾ ਕਦੀ ਧਿਆਨ ਕਰੋ, ਜਿਸ ਦਿਨ ਉਹ ਮਾਈ ਨਹੀਂ ਆਉਂਦੀ ਤੇ ਕਿੰਨੇ ਤੜਫਾਹਟ ਹੁੰਦੀ ਹੈ। ਉਹਨਾਂ ਦੇ ਉੱਤੇ ਗੱਲ ਕਰਦੇ ਹੋ, ਅੱਜ ਮੇਰੀ ਮਾਈ ਨਹੀਂ ਆਏਗਾ, ਮੈਨੂੰ ਕੰਮ ਕਰਨਾ ਪੈ ਰਿਹਾ। ਤੇ ਕਹਿੰਦਾ ਹੈ ਕਿ ਜਦੋਂ ਉਹਨੇ ਤੁਹਾਡੀ ਸੇਵਾ ਕੀਤੀ, ਉਹਨੇ ਹੱਥਾਂ ਪੈਰਾਂ ਤੇ ਸਰੀਰ ਨਾਲ ਕੀਤੀ, ਆਪਣਾ ਤਨ ਲਗਾ ਕੇ ਸੇਵਾ ਕੀਤੀ ਹੈ। ਕਹਿੰਦਾ ਕਿ ਇਹ ਤਨ ਕਿਹਦਾ ਹੈ? ਇਹ ਤਾਂ ਰੱਬ ਦਾ ਦਿੱਤਾ ਹੋਇਆ। ਤੇ ਕਹਿੰਦਾ ਰੱਬ ਦੇ ਸ਼ੁਕਰਗੁਜ਼ਾਰ ਕਿ ਕਿਸੇ ਨੇ ਵਿਧ ਬਣਾਈ ਹੈ ਕਿ ਤੁਹਾਨੂੰ ਇਹ ਬੰਦੇ ਭੇਜੇ ਨੇ। ਮੈਨੂੰ ਯਾਦ ਆ ਜਾਂਦਾ ਹੈ ਕਨਵੈਂਟਰੀ ਵਾਲੀ ਗੱਲ ਕਿ ਉਸ ਪ੍ਰਿੰਸੀਪਲ ਨੇ ਜਦੋਂ ਪ੍ਰੇ ਕੀਤਾ ਵੀ God, you have sent us the people who have served our institution. ਹਰ ਟਾਈਮ ਹੋ ਗਿਆ ਵੀ ਹੈ ਕਿ ਅਸੀਂ ਰੱਬ ਦਾ ਸ਼ੁਕਰਗੁਜ਼ਾਰ ਹੋਈਏ ਜਿਸ ਤੋਂ ਅਸੀਂ ਸੇਵਾ ਪ੍ਰਾਪਤ ਕਰ ਰਹੇ ਹਾਂ। ਰੱਬ ਦੇ ਸ਼ੁਕਰਗੁਜ਼ਾਰ ਹੋਈਏ ਕਿ ਉਹਨੇ ਸਾਨੂੰ ਇਹ ਸਮਰੱਥ ਕੀਤਾ ਕਿ ਅਸੀਂ ਕੁਝ ਕਰ ਸਕੀਏ ਤੇ ਇਹ ਸੇਵਾ ਸਾਡੀ ਗੁਰੂ ਥਾਏ ਪਾਠ। ਇਹਨਾਂ ਅੱਖਰਾਂ ਦੇ ਨਾਲ ਖਿਮਾ ਦੇ ਜਾਤੇ ਖਾਂ ਜੀ, ਕੋਈ ਵੱਧ ਕਰ ਕੋਈ ਹੋਗੀ ਹੋਵੇ ਖਿਮਾ ਕਰਨੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਰ ਤੁਹਾਡਾ ਬਹੁਤ ਬਹੁਤ ਧੰਨਵਾਦ। ਸੇਵਾ ਤੇ ਦਸਵੰਤ ਤੇ ਤੁਸੀਂ ਬੜੀ ਰੋਸ਼ਨੀ ਪਾਈ। ਤੁਸੀਂ ਇੱਕ ਬੜੀ ਨਵੇਕਲੀ ਗੱਲ ਕੀਤੀ ਕਿ ਕੋਈ ਅਗਰ ਸਮਾਜ ਵਿੱਚ ਨਿਤਾਨਿਆਂ ਤੇ ਕੋਈ ਜ਼ੁਲਮ ਕਰ ਰਿਹਾ ਤਾਂ ਫਿਰ ਕੋਈ ਕਿਰਪਾਨ ਚੁੱਕ ਕੇ ਉਹਨਾਂ ਨੂੰ ਸੋਧਣਾ ਵੀ ਸੇਵਾ ਹੈ। ਤਾਂ ਮੈਨੂੰ ਇੱਕਦਮ ਯਾਦ ਆਇਆ ਜਿਹੜਾ ਦੇਗ ਤੇਗ ਫਤਿਹ ਹੈ, ਇਹ ਵੀ ਇੱਕ ਸੇਵਾ ਦਾ ਕਿਤਨਾ ਖੂਬਸੂਰਤ ਇੱਕ ਐਸਪੈਕਟ ਹੈ ਕਿ ਦੇਗ ਫਤਿਹ ਮਤਲਬ ਹੈ ਕਿ ਦੇਗ ਮਤਲਬ ਲੰਗਰ ਹੈ ਕਿ ਦੁਨੀਆ ਦੇ ਵਿੱਚ ਕੋਈ ਭੁੱਖਾ ਨਹੀਂ ਰਹਿਣਾ ਚਾਹੀਦਾ। ਵਿਕਟਰੀ ਓਵਰ ਹੰਗਰ, ਭੁੱਖ ਦੇ ਉੱਤੇ ਜਿੱਤ, ਇਹ ਗੁਰੂ ਦਾ ਹੁਕਮ ਹੈ। ਔਰ ਤੇਗ ਫਤਿਹ, ਤੇਗ ਜਿਹੜੀ ਹੈ ਇਹ ਅਨਿਆਏ ਦੇ ਵਿਰੁੱਧ ਨਿਆਂ ਲਈ ਚੱਕੀ ਜਾਂਦੀ ਹੈ ਕਿ ਦੁਨੀਆ ਦੇ ਵਿੱਚ ਕਿਸੇ ਨਾਲ ਵੀ ਇਨਜਸਟਿਸ ਨਾ ਹੋਵੇ। ਇਹ ਤੇਗ ਫਤਿਹ ਹੈ। ਤੁਸੀਂ ਥੋੜਾ ਜਿਹਾ ਇੱਕ ਰਿਮਾਰਕ ਵੀ ਦਿੱਤਾ, ਉਸ ਨੂੰ ਥੋੜਾ ਜਿਹਾ ਜ਼ਰੂਰ ਸਾਨੂੰ ਦੱਸਣਾ ਚਾਹੀਦਾ ਕਿ ਹਰ ਸਾਲ 8 ਮਈ ਦੇ ਦਿਨ ਵਰਲਡ ਰੈੱਡ ਕਰਾਸ ਡੇ ਮਨਾਇਆ ਜਾਂਦਾ ਹੈ ਸਾਰੇ ਸੰਸਾਰ ਦੇ ਵਿੱਚ, ਇੰਟਰਨੈਸ਼ਨਲੀ। ਪਰ ਧਿਆਨ ਰੱਖਣਾ ਕਿ ਰੈੱਡ ਕਰਾਸ ਦੀ ਸਥਾਪਨਾ ਤੋਂ ਲਗਭਗ 170 ਸਾਲ ਪਹਿਲੇ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਅਨਿਨ ਭਗਤ ਭਾਈ ਗਨਈਆ ਜੀ ਨੇ ਜਿਹੜੀ ਅਨੰਦਪੁਰ ਸਾਹਿਬ ਦੀ ਧਰਤੀ ਤੇ ਜਿਹੜੀ ਨਿਸ਼ਕਾਮ ਸੇਵਾ ਦੀ ਮਿਸਾਲ ਪੂਰੀ ਦੁਨੀਆ ਦੇ ਵਿੱਚ ਕਾਇਮ ਕੀਤੀ, ਉਸਦੀ ਹੋਰ ਕੋਈ ਮਿਸਾਲ ਮਿਲਦੀ ਨਹੀਂ ਹੈ। ਔਰ ਜੇ ਮਾਡਰਨ ਜ਼ਮਾਨੇ ਵਿੱਚ ਆਈਏ ਤਾਂ ਜਿਹੜਾ ਸਰ ਨੇ ਭਗਤ ਪੂਰਨ ਸਿੰਘ ਦੀ ਗੱਲ ਦੱਸੀ ਹੈ ਔਰ ਉਹ ਅੱਜ ਵੀ ਜਿਹੜਾ ਹੈ ਉਹ ਬੜੇ ਹੀ ਸਫਲਤਾ ਨਾਲ ਉਹ ਚੱਲ ਰਿਹਾ ਹੈ। ਪਰ ਜ਼ਰੂਰਤ ਅੱਜ ਇੱਕ ਦੋ ਚਾਰ ਗੱਲਾਂ ਸਮਝਣ ਦੀਆਂ ਨੇ। ਮੈਂ ਇੱਕ ਦੋ ਕਮੈਂਟ ਵੀ ਪੜ੍ਹ ਰਿਹਾ ਸੀ ਦਸਵੰਤ ਬਾਰੇ, ਕੁਝ ਹੋਰ ਰੋਸ਼ਨੀ ਪਾਓ।
ਅੱਜ ਬੜੀ ਜ਼ਰੂਰਤ ਹੈ ਸਾਨੂੰ ਅਕਲ ਦਾ, ਸਮਝ ਦਾ, ਰਸੂਖ ਦਾ, ਸਹਿਜ ਦਾ, ਆਪਸੀ ਪ੍ਰੇਮ ਪਿਆਰ ਦਾ ਦਸਵੰਤ ਦੇਣਾ ਪਏਗਾ। ਅੱਜ ਸਾਡੇ ਬੱਚੇ ਜਿਹੜੇ ਆ ਅੱਜ ਘਰਾਂ ਦੇ ਵਿੱਚ ਦੇਖਦੇ ਆ, ਸਮਾਜ ਵਿੱਚ ਜਦੋਂ ਬੈਠਦੇ ਆ, ਗੱਲਾਂ ਹੁੰਦੀਆਂ ਨੇ, ਤਾਂ ਕਮਾਲ ਦੀ ਗੱਲ ਤਾਂ ਇਹ ਹੈ ਕਿ ਜਿਹੜੇ ਅੱਜ ਬੜੀ ਵੱਡੀ ਕੰਪਲੇਂਟ ਹੈ ਕਿ ਜਿਹੜੇ ਅੱਜ ਦੇ ਪਰਿਵਾਰਾਂ ਦੇ ਵਿੱਚ ਵੱਡਿਆਂ ਦਾ ਔਰ ਬਜ਼ੁਰਗਾਂ ਦਾ, ਮਾਂ-ਬਾਪ ਦਾ ਰੱਖ ਰਖਾਵ ਨਹੀਂ ਹੋ ਰਿਹਾ। ਬਜ਼ੁਰਗਾਂ ਲਈ ਟਾਈਮ ਨਹੀਂ ਹੈ ਬੱਚਿਆਂ ਕੋਲ, ਤੇ ਬਜ਼ੁਰਗਾਂ ਨੂੰ ਟਾਈਮ ਦਾ ਦਸਵੰਤ ਵੀ ਦਿਓ। ਕੌਮ ਨੂੰ ਸੂਝ ਦੇਣ ਦੀ, ਏਕਤਾ ਦੇਣ ਦੀ ਜ਼ਰੂਰਤ ਹੈ। ਸ਼ਰਧਾ ਤੇ ਜਜ਼ਬਾਤਾਂ ਦੀਆਂ ਅੱਖਾਂ ਬੰਦ ਕਰਕੇ ਅਕਲ ਤੇ ਸਿਆਣਪ ਦੀਆਂ ਅੱਖਾਂ ਦੀ ਵਰਤੋਂ ਕਰਨ ਦੀ ਜ਼ਰੂਰਤ ਹੈ। ਬੱਚਿਆਂ ਨੂੰ, ਆਪਣੀ ਪਨੀਰੀ ਨੂੰ, ਨੌਜਵਾਨਾਂ ਨੂੰ ਜ਼ਮਾਨੇ ਨਾਲ ਚੱਲਣ ਦੀ ਟੈਕਨੀਕ ਦਸੀਏ, ਆਈਡੀਓਲੋਜੀ ਦਸੀਏ, ਟੈਕਨੋਲੋਜੀ ਦਸੀਏ, ਪਰ ਨਾਲ ਦੇ ਨਾਲ ਆਪਣਾ ਜਿਹੜਾ ਪਰੰਪਰਾ ਹੈ ਉਹਨਾਂ ਪਰੰਪਰਾਵਾਂ ਦਾ ਵੀ ਸਾਨੂੰ ਗਿਆਨ ਦੇਣਾ ਪਏਗਾ। ਦੇਖੋ ਅੱਜ ਕਾਰਪੋਰੇਟ ਵਰਡ ਹੋ ਗਿਆ, ਕਾਰਪੋਰੇਟ ਬੜੇ ਪ੍ਰਕਾਰ ਦੇ ਨੇ। ਅੱਜ ਅਸੀਂ ਵੀ ਸੋਚਦੇ ਹਾਂ ਕਿ ਜੇ ਆਪਣੀ ਜਨਰੇਸ਼ਨ ਨੂੰ ਆਪਣੇ ਨਾਲ ਰੱਖਣਾ ਹੈ ਤਾਂ ਜਿਸ ਤਰ੍ਹਾਂ ਦੁਨੀਆ ਸੋਚਦੀ ਹੈ ਸਾਨੂੰ ਵੀ ਐਵੇਂ ਸੋਚਣਾ ਚਾਹੀਦਾ ਹੈ। ਪਰ ਅਸੀਂ ਤਾਂ ਗੁਰੂ ਨਾਨਕ ਦੇ ਸਿੱਖ ਸੀ, ਸਾਡੇ ਕੋਲ ਤਾਂ 1430 ਅੰਗਾਂ ਦਾ ਜਿਹੜਾ ਇੱਕ ਇਤਨਾ ਵੱਡਾ ਵਿਸ਼ਾਲ ਸਮੁੰਦਰ ਗਿਆਨ ਦਾ, ਰੋਸ਼ਨੀ ਦਾ ਸਾਡੇ ਕੋਲ ਇਤਨਾ ਵੱਡਾ ਇੱਕ ਭੰਡਾਰ ਸੀ। ਪਰ ਸਾਨੂੰ ਤਾਂ ਕੁਝ ਅਲੱਗ ਸੋਚਣਾ ਚਾਹੀਦਾ ਸੀ। ਅਸੀਂ ਨਹੀਂ ਸੋਚ ਪਾ ਰਹੇ, ਕਾਰਨ ਅਸੀਂ ਆਪਣੀ ਫਿਲਾਸਫੀ ਤੋਂ, ਆਪਣੇ ਫਲਸਫੇ ਤੋਂ, ਆਪਣੇ ਕਲਚਰ ਤੋਂ, ਆਪਣੇ ਸੱਭਿਆਚਾਰ ਤੋਂ ਦੂਰ ਹਾਂ। ਸਾਨੂੰ ਸਾਡੇ ਨਗਰ ਕੀਰਤਨ ਦੇਖ ਲਓ, ਇਹ ਫੂਡ ਫੈਸਟੀਵਲ ਬਣ ਚੁੱਕੇ ਨੇ। ਗੁਰੂ ਨਾਨਕ ਨੇ ਤਾਂ ਮਲਿਕ ਭਾਗੋ ਨੂੰ ਤਿਆਗਿਆ ਸੀ, ਔਰ ਅਸੀਂ ਕਿਹੜੇ ਪਾਸੇ ਅਸੀਂ ਚਲੇ ਗਏ? ਅਸੀਂ ਵਿਖਾਵਿਆਂ ਦੇ ਚੁੰਗਲ ਵਿੱਚ ਫਸਦੇ ਹੋਏ ਹਾਂ। ਦੁਨੀਆ ਤੁਹਾਨੂੰ ਆਬਜ਼ਰਵ ਕਰ ਰਹੀ ਹੈ। ਕੌਮੀ ਤੌਰ ਤੇ ਇਹ ਵਿਖਾਵਿਆਂ ਕਰਨ ਵਾਲਿਆਂ ਦੀ ਕੌਮ ਬਣ ਗਈ। ਵੀ ਆਰ ਬੀਇੰਗ ਆਬਜ਼ਰਵਡ। ਸਾਨੂੰ ਵੇਖਿਆ ਜਾ ਰਿਹਾ ਹੈ। ਸੇਵਾ ਨਾਲ ਹਲੀਮੀ ਨਹੀਂ ਤਾਂ ਸੇਵਾ ਨਹੀਂ ਹੈ। ਧਿਆਨ ਰੱਖ ਲਈਏ, ਜੇਕਰ ਅਸੀਂ ਸਿੱਖੀ ਦਾ ਭਵਿੱਖ, ਸਿੱਖੀ ਦਾ ਫਿਊਚਰ ਸੁਰੱਖਿਅਤ ਰੱਖਣਾ ਹੈ, ਆਪਣੀ ਜਨਰੇਸ਼ਨ ਨੂੰ ਆਪਣੇ ਨਾਲ ਰੱਖਣਾ ਹੈ, ਤਾਂ ਸੰਸਥਾ ਨੂੰ ਜਿਹੜੀ ਹੈ ਇਹ ਬਚਾਉਣਾ ਪਏਗਾ। ਇਸ ਤੋਂ ਇਲਾਵਾ ਹੋਰ ਕੋਈ ਰਸਤਾ ਨਹੀਂ ਹੈ। ਇਹ ਗੁਰਦੁਆਰੇ ਦੀ ਸੰਸਥਾ ਚੱਲਣੀ ਹੈ ਦਸਵੰਤ ਦੇ ਨਾਲ। ਗੁਰਦੁਆਰਾ ਸੰਸਥਾ ਚਲਾਉਣ ਦਾ ਇੱਕ ਵੱਡਾ ਸਾਧਨ ਹੈ। ਆਪਣੀ ਜਨਰੇਸ਼ਨ ਨੂੰ, ਆਪਣੀ ਪਨੀਰੀ ਨੂੰ, ਆਪਣੇ ਸੱਭਿਆਚਾਰ ਨੂੰ, ਆਪਣੇ ਇਸ਼ਟ ਨੂੰ, ਆਪਣੀ ਭਾਸ਼ਾ ਨਾਲ ਜੋੜਨ ਲਈ ਗੁਰਦੁਆਰਾ ਸੰਸਥਾ ਦਾ ਬੜਾ ਅਹਿਮ ਯੋਗਦਾਨ ਹੈ। ਇਸ ਲਈ ਗੁਰਦੁਆਰੇ ਸੰਸਥਾ ਦਾ ਜਿਹੜਾ ਸੁਧਾਰ ਹੈ ਉਹ ਸਾਡਾ ਤੁਹਾਡਾ ਜਿਹੜਾ ਹੈ ਇਹ ਬੜਾ ਵੱਡਾ ਫਰਜ਼ ਹੈ। ਇਹ ਬੜੀ ਵੱਡੀ ਅਵੇਅਰਨੈਸ ਦੀ ਜ਼ਰੂਰਤ ਹੈ। ਸਾਡਾ ਸਿਧਾਂਤ ਗੁਰੂ ਗ੍ਰੰਥ ਤੇ ਗੁਰੂ ਪੰਥ ਹੈ। ਉਸ ਨੂੰ ਕਾਇਮ ਰੱਖਣ ਲਈ ਗੁਰਦੁਆਰਾ ਸੰਸਥਾ ਹੋਣਾ ਅਤੇ ਵਿਕਾਸ, ਇਸ ਦਾ ਵਿਕਾਸ ਹੋਣਾ ਬੜਾ ਜ਼ਰੂਰੀ ਹੈ। ਇਸ ਬਾਰੇ ਜ਼ਰੂਰ ਧਿਆਨ ਰੱਖਣਾ। ਔਰ ਜਿਹੜੀ ਸਫਰ ਜਿਹੜੀ ਗੱਲ ਸੇਵਾ ਦੀ ਕੀਤੀ ਤਾਂ ਉਹ ਤਾਂ ਗੁਰੂ ਨਾਨਕ ਸਾਹਿਬ ਨੇ ਸਾਨੂੰ ਇੱਕ ਕਿੰਨੇ ਖੂਬਸੂਰਤ ਫਰਮਾਨ ਨਾਲ ਕਿ ਅਕਲੀ ਸਾਹਿਬ ਸੇਵੀਏ, ਅਕਲੀ ਕੀਚੇ ਦਾਨ, ਕਿ ਦਾਨ ਵੀ ਜਿਹੜਾ ਹੈ ਇਹ ਅਕਲ ਨਾਲ ਕਰਨਾ ਹੈ। ਸਾਨੂੰ ਅੱਜ ਇਹ ਦੋ ਸੰਸਥਾਵਾਂ ਜਿਹੜੀਆਂ ਨੇ, ਸਾਡੇ ਇੰਸਟੀਚਿਊਸ਼ਨ ਨੇ, ਸਾਡੀ ਸੇਵਾ ਤੇ ਸਾਡਾ ਦਸਵੰਤ, ਇਹਦਾ ਮਹੱਤਵ ਦੱਸਣਾ ਪਏਗਾ। ਅੱਜ ਜ਼ਰੂਰਤ ਹੈ ਉਸ ਸੇਵਾ ਦੀ ਜਿਸ ਨਾਲ ਗੁਰੂ ਗ੍ਰੰਥ ਸਾਹਿਬ ਦੇ ਆਦਰਸ਼ਾਂ ਨੂੰ ਹਾਸਲ ਕਰਨ ਦੀ ਭਾਵਨਾ ਪੈਦਾ ਹੋਵੇ। ਅੱਜ ਜ਼ਰੂਰਤ ਹੈ ਉਸ ਸੇਵਾ ਦੀ ਜਿਸ ਨਾਲ ਪੂਰੀ ਕੌਮ ਦੇ ਵਿੱਚ ਇਲਮ ਫੈਲੇ ਤੇ ਕੌਮ ਦੀ ਸੁਰਤ ਉੱਚੀ ਹੋਵੇ। ਅੱਜ ਜ਼ਰੂਰਤ ਹੈ ਉਸ ਸੇਵਾ ਦੀ ਜਿਸ ਨਾਲ ਆਪਣੀ ਨਵੀਂ ਪਨੀਰੀ ਨੂੰ ਨਸ਼ਿਆਂ ਤੋਂ ਨਿਜਾਤ ਦਿਵਾਈ ਜਾ ਸਕੇ। ਅੱਜ ਜ਼ਰੂਰਤ ਹੈ ਉਸ ਸੇਵਾ ਦੀ ਜਿਸ ਨਾਲ ਵਾਤਾਵਰਣ ਦੀ ਸੰਭਾਲ ਹੋਵੇ। ਜ਼ਰੂਰਤ ਹੈ ਉਸ ਸੇਵਾ ਦੀ ਜਿਸ ਨਾਲ ਕੌਮ ਦੇ ਬੱਚਿਆਂ ਦੀ ਪਨੀਰੀ ਦੀ, ਨੌਜਵਾਨਾਂ ਵਿੱਚ ਆਪਣੇ ਸੱਭਿਆਚਾਰ, ਆਪਣੀ ਬੋਲੀ, ਚੰਗੇ ਕਿਰਦਾਰ ਦਾ ਮੁਜ਼ਾਹਰਾ ਕਰ ਸਕੀਏ। ਅੱਜ ਜ਼ਰੂਰਤ ਹੈ ਉਸ ਸੇਵਾ ਦੀ ਜਿਸ ਨਾਲ ਅੱਜ ਦੇ ਬੱਚੇ ਆਪਣੇ ਮਾਤਾ ਪਿਤਾ ਦਾ, ਵੱਡੇ ਵਡੇਰਿਆਂ ਦਾ ਸਤਿਕਾਰ ਕਰਨ, ਉਹਨਾਂ ਦੀ ਦੇਖਭਾਲ ਕਰਨ। ਇਹ ਬਹੁਤ ਜ਼ਰੂਰੀ ਹੈ। ਬੇਨਤੀ ਹੈ, ਅੰਤ ਵਿੱਚ ਬੇਨਤੀ ਹੈ, ਜੋਦੜੀ ਹੈ ਕਿ ਆਪਣੇ ਸਿਧਾਂਤ, ਆਪਣੇ ਵਿਲੱਖਣ ਸਰੂਪ, ਆਪਣੇ ਕੌਮੀ ਚਰਿੱਤਰ ਅਤੇ ਹਸਤੀ ਨੂੰ ਬਚਾਉਣ ਲਈ ਸਾਨੂੰ ਸਭ ਨੂੰ ਮਿਲ ਕੇ ਇਸ ਨੂੰ ਇਹ ਜਿਹੜੇ ਉੱਚੇ ਆਦਰਸ਼ ਨੇ, ਇਹਨਾਂ ਆਦਰਸ਼ਾਂ ਨੂੰ ਅਪਣਾਉਣਾ ਚਾਹੀਦਾ ਹੈ, ਤਾਂ ਕਿ ਜਿਹੜੀ ਸਾਡੇ ਕੌਮ ਦੇ ਵਿੱਚ ਕਿੱਥੇ ਵੀ ਕੋਈ ਵੀ ਅਨਪੜ੍ਹ, ਬੇਰੁਜ਼ਗਾਰ ਹੈ ਜਾਂ ਕੋਈ ਦੁਖੀ ਹੈ, ਉਹ ਦੁਖੀ ਨਾ ਰਹੇ। ਸੇਵਾ ਆਪਾਂ ਜਿਤਾਉਣਾ ਨਹੀਂ, ਸੇਵਾ ਆਪਾਂ ਭਾਵ ਮਿਟਾਉਣਾ ਹੈ।
ਚਾਹੇ ਇਕੱਲੇ ਮਨੁੱਖੀ ਜੀਵਨ ਲਈ ਤੇ ਚਾਹੇ ਕੌਮੀ ਜ਼ਿੰਦਗੀ ਲਈ। ਗਿਆਨ, ਵਿਚਾਰ ਤੇ ਦਲੀਲ ਦੀ ਸ਼ਕਤੀ ਰਾਹੀਂ ਕੌਮਾਂ ਦਾ ਦੇਸ਼ ਤੇ ਭਵਿੱਖ ਉਜਲ ਹੁੰਦਾ ਹੈ। ਤਾਂ ਗੁਰੂ ਨਾਨਕ ਸਾਹਿਬ ਦੀ ਫਿਲਾਸਫੀ ਗੱਲ ਕਰਕੇ ਮੈਂ ਆਪਣੀ ਗੱਲ ਖਤਮ ਕਰਾਂਗਾ ਕਿ ਮੈਥਮੈਟਿਕਸ ਗਣਿਤ ਇਹ ਕਹਿੰਦਾ ਹੈ ਕਿ ਜਿਹੜੀ ਚੀਜ਼ ਤੁਸੀਂ ਵੰਡੋਗੇ ਉਹ ਖਤਮ ਹੋ ਜਾਏਗੀ, ਔਰ ਗੁਰੂ ਨਾਨਕ ਦਾ ਸਿਧਾਂਤ ਕਹਿੰਦਾ ਤੁਹਾਡੇ ਕੋਲ ਉਹੀ ਬਚੇਗਾ ਜੋ ਤੁਸੀਂ ਵੰਡ ਦਿੱਤਾ। ਪ੍ਰੇਮ ਵੰਡੋ, ਗਿਆਨ ਵੰਡੋ, ਆਪਣੇ ਆਪ ਨੂੰ ਦੀ ਜਿਹੜੀ ਹੈ ਹਉਮੈ ਜਿਹੜੀ ਹੈ ਖਤਮ ਕਰਕੇ ਜਿਹੜੀ ਹੈ ਸੇਵਾ ਤੇ ਦਸਵੰਤ ਵਾਲੀ ਜਿਹੜੀ ਗੱਲ ਹੈ, ਇਹਦੇ ਵਰਤਮਾਨ ਦਸ਼ਾ ਜਿਹੜੀ ਹੈ ਉਹ ਸਮਰਪਣ ਵਾਲੀ ਹੈ। ਉਹ ਚਰਨ ਲੱਭਣਾ ਪਵੇਗਾ ਜੋ ਵਿਰਾਸਤ ਵਿੱਚ ਸਾਡੇ ਖੂਨ ਦੇ ਵਿੱਚ ਹੈ। ਸਿੱਖੀ ਵਿੱਚ ਵੰਡ ਛਕਣ ਦੇ ਆਦਰਸ਼ ਨੂੰ ਪ੍ਰਚਾਰਿਆ ਹੈ। ਦਾਨ ਦੇਣਾ ਆਰਥਿਕ ਅਸਮਾਨਤਾ ਦਾ ਬੋਧਕ ਹੈ। ਪਹਿਲੇ ਵੀ ਗੱਲ ਕੀਤੀ ਜਿਹੜੀ ਮੈਨੂੰ ਇੱਥੋਂ ਪੁੱਛਿਆ ਵੀ ਗਿਆ, ਪਰ ਵੰਡ ਛਕਣ ਵਿੱਚ ਸਮਾਨਤਾ ਦਾ ਸੂਚਕ ਹੈ। ਆਰਥਿਕ ਸਹਿਯੋਗ ਹੈ ਵੰਡ ਛਕਣ ਵਿੱਚ, ਇਸ ਲਈ ਇਸ ਨੂੰ ਦਸਵੰਤ ਕਹਿੰਦੇ ਨੇ। ਵੰਡ ਛਕਣ ਵਿੱਚ ਸੇਵਾ ਤੇ ਦਸਵੰਤ ਦੋਨੋਂ ਸੰਕਲਪ ਆ ਜਾਂਦੇ ਨੇ। ਇਸ ਲਈ ਧਰਮ ਜਿਹੜਾ ਹੈ ਇਹ ਪ੍ਰਦਰਸ਼ਨ ਨਹੀਂ, ਅੰਤਰਗਤ ਹੈ, ਅੰਤःਕਰਨ ਦੇ ਵਿੱਚ ਹੈ। ਪ੍ਰਦਰਸ਼ਨ ਅਹੰਕਾਰ ਹੈ, ਪਰ ਸਹਿਜ ਨਾਲ ਕਰਨਾ ਆਪਣੇ ਅੰਦਰ ਦੂਸਰੇ ਨੂੰ ਸੁਣਾਉਣ ਲਈ, ਵਿਖਾਉਣ ਲਈ ਨਹੀਂ। ਵਿਖਾਵਾ ਤੇ ਪ੍ਰਦਰਸ਼ਨ, ਜਿਹੜਾ ਵਿਖਾਣਾ ਹੈ ਉਹ ਪ੍ਰਦਰਸ਼ਨ ਹੋ ਜਾਏਗਾ। ਤਾਂ ਇਹ 2-3 ਗੱਲਾਂ ਸਾਨੂੰ ਧਿਆਨ ਰੱਖਣੀਆਂ ਜਿਹੜੀਆਂ ਸਾਡੇ ਵਿੱਚ ਅੱਜ ਬੜੀਆਂ ਜ਼ਿਆਦਾ ਪ੍ਰਚਲਿਤ ਹੋ ਗਈਆਂ ਨੇ, ਕਿ ਖਾਸ ਕਰਕੇ ਨਗਰ ਕੀਰਤਨਾਂ ਵਿੱਚ ਔਰ ਗੁਰਪੁਰਬਾਂ ਤੇ ਜਦੋਂ ਅਸੀਂ ਲੰਗਰਾਂ ਦੇ ਸਟਾਲ ਦੇਖਦੇ ਹਾਂ, ਜਾਂ ਮੈਂ ਜਿਹੜੇ ਪਾਸੇ ਉਹ ਭੈਣ ਜੀ ਨੇ ਸਵਾਲ ਪੁੱਛਿਆ ਕਿ ਦਸਵੰਤ ਦੇ ਬਾਰੇ, ਇਹ ਮੈਂ ਉਸ ਬਾਰੇ ਤਾਂ ਇੱਕੋ ਹੀ ਕਹਿਣਾ ਕਿ ਗੁਰਬਾਣੀ ਦੀ ਉਹ ਲਾਈਨ ਸਦਾ ਆਪਣੇ ਮਨ ਤੇ ਅੰਕਿਤ ਕਰ ਲਓ ਕਿ ਅਕਲੀ ਕੀਚੇ ਦਾਨ, ਕਿ ਜਿੱਥੇ ਜਿਹੜੀ ਚੀਜ਼ ਦੀ ਜ਼ਰੂਰਤ ਹੈ ਉੱਥੇ ਦਿਓ। ਐਵੇਂ ਨਹੀਂ ਅੱਖਾਂ ਬੰਦ ਕੇ ਬਸ ਜਿਹੜਾ ਹੈ ਕਿ ਹਰ ਥਾਂ ਦੇ ਉੱਤੇ ਜਿਹੜਾ ਤੁਸੀਂ ਆਪਣਾ ਇਹ ਜਿਹੜੀ ਕਮਾਈ ਹੈ, ਕਿਰਤ ਕਮਾਈ ਹੈ, ਇਸ ਨੂੰ ਵੰਡ ਛਕਣ ਦੇ ਜਿਹੜਾ ਸਿਧਾਂਤ ਹੈ ਉਸ ਹਿਸਾਬ ਜਿਹੜੀ ਗੱਲ ਹੈ ਕਿ ਜ਼ਰੂਰਤਮੰਦ ਨੂੰ ਜਿੱਥੇ ਜ਼ਿਆਦਾ ਜ਼ਰੂਰਤ ਹੈ, ਜਿਸ ਚੀਜ਼ ਦੀ ਜ਼ਰੂਰਤ ਹੈ ਉੱਥੇ ਉਹੀ ਦਿੱਤੀ ਜਾਵੇ। ਇਹ ਮੇਰਾ ਅੱਜ ਦਾ ਜਿਹੜਾ ਸਾਡਾ ਇਹ ਵਿਸ਼ਾ ਹੈ, ਇਹ ਵਿਸ਼ਾ ਅਸੀਂ ਇੱਥੇ ਹੀ ਸਮਾਪਤ ਕਰਦੇ ਹਾਂ ਜੀ। ਅਗਲੇ ਹਫਤੇ ਸ਼ਨੀਚਰਵਾਰ ਔਰ ਇਸ ਕੋਰਸ ਦਾ ਜਿਹੜਾ ਅੰਤਮ ਜਿਹੜਾ ਵਿਸ਼ਾ ਹੈ ਉਹ ਅਸੀਂ ਆਪ ਜੀ ਨੂੰ ਸਵੇਰ ਰਾਤ ਸ਼ਨੀਚਰ 8 ਵਜੇ ਫਿਰ ਮਿਲਾਂਗੇ। ਭੁੱਲਾਂ ਚੁੱਕਾਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੱਲ ਪੁੱਛਾਂ? ਹਾਂਜੀ ਹਾਂਜੀ। ਕੋਈ ਇਸ ਤਰ੍ਹਾਂ ਲੋੜਵੰਦ ਆਂਦਾ ਹੈ ਤੇ ਪਤਾ ਨਹੀਂ ਚੱਲਦਾ ਇਹ ਲੋੜਵੰਦ ਹੈ ਨਹੀਂ ਤੇ ਗਰੀਬ ਹੈ ਕਿ ਨਹੀਂ। ਅੱਗੋਂ ਜਾ ਕੇ ਪਤਾ ਨਹੀਂ ਇਹ ਕਿਸ ਤਰ੍ਹਾਂ ਸ਼ਰਾਬ ਪੀਂਦਾ, ਪੈਸੇ ਤੇ ਕੀ ਕਰਦਾ ਹੈ, ਇੱਥੋਂ ਲੈ ਜਾਂਦੇ ਨੇ, ਫਿਰ ਪਤਾ ਹੀ ਨਹੀਂ ਚੱਲਦਾ। ਉਹ ਕਿਸ ਤਰ੍ਹਾਂ ਸਾਨੂੰ ਪਤਾ ਚੱਲੇਗਾ ਕਿ ਗਰੀਬ ਹੈ ਕਿ ਨਹੀਂ, ਉਸਨੂੰ ਚਾਹੀਦਾ ਹੈ ਕਿ ਨਹੀਂ ਚਾਹੀਦਾ? ਜੇ ਤੁਸੀਂ ਸੱਚੇ ਮਨ ਨਾਲ, ਮੇਰਾ ਤਾਂ ਮੰਨਣਾ ਹੈ ਇਸ ਗੱਲ ਤੇ ਕਿ ਜੇ ਤੁਹਾਡੇ ਵਿੱਚ ਜਿਹੜੀ ਕਹਿੰਦੇ ਨਾ ਪਰਮਾਤਮਾ ਦਾ ਜਿਹੜਾ ਅਹਿਸਾਸ ਹੋਏਗਾ ਨਾ, ਤੇ ਇਹ ਬੋਡੀ ਲੈਂਗੁਏਜ ਤੋਂ ਵੀ ਪਤਾ ਲੱਗਦਾ। ਪਰ ਮੈਂ ਫਿਰ ਕਹਿ ਰਿਹਾ ਕਿ ਜਿਹੜੀ ਗੱਲ ਹੈ ਨਾ ਅਕਲੀ ਕੀਚੇ ਦਾਨ, ਇਹ ਜਦੋਂ ਤੁਹਾਨੂੰ ਸਮਝ ਆਏਗੀ ਗੱਲ, ਤੁਹਾਨੂੰ ਆਪਣੇ ਆਪ ਇਸ ਚੀਜ਼ ਦਾ ਇਲਮ ਹੋ ਜਾਏਗਾ। ਇਹਦੇ ਵਿੱਚ ਕੋਈ ਸ਼ੱਕ ਨਹੀਂ ਕਿ ਜਦੋਂ ਸਾਡਾ ਦਸਵੰਤ ਜਿਹੜਾ ਗੁਰੂ ਕੀ ਗੋਲਕ ਗਰੀਬ ਦਾ ਮੂੰਹ, ਗੁਰਦੁਆਰਿਆਂ ਦੇ ਥਰੂ ਇਹ ਸਾਰਾ ਕੁਝ ਹੋ ਰਿਹਾ ਹੈ। ਅਸੀਂ ਤਾਂ ਸਿਰਫ ਇੰਨਾ ਚਾਹੁੰਦੇ ਕਿ ਜਿਹੜੀ ਗੁਰਦੁਆਰਾ ਸੰਸਥਾ ਉਹਦੇ ਸੁਧਾਰ ਉਹ ਤੁਸੀਂ ਲਿਆਣਾ ਹੈ, ਸੰਗਤ ਰੂਪੀ ਅਵੇਅਰਨੈਸ ਨੇ ਲਿਆਣਾ ਹੈ। ਤੋ ਇਹ ਜਿਹੜੀਆਂ ਗੱਲਾਂ ਨੇ ਇਹ ਬੜੀਆਂ ਛੋਟੀਆਂ ਗੱਲਾਂ ਨੇ, ਇਹਨਾਂ ਤੇ ਬਹੁਤਾ ਜ਼ਿਆਦਾ ਧਿਆਨ ਨਾ ਦਿਓ। ਇਹ ਜਿਹੜਾ ਫਿਲਾਸਫੀ ਹੈ ਦਸਵੰਤ ਦੀ ਤੇ ਸੇਵਾ ਦੀ, ਉਹ ਹੈ ਕਿ ਤੁਸੀਂ ਜਦੋਂ ਅਗਰ ਸ਼ੁੱਧ ਮਨ ਨਾਲ ਜੋ ਕਰੋਗੇ, ਸੱਚੇ ਮਨ ਨਾਲ ਜੋ ਕਰੋਗੇ, ਉਹ ਰੱਬ ਨੂੰ ਪ੍ਰਵਾਨ ਹੈ। ਅਦੇ ਮੈਂ ਇੱਕ ਗੱਲ ਕਹਿਣਾ ਚਾਹਾਂਗਾ ਕਿ ਨਿਸ਼ਕਾਮ ਦੇ ਅੰਦਰ ਉਹਨਾਂ ਨੇ ਕਿਸੇ ਨੂੰ ਵੀ ਸਹਾਇਤਾ ਕਰਨ ਤੋਂ ਪਹਿਲਾਂ ਉਹ ਇੱਕ ਇੰਸਪੈਕਟਰ ਭੇਜਦੇ ਨੇ ਉਹਦੇ ਘਰ, ਤੇ ਉਹ ਸਾਰੀ ਅਸੈਸਮੈਂਟ ਕਰਕੇ ਫਿਰ ਸਹਾਇਤਾ ਦਿੰਦੇ ਨੇ। ਉਹ ਸਰ ਜਿਹੜੀ ਇਹ ਸੰਸਥਾ ਹੈ, ਜਿਹੜੀ ਇਹ ਭਾਈ ਮਤੀ ਦਾਸ ਜੀ ਚੈਰੀਟੇਬਲ ਸੁਸਾਇਟੀ, ਸਾਰੇ ਬਿਲਕੁਲ ਇਸ ਤਰ੍ਹਾਂ ਕਰਦੇ ਨੇ। ਇਹ ਜਿਹੜੀ ਇਹ ਸੇਵਾ ਕਰ ਰਹੇ ਨੇ ਇੱਕ ਬੜੀ ਨਵੇਕਲੀ ਹੈ ਕਿ ਇਹ ਕੋਈ 200 ਪਰਿਵਾਰਾਂ ਨੂੰ ਇਹਨਾਂ ਨੇ ਅਡਾਪਟ ਕੀਤਾ ਹੋਇਆ ਹੈ
ਜੀ 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 ਆ ਬੰਦਾ ਜਦੋਂ ਵੀ ਇਹਨਾਂ ਕੋਲ ਆਉਂਦਾ ਸਹਾਇਤਾ ਲਈ, ਇਹ ਬਕਾਇਦਾ ਆਪਣਾ ਕੋਈ ਰਿਪਰੈਜ਼ੈਂਟੇਟਿਵ ਉੱਥੇ ਘਰ ਭੇਜਦੇ ਨੇ ਔਰ ਪਤਾ ਕਰਦੇ ਨੇ ਕਿ ਵਾਕਈ ਇਹ ਜ਼ਰੂਰਤਮੰਦ ਹੈ ਜਾਂ ਨਹੀਂ, ਤਾਂ ਇਹ ਉਹਦੀ ਜੋ ਹੈ ਆਪਣੀ ਲਿਸਟ ਵਿੱਚ ਉਹਦਾ ਨਾਮ ਅੰਕਿਤ ਕਰਕੇ ਤੇ ਉਸ ਨੂੰ ਸ਼ੁਰੂ ਕਰਦੇ ਨੇ ਰਾਸ਼ਨ ਪਾਣੀ। ਨਹੀਂ ਸਾਡੇ ਜੀ ਸਰ, ਜੀ ਸਾਡੇ ਚਾਚਾ ਜੀ ਕਹਿੰਦੇ ਸਨ, ਕਹਿੰਦੇ ਜਿਹੜਾ ਵੀ ਤੁਹਾਡੇ ਘਰ ਦੇ ਦੁਆਰੇ ਅੰਦਰ ਆ ਕੇ ਕੋਈ ਮੰਗਦਾ ਨਾ, ਉਹਨੂੰ ਕੁਛ ਨਾ ਦਿਓ, ਉਹਨੂੰ ਕਹੋ ਗੁਰਦੁਆਰੇ ਜਾਵੇ। ਸਾਡੇ ਗੁਰਦੁਆਰੇ ਸਟਰੋਂਗ ਹੋਣ ਤੇ ਅਸੀਂ ਗੁਰਦੁਆਰੇ ਦੇ ਥਰੂ ਇਹ ਸਾਰੇ ਕੰਮ ਕਰੀਏ, ਕਿਸੇ ਨੂੰ ਸਹਾਇਤਾ ਦੇਣੀ ਹੈ ਗੁਰਦੁਆਰੇ ਦੇ ਥਰੂ ਕਰੀਏ, ਤਾਂ ਕਿ ਉਹਦੇ ਅੰਦਰ ਇਹ ਸਾਡੀ ਜਿਹੜੀ ਜ਼ਿੰਮੇਵਾਰੀ ਹੈ ਨਾ, ਇਹ ਕਿ ਉਹ ਠੀਕ ਵੀ ਹੈ, ਉਹ ਇਸ ਦੇ ਅਧਿਕਾਰੀ ਵੀ ਹੈ ਕਿ ਨਹੀਂ ਇਸ ਸਹਾਇਤਾ ਦੇ। ਤੇ ਇਹ ਜਿਵੇਂ ਭਾਈ ਮਤੀ ਦਾ ਸੁਸਾਇਟੀ ਜਿਹੜੀ ਇਹ ਕੰਮ ਕਰ ਰਹੀ ਹੈ ਕਿ ਪਹਿਲਾਂ ਅਸੈਸ ਕਰੋ ਕਿ ਐਕਚੁਅਲੀ ਉਹਦੀ ਲੋੜ ਹੈ ਕਿ ਨਹੀਂ, ਲੋੜ ਹੈ ਤੇ ਉਹਨੂੰ ਦਿਓ, ਨਹੀਂ ਲੋੜ ਤੇ ਨਾ ਦਿਓ। ਪਰ ਮੈਂ ਇਹ ਬੇਨਤੀ ਇਸੇ ਲਈ ਕੀਤੀ ਸੀ ਕਿ ਗੁਰਦੁਆਰਿਆਂ ਦੇ ਵਿੱਚ ਵੀ ਸਾਡੇ ਜਿਹੜੇ ਨੇ, ਜਿਹੜੇ ਅੱਜ ਹਰ ਲੋਕਲ ਗੁਰਦੁਆਰੇ 'ਚ ਕੋਈ ਨਾ ਕੋਈ ਪ੍ਰੋਬਲਮ ਦਿਖਦੀ ਹੈ, ਮੈਂ ਇਸੇ ਲਈ ਬੇਨਤੀ ਸੰਗਤੀ ਰੂਪ ਵਿੱਚ ਕੀਤੀ ਸੀ ਕਿ ਇਹਦਾ ਸੁਧਾਰ ਵੀ ਸੰਗਤ ਦੇ ਥਰੂ ਹੋਣਾ, ਅਵੇਅਰਨੈਸ ਦੇ ਥਰੂ ਹੋਣਾ, ਕਿ ਜੇ ਸਾਡੇ ਗੁਰਦੁਆਰਿਆਂ ਦੇ ਮੈਨੇਜਮੈਂਟ ਆਦਰਸ਼ ਹੋ ਜਾਣ ਤਾਂ ਫਿਰ ਤਾਂ ਕੋਈ ਪ੍ਰੋਬਲਮ ਹੀ ਨਹੀਂ ਨਾ। ਵੀਰ ਜੀ ਸਰਦਾਰ ਆਂਦੇ ਰਹਿੰਦੇ ਨੇ 3-4 ਸੰਡੇ ਦੇ ਸੰਡੇ ਆਂਦੇ ਨੇ ਕਿ ਅਸੀਂ ਬੰਗਲਾ ਸਾਹਿਬ ਤੋਂ ਆਏ ਹਾਂ ਤੇ ਉੱਥੋਂ ਦੇ ਵਾਸਤੇ ਕੁਝ ਦਿਓ ਤੁਸੀਂ। ਫਿਰ ਇੱਕ ਵਾਰੀ ਮੈਨੂੰ ਲੱਗਦਾ ਕਿ ਇਹ ਗਲਤ ਹੈ। ਉਹਨਾਂ ਨੂੰ ਕਹੋ ਕਿ ਸਾਨੂੰ ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਤੋਂ ਅਥਾਰਟੀ ਲੈਟਰ ਦਿਖਾਓ। ਵੈਸੇ ਕੋਈ ਗੁਰਦੁਆਰਾ ਕਮੇਟੀ ਵਾਲਾ ਗੁਰੂ ਨਾਨਕ ਸਾਹਿਬ ਦੀ ਫੋਟੋ ਦੇਣੀ, ਇਸ ਤਰ੍ਹਾਂ ਲਓ ਫੋਟੋ ਲਓ ਤੇ ਪੈਸੇ ਦਿਓ। ਨਹੀਂ ਬਿਲਕੁਲ ਉਹਨਾਂ ਨੂੰ ਨਹੀਂ ਦੇਣਾ। ਉਹ ਕੋਈ ਦਿੱਲੀ ਦੀ ਗੁਰਦੁਆਰਾ ਕਮੇਟੀ ਨੇ ਇਸ ਤਰ੍ਹਾਂ ਦੇ ਬੰਦੇ ਨਿਯੁਕਤ ਨਹੀਂ ਕੀਤੇ ਹੋਏ। ਚਿੱਟੇ ਕੱਪੜੇ ਪਾਏ ਉਹਨਾਂ ਨੇ ਤੇ ਕਹਿੰਦੇ ਨੇ 100 ਰੁਪਏ ਦੇ ਸਾਰੇ ਦੇ ਸਾਰੇ ਗਲਤ ਹੈਗੇ। ਉਹਨਾਂ ਨੂੰ ਨਾ ਦਿਓ। ਤੁਸੀਂ ਸਿੱਧਾ ਗੁਰਦੁਆਰੇ ਤੁਸੀਂ ਸਿੱਧਾ ਕਹੋ ਜੀ ਅਸੀਂ ਆਪ ਸਿੱਧਾ ਬੰਗਲਾ ਸਾਹਿਬ ਦੇ ਹਾਂ। ਠੀਕ ਹੈ। ਉਹ ਕਹਿੰਦੇ 100 ਰੁਪਏ ਦੀ ਤੇ घी ਦੀ ਥੈਲੀ ਨਹੀਂ ਆਉਂਦੀ, 100 ਰੁਪਏ ਕਿਸ ਤਰ੍ਹਾਂ ਤੁਸੀਂ ਦੇ ਦਿਓ? ਨਹੀਂ ਜ਼ਰੂਰਤ ਨਹੀਂ ਹੈ, ਆਪ ਜਾ ਕੇ ਬੰਗਲਾ ਸਾਹਿਬ ਦਿਓ। ਠੀਕ ਹੈ। ਚੁੱਕਾਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।